ਸਫਲਤਾ ਲਈ ਚੰਗਾ ਬੁਲਾਰਾ ਹੋਣਾ ਜ਼ਰੂਰੀ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ। ਹਰੇਕ ਵਿਅਕਤੀ ਚਾਹੁੰਦਾ ਹੈ ਕਿ ਜਦੋਂ ਉਹ ਬੋਲੇ ਤਾਂ ਲੋਕ ਉਸ ਨੂੰ ਉਤਸੁਕਤਾ ਨਾਲ ਸੁਣਨ। ਹਰੇਕ ਵਿਅਕਤੀ ਸਟੇਜ 'ਤੇ ਜਾ ਕੇ ਮਾਈਕ ਵਿੱਚ ਬੋਲਣਾ ਚਾਹੁੰਦਾ ਹੈ, ਪਰ ਉਸ ਦੇ ਅੰਦਰ ਬੈਠਾ ਡਰ ਉਸ ਨੂੰ ਗੂੰਗਾ ਬਣਾਈ ਰੱਖਦਾ ਹੈ। ਭਾਸ਼ਣ ਦੇਣਾ ਇੱਕ ਕਲਾ ਹੈ। ਅਭਿਆਸ ਕਰਕੇ ਇਸ ਕਲਾ ਵਿੱਚ ਨਿਪੁੰਨ ਹੋਇਆ ਜਾ ਸਕਦਾ ਹੈ। ਭਾਸ਼ਣ ਦੇਣਾ ਸਿੱਖਣ ਲਈ ਕਿਸੇ ਅਕਾਦਮਿਕ ਡਿਗਰੀ ਦੀ ਲੋੜ ਨਹੀਂ ਹੁੰਦੀ। ਸਾਡੇ ਸਾਹਮਣੇ ਅਨੇਕਾਂ ਪ੍ਰਸਿੱਧ ਵਿਅਕਤੀਆਂ ਦੀਆਂ ਮਿਸਾਲਾਂ ਹਨ ਜੋ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇੱਕ ਚੰਗਾ ਬੁਲਾਰਾ ਬਣੇ ਤੇ ਆਪਣੇ ਖੇਤਰ ਵਿੱਚ ਪ੍ਰਸਿੱਧੀ ਹਾਸਿਲ ਕੀਤੀ। ਹਰਕ੍ਰਿਸ਼ਨ ਸੁਰਜੀਤ ਵੀ ਅਜਿਹੇ ਵਿਅਕਤੀਆਂ ਵਿੱਚੋਂ ਇੱਕ ਸਨ ਜੋ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਆਪਣੀ ਭਾਸ਼ਣ ਕਲਾ ਦੇ ਦਮ 'ਤੇ ਰਾਜਨੀਤਿਕ ਖੇਤਰ ਵਿੱਚ ਇੱਕ ਅਹਿਮ ਸਥਾਨ ਬਣਾਉਣ ਵਿੱਚ ਸਫਲ ਰਹੇ। ਰਾਜਨੀਤੀ ਦੇ ਖੇਤਰ ਵਿੱਚ ਉਹ ਨੇਤਾ ਜਲਦੀ ਸਫਲ ਹੋ ਜਾਂਦੇ ਹਨ ਜੋ ਚੰਗਾ ਭਾਸ਼ਣ ਕਰਨਾ ਜਾਣਦੇ ਹਨ, ਜਿਵੇਂ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਅਤੇ ਨਰਿੰਦਰ ਮੋਦੀ ਜੀ। ਜਦੋਂ ਬੋਲਦੇ ਹਨ ਤਾਂ ਸੁਣਨ ਵਾਲੇ ਨੂੰ ਆਨੰਦ ਆ ਜਾਂਦਾ ਹੈ। ਅਜਿਹੇ ਬੁਲਾਰੇ ਆਪਣੀ ਭਾਸ਼ਣ ਕਲਾ ਦੇ ਦਮ 'ਤੇ ਲੋਕਾਂ ਦੇ ਵੱਡੇ ਇਕੱਠਾਂ ਨੂੰ ਵੀ ਕੀਲ ਲੈਂਦੇ ਹਨ। ਭਾਸ਼ਣ ਦੇਣ ਦੀ ਕਲਾ ਵਿੱਚ ਨਿਖਾਰ ਲਿਆਉਣ ਲਈ ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਇੱਕ ਚੰਗਾ ਬੁਲਾਰਾ ਹੋਵੇ। ਭੀੜ ਨੂੰ ਦੇਖ ਕੇ ਕਈ ਵਾਰ ਚੰਗਿਆਂ ਦੇ ਹੋਸ਼ ਉੱਡ ਜਾਂਦੇ ਹਨ। ਇੰਗਲੈਂਡ ਵਿੱਚ ਇੱਕ ਵਾਰ ਕੌਬਡੇਨ ਨਾਂ ਦੇ ਵਿਅਕਤੀ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਸ਼ਬਦ ਵੀ ਨਾ ਬੋਲ ਸਕਿਆ। ਉਸ ਦੀ ਜੀਭ ਨੂੰ ਜਿਵੇਂ ਤਾਲਾ ਹੀ ਲੱਗ ਗਿਆ ਹੋਵੇ। ਕਿਸੇ ਦਾ ਮਖੌਲ ਉਡਾਉਣਾ ਤਾਂ ਮਨੁੱਖ ਦੀ ਜਵਾਂਦਰੂ ਪ੍ਰਵਿਰਤੀ ਹੈ। ਇਸ ਲਈ ਲੋਕਾਂ ਉਸ ਨੂੰ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕ ਓਨੀ ਦੇਰ ਤੱਕ ਉਸ ਦਾ ਮਜ਼ਾਕ ਉਡਾਉਂਦੇ ਰਹੇ ਜਦੋਂ ਤੱਕ ਉਹ ਮੰਚ ਤੋਂ ਉਤਰ ਕੇ ਦੂਰ ਨਹੀਂ ਗਿਆ। ਇਸ ਘਟਨਾ ਪਿੱਛੋਂ ਕੌਬਡੇਨ ਘਰ ਗਿਆ। ਉਹ ਸਾਰੀ ਰਾਤ ਬੇਚੈਨ ਰਿਹਾ ਤੇ ਇੱਕ ਪਲ ਵੀ ਨਾ ਸੌਂ ਸਕਿਆ। ਸਵੇਰ ਹੋਣ 'ਤੇ ਉਸਨੇ ਸ਼ੀਸ਼ੇ ਮੂਹਰੇ ਖੜ੍ਹ ਕੇ ਉੱਚੀ ਉੱਚੀ ਬੋਲਣ ਦਾ ਅਭਿਆਸ ਸ਼ੁਰੂ ਕਰ ਦਿੱਤਾ। ਉਹ ਹਰ ਰੋਜ਼ ਸ਼ੀਸ਼ੇ ਅੱਗੇ ਖੜ੍ਹ ਕੇ ਬੋਲਦਾ ਰਿਹਾ। ਥੋੜ੍ਹੇ ਦਿਨਾਂ ਮਗਰੋਂ ਹੀ ਉਹ ਆਪਣੇ ਦੋਸਤਾਂ ਦੀਆਂ ਮੀਟਿੰਗਾਂ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲੱਗ ਗਿਆ। ਜਲਦੀ ਹੀ ਉਸਦੇ ਦਿਮਾਗ ਵਿੱਚੋਂ ਭੀੜ ਅਤੇ ਸਟੇਜ ਦਾ ਡਰ ਖਤਮ ਹੋ ਗਿਆ। ਅਭਿਆਸ ਕਰਦੇ ਕਰਦੇ ਉਸਦੇ ਅਨੇਕਾਂ ਤੁਕਾਂ, ਸ਼ੇਅਰ, ਘਟਨਾਵਾਂ, ਤੱਥ ਯਾਦ ਹੋ ਗਏ। ਆਪਣੇ ਆਤਮ ਵਿਸ਼ਵਾਸ ਅਤੇ ਅਭਿਆਸ ਸਦਕਾ ਕੌਬਡੇਨ ਇੱਕ ਦਿਨ ਇੰਗਲੈਂਡ ਦਾ ਮਹਾਨ ਬੁਲਾਰਾ ਬਣਿਆ। ਜਿਹੜਾ ਵਿਅਕਤੀ ਕਿਤਾਬਾਂ ਜਾਂ ਰਸਾਲੇ ਪੜ੍ਹ ਕੇ ਭਾਸ਼ਣ ਕਰਨਾ ਸਿੱਖਣਾ ਚਾਹੁੰਦਾ ਹੈ, ਉਸ ਦੀ ਸਥਿਤੀ ਉਸ ਭਲਵਾਨ ਵਾਂਗ ਹੈ ਜੋ ਦੰਗਲ ਦੇ ਬਾਹਰ ਖੜ੍ਹਾ ਡੰਡ ਬੈਠਕਾਂ ਤਾਂ ਮਾਰੀ ਜਾਂਦਾ ਹੈ ਪਰ ਅਖਾੜੇ ਵਿੱਚ ਨਹੀਂ ਕੁੱਦ ਰਿਹਾ। ਅਭਿਆਸ ਤੋਂ ਬਿਨਾਂ ਕੁਝ ਨਹੀਂ ਹੋਣ ਲੱਗਿਆ। ਜੇਕਰ ਤੁਸੀਂ ਵੀ ਇੱਕ ਵਧੀਆ ਬੁਲਾਰਾ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਹੇਠ ਦਿੱਤੇ ਸੁਝਾਵਾਂ 'ਤੇ ਅਮਲ ਕਰਦੇ ਹੋਏ ਅਭਿਆਸ ਸ਼ੁਰੂ ਕਰ ਦਿਓ। ਭਾਸ਼ਣ ਦਾ ਸ਼ੁਰੂਆਤੀ ਭਾਗ ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਵਿਸ਼ੇ ਨਾਲ ਸੰਬੰਧਿਤ ਕੋਈ ਘਟਨਾ, ਕੋਈ ਸ਼ੇਅਰ, ਤੁਕਾਂ, ਅਖਾਣ, ਕੋਈ ਸਨਸਨੀਖੇਜ਼ ਤੱਥ ਜਾਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਰਤੋਂ ਕਰੋ, ਕਿਉਂਕਿ ਪਹਿਲੀਆਂ 10 ਕੁ ਲਾਈਨਾਂ ਸੁਣ ਕੇ ਲੋਕ ਅੰਦਾਜ਼ਾ ਲਗਾਉਣ ਲੱਗਦੇ ਹਨ ਕਿ ਬਾਕੀ ਦਾ ਭਾਸ਼ਣ ਕਿਸ ਤਰ੍ਹਾਂ ਦਾ ਹੋਵੇਗਾ। ਸਰੋਤਿਆਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਕ੍ਰਮਬੱਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਵਿਚਾਰ ਬਹੁਤ ਦਮਦਾਰ ਹੁੰਦੇ ਹਨ ਪਰ ਬੇਤਰਤੀਬੇ ਢੰਗ ਨਾਲ ਪੇਸ਼ ਕਰਨ ਕਾਰਨ ਸਰੋਤਿਆਂ 'ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ। ਕਈ ਵਾਰ ਤੁਸੀਂ ਸੱਚੀ ਭਾਵਨਾ ਨਾਲ ਦੂਜਿਆਂ ਦਾ ਭਲਾ ਕਰਨ ਦੀ ਗੱਲ ਕਰਦੇ ਹੋ ਪਰ ਆਤਮ ਵਿਸ਼ਵਾਸ ਦੀ ਘਾਟ ਹੋਣ ਕਾਰਨ ਲੋਕ ਤੁਹਾਡੀਆਂ ਗੱਲਾਂ ਦਾ ਮਤਲਬ ਉਲਟ ਹੀ ਸਮਝਦੇ ਹਨ। ਅਜਿਹੇ ਬੁਲਾਰਿਆਂ ਨੂੰ ਓਨਾ ਸਤਿਕਾਰ ਨਹੀਂ ਮਿਲਦਾ ਜਿੰਨੇ ਦੇ ਉਹ ਹੱਕਦਾਰ ਹੁੰਦੇ ਹਨ। ਇੱਕ ਗੱਲ ਤਾਂ ਸਪਸ਼ਟ ਹੈ ਕਿ ਉਸ ਸਮੇਂ ਹੀ ਬੁਲਾਰੇ ਦੀ ਗੱਲ ਜਾਂ ਵਿਚਾਰ ਲੋਕਾਂ ਦੇ ਦਿਲ ਨੂੰ ਛੂੰਹਦੇ ਹਨ ਜਦੋਂ ਉਹ ਵਿਚਾਰ ਪੂਰੇ ਆਤਮ ਵਿਸ਼ਵਾਸ ਨਾਲ ਪ੍ਰਗਟ ਕੀਤੇ ਜਾਣ। ਜੇਕਰ ਸੋਚ ਅਤੇ ਵਿਚਾਰਾਂ ਨੂੰ ਆਵਾਜ਼ ਦੇਣ ਸਮੇਂ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਲੰਮੇ ਸਾਹ ਲੈ ਕੇ ਘਬਰਾਹਟ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਜੋ ਗੱਲ ਦ੍ਰਿੜ ਇਰਾਦੇ ਨਾਲ ਕਹੀ ਜਾਵੇ ਉਸ ਦਾ ਅਸਰ ਚਿਰਸਥਾਈ ਹੁੰਦਾ ਹੈ। ਭਾਸ਼ਣ ਕਰਦੇ ਸਮੇਂ ਇੱਕ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਹਾਡੇ ਵੱਲੋਂ ਬੋਲੇ ਹਰੇਕ ਸ਼ਬਦ ਦਾ ਉਚਾਰਨ ਸਹੀ ਅਤੇ ਸਾਫ਼ ਹੋਵੇ। ਹੜਬੜੀ ਜਾਂ ਕਾਹਲ ਨਾਲ ਨਾ ਦਿਖਾਓ, ਸਗੋਂ ਹੌਲੀ-ਹੌਲੀ ਆਤਮ ਵਿਸ਼ਵਾਸ ਨਾਲ ਉਦਾਹਰਣਾਂ ਅਤੇ ਤੱਥਾਂ ਦਾ ਹਵਾਲਾ ਦਿੰਦੇ ਬੋਲਦੇ ਜਾਓ। ਇੱਕ ਵਾਰ ਹਿਟਲਰ ਨੂੰ ਸੱਦਾ ਪੱਤਰ ਦਿੰਦਿਆਂ ਸਮਾਗਮ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ, ਤੁਸੀਂ ਸਮਾਗਮ 'ਚ 2 ਮਿੰਟ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ। ਹਿਟਲਰ ਨੇ ਹੈਰਾਨ ਹੁੰਦਿਆਂ ਕਿਹਾ, ਜੇ 2 ਮਿੰਟ ਲਈ ਬੋਲਣਾ ਹੈ ਤਾਂ ਘੱਟੋ ਘੱਟ 1 ਮਹੀਨਾ ਪਹਿਲਾਂ ਦੱਸਣਾ ਸੀ। ਮੈਂ ਤਿਆਰੀ ਤਾਂ ਕਰ ਲੈਂਦਾ। ਹਾਂ, ਜੇ ਸਾਰਾ ਦਿਨ ਬੋਲਣਾ ਹੈ ਤਾਂ ਹੁਣੇ ਹੀ ਚੱਲਦਾ ਹਾਂ। ਭਾਵ 2 ਮਿੰਟ ਬੋਲਣ ਲਈ ਤਾਂ ਹਰ ਇੱਕ ਸ਼ਬਦ ਅਰਥ ਭਰਪੂਰ ਹੋਣਾ ਚਾਹੀਦਾ ਹੈ। ਜੇ ਅਵਾ-ਤਵਾ ਹੀ ਬੋਲਣਾ ਹੈ ਤਾਂ ਚਾਹੇ ਸਾਰਾ ਦਿਨ ਮਗਜ ਮਾਰੀ ਜਾਓ, ਉਸ ਦਾ ਕੋਈ ਫਾਇਦਾ ਨਹੀਂ। ਕਿਸੇ ਵੀ ਵਿਸ਼ੇ 'ਤੇ ਭਾਸ਼ਣ ਕਰਦੇ ਸਮੇਂ ਸ਼ਬਦਾਂ ਦੀ ਚੋਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ਬਦ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਦੀ ਸਮਰੱਥਾ ਰੱਖਦੇ ਹਨ। ਬੋਲੇ ਸੋ ਨਿਹਾਲ ਦੇ ਜੈਕਾਰੇ ਨੇ 1.25 ਲੱਖ ਨਾਲ ਇੱਕ ਲਲਾਉਣ ਵਾਲੇ ਕਥਨ ਨੂੰ ਸੱਚ ਕਰ ਦਿਖਾਇਆ। ਜੰਗ ਦੇ ਮੈਦਾਨ ਵਿੱਚ ਉੱਚੀ ਉੱਚੀ ਬੋਲ ਕੇ ਲਾਏ ਨਾਅਰੇ ਜਵਾਨਾਂ ਵਿੱਚ ਅੰਤਾਂ ਦਾ ਜੋਸ਼ ਭਰ ਦਿੰਦੇ ਹਨ। ਇਸੇ ਤਰ੍ਹਾਂ ਇੱਕ ਸਫਲ ਬੁਲਾਰਾ ਆਪਣੇ ਵਿਚਾਰਾਂ ਨਾਲ ਸਰੋਤਿਆਂ ਵਿੱਚ ਨਵੀਂ ਰੂਹ ਫੂਕ ਕੇ ਉਤਸ਼ਾਹ ਨਾਲ ਉਹਨਾਂ ਦੇ ਖੂਨ ਦਾ ਦੌਰਾ ਤੇਜ਼ ਕਰਨ ਦੇ ਸਮਰੱਥ ਹੁੰਦਾ ਹੈ। ਬੋਲਣਾ ਹੈ ਇਸ ਕਰਕੇ ਹੀ ਨਾ ਬੋਲੋ, ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਸਕਦਾ। ਸਟੇਜ ਤੋਂ ਜੋ ਵੀ ਬੋਲਣਾ ਹੈ ਉਤਸ਼ਾਹ ਨਾਲ ਬੋਲੋ। ਜੇ ਤੁਸੀਂ ਥੱਕੇ ਥੱਕੇ ਤੇ ਸੁਸਤ ਜਿਹੇ ਲੱਗ ਰਹੇ ਹੋ ਤਾਂ ਕੁਝ ਵੀ ਚੰਗਾ ਨਹੀਂ ਹੋਣ ਲੱਗਿਆ, ਕਿਉਂਕਿ ਬੁਝਿਆ ਦੀਵਾ ਹੋਰ ਦੀਵੇ ਨਹੀਂ ਜਲਾ ਸਕਦਾ। ਕਿਸੇ ਵੀ ਮੰਚ ਤੋਂ ਸੰਬੋਧਨ ਕਰਦੇ ਸਮੇਂ ਜ਼ਰੂਰੀ ਹੈ ਕਿ ਤੁਹਾਡੇ ਚਿਹਰੇ ਦੇ ਹਾਵ-ਭਾਵ ਤੁਹਾਡੇ ਵੱਲੋਂ ਪ੍ਰਗਟ ਕੀਤੇ ਜਾ ਰਹੇ ਵਿਚਾਰ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਸਟੇਜ ਦੇ ਕਲਾਕਾਰ ਵਾਂਗ ਕਲਾਤਮਕ ਤਰੀਕੇ ਨਾਲ ਆਵਾਜ਼ ਵਿੱਚ ਉਤਰਾਅ ਚੜ੍ਹਾ ਲਿਆ ਕੇ ਸਰੋਤਿਆਂ ਦਾ ਧਿਆਨ ਖਿੱਚਿਆ ਜਾ ਸਕਦਾ ਹੈ। ਇਮਾਨਦਾਰੀ ਨਾਲ ਸਰੋਤਿਆਂ ਦੀ ਥੋੜ੍ਹੀ ਜਿਹੀ ਪ੍ਰਸ਼ੰਸਾ ਕਰਕੇ ਉਹਨਾਂ ਦੇ ਹਿੱਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਪੂਰੀ ਰੁਚੀ ਨਾਲ ਸੁਣਦੇ ਹਨ। ਅੱਜ ਤੋਂ 15 ਕੁ ਸਾਲ ਪਹਿਲਾਂ ਮੈਨੂੰ ਇੱਕ ਨੈਟਵਰਕ ਕੰਪਨੀ ਦੀਆਂ ਮੀਟਿੰਗਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਮੈਂ ਦੇਖਿਆ ਕਿ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੇ ਮੁੱਖ ਵਕਤਾ ਕੋਲ ਇੱਕ ਚਿੱਠ ਪਹੁੰਚ ਜਾਂਦੀ ਸੀ, ਜਿਸ ਉੱਪਰ ਮੀਟਿੰਗ ਵਿੱਚ ਸ਼ਾਮਲ ਮੁਲਾਜ਼ਮਾਂ, ਕਿਸਾਨਾਂ ਜਾਂ ਵਪਾਰੀਆਂ ਦੀ ਗਿਣਤੀ ਬਾਰੇ ਲਿਖਿਆ ਹੁੰਦਾ ਸੀ। ਮੁੱਖ ਵਕਤਾ ਉਸ ਸਲਿੱਪ ਨੂੰ ਆਧਾਰ ਬਣਾ ਕੇ ਮੁਲਾਜ਼ਮਾਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਔਕੜਾਂ ਦਾ ਵਰਣਨ ਕਰਦੇ ਹੋਏ ਉਹਨਾਂ ਦੇ ਹਿੱਤ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਕੰਪਨੀ ਵਿੱਚ ਕੰਮ ਕਰਨ ਲਈ ਪ੍ਰੇਰਦਾ। ਅੱਜ ਅਨੇਕਾਂ ਅੰਤਰਰਾਸ਼ਟਰੀ ਨੈਟਵਰਕਿੰਗ ਕੰਪਨੀਆਂ ਸਿਰਫ ਚੰਗੇ ਬੁਲਾਰਿਆਂ ਦੀ ਬਦੌਲਤ ਕਰੋੜਾਂ ਰੁਪਏ ਦਾ ਵਪਾਰ ਕਰ ਰਹੀਆਂ ਹਨ। ਜੇ ਤੁਸੀਂ ਕਿਸੇ ਵੱਡੇ ਹਾਲ ਵਿੱਚ ਭਾਸ਼ਣ ਦੇ ਰਹੇ ਹੋ ਤਾਂ ਆਪਣੀ ਨਿਗਾਹ ਕਦੇ ਆਖਰੀ ਕਤਾਰ ਵਿੱਚ ਬੈਠੇ ਲੋਕਾਂ 'ਤੇ, ਕਦੇ ਵਿਚਕਾਰ ਤੇ ਕਦੇ ਮੂਹਰਲੀ ਕਤਾਰ ਵਿੱਚ ਬੈਠੇ ਲੋਕਾਂ 'ਤੇ ਘੁਮਾਓ। ਕਿਸੇ ਇੱਕ ਵਿਅਕਤੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ 'ਤੇ ਤੁਹਾਡਾ ਧਿਆਨ ਭੰਗ ਹੋ ਸਕਦਾ ਹੈ। ਇਸ ਤੋਂ ਉਲਟ ਜੇ ਤੁਸੀਂ ਸਿਰਫ ਕੰਧਾਂ ਵੱਲ ਨਿਗਾਹ ਮਾਰ ਕੇ ਹੀ ਬੋਲੀ ਜਾ ਰਹੇ ਹੋ ਤਾਂ ਲੋਕ ਤੁਹਾਡੀਆਂ ਗੱਲਾਂ ਤੋਂ ਜਲਦੀ ਹੀ ਬੋਰ ਹੋ ਜਾਣਗੇ। ਸਰੋਤਿਆਂ ਦੇ ਪੱਧਰ ਦੀ ਸ਼ਬਦਾਵਲੀ ਵਰਤੋ ਤਾਂ ਕਿ ਉਹ ਤੁਹਾਡੀ ਗੱਲ ਸੌਖਿਆਂ ਹੀ ਸਮਝ ਜਾਣ। ਜਦੋਂ ਕੋਈ ਗੁਣਵਾਨ ਬੁਲਾਰਾ ਸਰੋਤਿਆਂ ਦੇ ਬੌਧਿਕ ਪੱਧਰ ਤੋਂ ਉੱਚੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਉਹ ਮੱਝਾਂ ਮੂਹਰੇ ਬੀਨ ਹੀ ਵਜਾ ਰਿਹਾ ਹੁੰਦਾ ਹੈ। ਜਿਵੇਂ ਬਾਸੇ ਸਮੋਸੇ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੇ, ਉਸੇ ਤਰ੍ਹਾਂ ਬਾਸੀ ਜਾਣਕਾਰੀ ਤੇ ਵਿਚਾਰ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੇ। ਇਸ ਲਈ ਚੰਗੇ ਬੁਲਾਰੇ ਲਈ ਆਪਣੀ ਜਾਣਕਾਰੀ ਨੂੰ ਤਰੋ-ਤਾਜ਼ਾ ਰੱਖਣ ਲਈ ਅਖਬਾਰ, ਰਸਾਲੇ, ਕਿਤਾਬਾਂ ਆਦਿ ਪੜ੍ਹਨਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਸਰੋਤਾ ਵਿਸ਼ੇ ਨਾਲ ਸੰਬੰਧਿਤ ਸਵਾਲ ਪੁੱਛਦਾ ਹੈ ਤਾਂ ਠਰ੍ਹੰਮੇ ਨਾਲ ਬੋਲਦੇ ਹੋਏ ਤਰਕ ਨਾਲ ਸੰਤੁਸ਼ਟੀਜਨਕ ਜਵਾਬ ਦੇਣਾ ਚਾਹੀਦਾ ਹੈ। ਆਪਣੇ ਅਤੇ ਦੂਜਿਆਂ ਦੇ ਸਮੇਂ ਦਾ ਧਿਆਨ ਰੱਖਦੇ ਹੋਏ ਆਪਣਾ ਭਾਸ਼ਣ ਮੁੱਖ ਵਿਸ਼ੇ 'ਤੇ ਕੇਂਦਰਿਤ ਰੱਖੋ। ਭਾਸ਼ਣ ਜ਼ਿਆਦਾ ਲੰਮਾ ਨਹੀਂ ਹੋਣਾ ਚਾਹੀਦਾ, ਕਿਉਂਕਿ 1 ਘੰਟੇ ਮਗਰੋਂ ਮਨੁੱਖ ਦੇ ਦਿਮਾਗ ਵਿੱਚੋਂ ਕੁਝ ਰਸਾਇਣ ਨਿਕਲਣ ਕਾਰਨ ਧਿਆਨ ਖੰਡਿਤ ਹੋਣ ਲੱਗਦਾ ਹੈ। ਇਸ ਲਈ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਪੀਰੀਅਡ
ਦਾ ਸਮਾਂ ਘੰਟੇ ਤੋਂ ਜ਼ਿਆਦਾ ਨਹੀਂ ਹੁੰਦਾ। ਭਾਸ਼ਣ ਦੇ ਅੰਤਲੇ ਭਾਗ ਵਿੱਚ ਪਹਿਲਾਂ ਬੋਲੀਆਂ ਮੁੱਖ ਗੱਲਾਂ ਨੂੰ ਕੁਝ ਮਿੰਟਾਂ ਵਿੱਚ ਦੁਹਰਾਓ ਤੇ ਕੋਈ ਸ਼ੇਅਰ ਸੁਣਾ ਕੇ ਸਰੋਤਿਆਂ 'ਤੇ ਚੰਗਾ ਪ੍ਰਭਾਵ ਛੱਡਿਆ ਜਾ ਸਕਦਾ ਹੈ। ਸਰੋਤਿਆਂ 'ਤੇ ਭਾਸ਼ਣ ਦੇ ਅੰਤਲੇ ਭਾਗ ਵਿੱਚ ਪ੍ਰਗਟ ਕੀਤੇ ਵਿਚਾਰਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਭਾਸ਼ਣ ਦੇ ਸ਼ੁਰੂਆਤ ਭਾਵੇਂ ਬਹੁਤ ਪ੍ਰਭਾਵਸ਼ਾਲੀ ਹੋਵੇ, ਪਰ ਜੇ ਅੰਤ ਵਿੱਚ ਬੁਲਾਰਾ ਇੱਕਦਮ ਆਪਣੀ ਗੱਲ ਖਤਮ ਕਰਕੇ ਮੰਚ ਤੋਂ ਪਰੇ ਹੋ ਜਾਂਦਾ ਹੈ ਤਾਂ ਸਰੋਤਿਆਂ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਕੋਈ ਰੌਚਕ ਫਿਲਮ ਦੇਖ ਰਹੇ ਹੋਣ ਤੇ ਅਚਾਨਕ ਬਿਜਲੀ ਚਲੀ ਜਾਵੇ। ਇਸ ਲਈ ਭਾਸ਼ਣ ਦੇ ਅੰਤਲੇ ਭਾਗ 'ਤੇ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇਕਰ ਭਾਸ਼ਣ ਦਾ ਅੰਤ ਤਾੜੀਆਂ ਦੀ ਗੂੰਜ ਵਿੱਚ ਹੋਵੇ ਤਾਂ ਸਮਝੋ ਸਰੋਤਿਆਂ ਉੱਪਰ ਬੁਲਾਰੇ ਦਾ ਜਾਦੂ ਚੱਲ ਚੁੱਕਿਆ ਹੈ। ਧੰਨਵਾਦ। ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਚਾਹੁੰਦੇ ਜੋ ਵਿਦੇਸ਼ ਚ ਪੜਨਾ, ਚਾਹੁੰਦੇ ਜੋ ਜਹਾਜ਼ ਚ ਚੜਨਾ, ਚਾਹੁੰਦੇ ਜੋ ਕੁਝ ਵੱਡਾ ਕਰਨਾ, ਉਹਨਾਂ ਦੀ ਉਮੀਦ ਹੈ ਜਾਗੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। 26 ਸਾਲਾਂ ਤੋਂ ਡਟਿਆ ਹੋਇਆ, ਨਾ ਵਿਦੇਸ਼ਾਂ 'ਚ ਖਟਿਆ ਹੋਇਆ, ਜਿੱਤਾਂ ਦਾ ਰਸ ਚਟਿਆ ਹੋਇਆ, ਟੀਚਰ ਜਿੱਥੇ ਸਟੇਟ ਅਵਾਰਡੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਪੂਰਾ ਤਜਰਬੇਕਾਰ ਸਟਾਫ, ਨੇਕ ਇਰਾਦੇ ਨੀਅਤ ਸਾਫ, ਕੰਮ ਦੇ ਨਾਲ ਕਰੇ ਇਨਸਾਫ, ਸੋਚ ਰੱਖੀ ਹੈ ਇਨਕਲਾਬੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਸੌਖੇ ਤਰੀਕੇ ਨਾਲ ਪੜਾਉਂਦੇ, ਰੱਟਾ ਬਿਲਕੁਲ ਨਹੀਂ ਲਵਾਉਂਦੇ, ਹਰ ਗੱਲ ਵਿੱਚ ਦਿਮਾਗ ਦੇ ਪਾਉਂਦੇ, ਕੋਈ ਬੱਚਾ ਵੀ ਰਹੇ ਨਾ ਫਾਡੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਲਿੰਗੂਆ ਫੋਨ ਦੀ ਵਰਤੋਂ ਕਰਦੇ, ਫੋਨੈਟਿਕ ਗ੍ਰਾਫਿਕਸ ਨਾਲ ਬੱਚੇ ਪੜ੍ਹਦੇ, ਫੀਸ ਦੇਣ ਤੋਂ ਵੀ ਨਾ ਡਰਦੇ, ਰੇਟ ਹੋਰਾਂ ਤੋਂ ਘੱਟ ਨੇ ਭਾਜੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਆਈਲੈਟਸ ਤੋਂ 8 ਬੈਂਡ ਦਵਾਉਂਦੇ, ਇੰਗਲਿਸ਼ ਫਰਾਟੇ ਧਾਰ ਸਿਖਾਉਂਦੇ, ਜ਼ਿੰਦਗੀ ਖੂਬਸੂਰਤ ਬਣਾਉਂਦੇ, ਪ੍ਰੋਫੈਸਰ ਸਾਡੇ ਮਨਜੀਤ ਤੇ ਆ ਗਈ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਚਾਹੁੰਦੇ ਜੋ ਵਿਦੇਸ਼ ਚ ਪੜਨਾ, ਚਾਹੁੰਦੇ ਜੋ ਜਹਾਜ਼ ਚ ਚੜਨਾ, ਚਾਹੁੰਦੇ ਜੋ ਕੁਝ ਵੱਡਾ ਕਰਨਾ, ਉਹਨਾਂ ਦੀ ਉਮੀਦ ਹੈ ਜਾਗੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। 26 ਸਾਲਾਂ ਤੋਂ ਡਟਿਆ ਹੋਇਆ, ਨਾ ਵਿਦੇਸ਼ਾਂ 'ਚ ਖਟਿਆ ਹੋਇਆ, ਜਿੱਤਾਂ ਦਾ ਰਸ ਚਟਿਆ ਹੋਇਆ, ਟੀਚਰ ਜਿੱਥੇ ਸਟੇਟ ਅਵਾਰਡੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਪੂਰਾ ਤਜਰਬੇਕਾਰ ਸਟਾਫ, ਨੇਕ ਇਰਾਦੇ ਨੀਅਤ ਸਾਫ, ਕੰਮ ਦੇ ਨਾਲ ਕਰੇ ਇਨਸਾਫ, ਸੋਚ ਰੱਖੀ ਹੈ ਇਨਕਲਾਬੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਸੌਖੇ ਤਰੀਕੇ ਨਾਲ ਪੜਾਉਂਦੇ, ਰੱਟਾ ਬਿਲਕੁਲ ਨਹੀਂ ਲਵਾਉਂਦੇ, ਹਰ ਗੱਲ ਵਿੱਚ ਦਿਮਾਗ ਦੇ ਪਾਉਂਦੇ, ਕੋਈ ਬੱਚਾ ਵੀ ਰਹੇ ਨਾ ਫਾਡੀ। ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ।
ਦੀ ਵਰਤੋਂ ਕਰਦੇ, ਫੋਨੈਟਿਕ ਗ੍ਰਾਫਿਕਸ ਨਾਲ ਬੱਚੇ ਪੜ੍ਹਦੇ, ਫੀਸ ਦੇਣ ਤੋਂ ਵੀ ਨਾ ਡਰਦੇ, ਰੇਟ ਹੋਰਾਂ ਤੋਂ ਘੱਟ ਨੇ ਭਾਜੀ, ਪਿਆਰਾ ਇੰਗਲਿਸ਼ ਕਾਲਜ ਤੇ ਆ ਗਈ, ਸਾਡਾ ਇੰਗਲਿਸ਼ ਕਾਲਜ ਤੇ ਆ ਗਈ। ਕੰਮ ਕਰਨ ਵਾਲੇ ਵਿਅਕਤੀ ਲਈ ਤਾਂ ਸਾਰਾ ਜੀਵਨ ਹੀ ਇੱਕ ਉਤਸਵ ਹੈ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਕਿਰਤ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਹੈ। ਕਿਹਾ ਜਾਂਦਾ ਹੈ ਕਿ ਜੇ ਤੁਸੀਂ 1 ਘੰਟੇ ਲਈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇੱਕ ਨੀਂਦ ਦੀ ਝਪਕੀ ਲਓ। ਜੇ ਤੁਸੀਂ 1 ਦਿਨ ਲਈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਬਾਹਰ ਪਿਕਨਿਕ 'ਤੇ ਜਾਓ। ਜੇ ਤੁਸੀਂ 1 ਹਫ਼ਤੇ ਲਈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਿਤੇ ਘੁੰਮ ਫਿਰ ਆਓ। ਜੇ ਤੁਸੀਂ 1 ਮਹੀਨਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਸ਼ਾਦੀ ਕਰ ਲਓ। ਜੇ ਤੁਸੀਂ 1 ਸਾਲ ਲਈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਬੜੀ ਜਾਇਦਾਦ ਦੇ ਵਾਰਿਸ ਬਣ ਜਾਓ। ਪਰ ਜੇ ਤੁਸੀਂ ਜ਼ਿੰਦਗੀ ਭਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਕੰਮ ਨਾਲ ਪਿਆਰ ਕਰਨਾ ਸਿੱਖੋ। ਕੰਮ ਕਰਨ ਵਾਲੇ ਵਿਅਕਤੀ ਲਈ ਤਾਂ ਸਾਰਾ ਜੀਵਨ ਹੀ ਇੱਕ ਉਤਸਵ ਹੈ। ਇਸ ਸਦੀ ਦਾ ਮੁੱਖ ਏਜੰਡਾ ਹੈ ਕਿ ਵੱਡਾ ਸੋਚੋ ਤੇ ਬਿਹਤਰ ਕਰੋ। ਕੰਮ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਹੈ। ਕੰਮ ਤੋਂ ਬਿਨਾਂ ਜ਼ਿੰਦਗੀ ਜਿਉਣ ਯੋਗ ਨਹੀਂ ਰਹਿੰਦੀ। ਕੰਮ ਕਰਨ ਵਾਲਾ ਇਨਸਾਨ ਹੀ ਕੁਝ ਸਿਰਜ ਸਕਦਾ ਹੈ। ਜ਼ਿੰਦਗੀ ਦੇ ਚਾਵਾਂ, ਰੀਝਾਂ, ਉਮੀਦਾਂ ਅਤੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਰੁਝੇਵੇਂ ਕੰਮਕਾਰ ਹਾਂ ਪੱਖੀ ਭੂਮਿਕਾ ਨਿਭਾਉਂਦੇ ਹਨ। ਜਿਹੜੇ ਦੇਸ਼ਾਂ ਵਿੱਚ ਕੰਮ ਨੂੰ ਪੂਜਾ ਸਮਝਿਆ ਜਾਂਦਾ ਹੈ ਉਹ ਮੁਲਕ ਹਮੇਸ਼ਾ ਹੀ ਦੂਜੇ ਮੁਲਕਾਂ ਤੋਂ ਅੱਗੇ ਰਹਿੰਦੇ ਹਨ। ਪੱਛਮੀ ਦੇਸ਼ਾਂ ਦੀ ਉਦਾਹਰਨ ਸਾਡੇ ਸਾਹਮਣੇ ਹੈ। ਜਿਵੇਂ ਛੋਟੇ ਕੈਨਵਸ 'ਤੇ ਵੱਡੀ ਤਸਵੀਰ ਬਣਾਉਣਾ ਸੰਭਵ ਨਹੀਂ, ਉਸੇ ਤਰ੍ਹਾਂ ਛੋਟੀ ਸੋਚ ਨਾਲ ਕੋਈ ਵੱਡਾ ਕੰਮ ਕਰਨਾ ਸੰਭਵ ਨਹੀਂ। ਵਕਤ ਅਤੇ ਸਮੁੰਦਰ ਦੀ ਜਵਾਰ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ। ਇਹ ਕਹਾਵਤ ਸਮੇਂ ਦੇ ਮਹੱਤਵ ਨੂੰ ਦਰਸਾਉਂਦੀ ਹੈ ਅਤੇ ਸਦੀਆਂ ਦੇ ਅਨੁਭਵ ਦੇ ਨਿਚੋੜ ਹੈ। ਵਿਹਲੇ ਰਹਿਣਾ ਤੇ ਸਮੇਂ ਦੀ ਕਦਰ ਨਾ ਕਰਨਾ ਆਪਣੇ ਆਪ ਵਿੱਚ ਹੀ ਇੱਕ ਭਿਆਨਕ ਰੋਗ ਹੈ। ਵਿਹਲੜ ਇਨਸਾਨ ਹਮੇਸ਼ਾ ਥੱਕਿਆ ਰਹਿੰਦਾ ਹੈ। ਉਹ ਆਪਣੀਆਂ ਸ਼ਕਤੀਆਂ ਨੂੰ ਪੂਰੀ ਤਰ੍ਹਾਂ ਜਗਾਉਣ ਲਈ ਕਦੇ ਯਤਨ ਹੀ ਨਹੀਂ ਕਰਦਾ। ਸਮਾਂ ਬੀਤਣ ਦੇ ਨਾਲ ਉਹ ਆਲਸ ਦੀਆਂ ਤੰਦਾਂ ਦੀ ਜਕੜ 'ਚ ਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਉਹ ਜਵਾਨੀ ਵਿੱਚ ਬੁਢਾਪੇ ਦੀਆਂ ਅਲਾਮਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਜਾਂਦਾ ਹੈ। ਜਿਹੜੇ ਸੁੱਤੇ ਰਹਿੰਦੇ ਹਨ ਉਹਨਾਂ ਦੀ ਕਿਸਮਤ ਵੀ ਸੌਂ ਜਾਂਦੀ ਹੈ। ਜ਼ਿੰਦਗੀ ਦਾ ਮਜ਼ਾ ਲੈਣ ਲਈ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰਹੋ। ਜ਼ਿੰਦਗੀ ਦੇ ਹਰ ਪੜਾਅ 'ਤੇ ਕਿਰਤ ਕਰਨਾ ਤੇ ਰੁੱਝੇ ਰਹਿਣਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਪ੍ਰਮਾਣ ਹੈ। ਅੱਜ ਹਰੇਕ ਨੌਜਵਾਨ ਦੀ ਇੱਕ ਹੀ ਇੱਛਾ ਹੈ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੂੰ ਸਰਕਾਰੀ ਨੌਕਰੀ ਮਿਲ ਜਾਵੇ। ਪਰ ਜਦੋਂ ਉਸ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਬੇਰੁਜ਼ਗਾਰ ਫੌਜ ਦਾ ਮੈਂਬਰ ਬਣਨ ਲਈ ਮਜਬੂਰ ਹੋ ਜਾਂਦਾ ਹੈ। ਸਰਕਾਰੀ ਨੌਕਰੀ ਉਸ ਨੂੰ ਮਿਲਦੀ ਨਹੀਂ ਤੇ ਹੱਥੀਂ ਕਿਰਤ ਕਰਨ ਨੂੰ ਉਹ ਤਿਆਰ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਨੌਕਰੀ ਪਿੱਛੇ ਦੌੜਨ ਦੀ ਬਜਾਏ ਉਹ ਕਿਸੇ ਮਨਚਾਹੇ ਕੰਮ ਵਿੱਚ ਲੀਨ ਹੋ ਜਾਣ। ਥੋੜ੍ਹੇ ਸਮੇਂ ਬਾਅਦ ਹੀ ਉਹਨਾਂ ਨੂੰ ਕਿਰਤ ਦੀ ਮਿੱਠੀ ਖੁਸ਼ਬੂ ਅਤੇ ਨੇਕ ਕਮਾਈ 'ਚੋਂ ਪੈਦਾ ਹੋਈ ਰੁੱਖੀ ਸੁੱਕੀ ਰੋਟੀ ਵਿੱਚੋਂ ਵੀ ਅੰਮ੍ਰਿਤ ਘੁੱਟਾਂ ਦਾ ਮਜ਼ਾ ਆਵੇਗਾ। ਵਿਹਲੜ ਧਰਤੀ 'ਤੇ ਬੋਝ ਹੈ। ਵਿਹਲੜ ਦਾ ਤਾਂ ਚਿਹਰਾ ਵੀ ਉਸ ਦੀ ਮਾਂ ਨੂੰ ਦੇਖਣਾ ਚੰਗਾ ਨਹੀਂ ਲੱਗਦਾ, ਜੋ ਉਸ ਨੂੰ ਦੁੱਧ ਮੱਖਣਾ ਨਾਲ ਪਾਲਦੀ ਹੈ। ਉਹ ਵੀ ਚਾਹੁੰਦੀ ਹੈ ਕਿ ਉਸ ਦਾ ਪੁੱਤ ਕਿਸੇ ਆਹਰ ਲੱਗ ਕੇ ਸਮਾਜ ਵਿੱਚ ਆਪਣੀ ਪਹਿਚਾਣ ਬਣਾਵੇ। ਜ਼ਿਆਦਾਤਰ ਲੋਕ ਪੈਸਾ ਕਮਾਉਣ ਦੇ ਲਈ ਕੰਮ ਕਰਦੇ ਹਨ ਤਾਂ ਕਿ ਉਹ ਰੋਜ਼ਮਰਰਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਭਾਵੇਂ ਕਿਹਾ ਜਾਂਦਾ ਹੈ ਕਿ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਪੈਸੇ ਤੋਂ ਬਿਨਾਂ ਕੋਈ ਖਾਸ ਚੀਜ਼ ਵੀ ਨਹੀਂ ਖਰੀਦੀ ਜਾ ਸਕਦੀ। ਇਸ ਲਈ ਮੌਜੂਦਾ ਦੌਰ ਵਿੱਚ ਹਰੇਕ ਬੰਦੇ ਲਈ ਕੰਮ ਕਰਨਾ ਜ਼ਰੂਰੀ ਹੋ ਗਿਆ ਹੈ। ਤੁਸੀਂ ਜਾਦੂ ਦੀ ਛੜੀ ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਨਹੀਂ ਬਦਲ ਸਕਦੇ। ਸਾਡੇ ਸਮਾਜ ਵਿੱਚ 2 ਤਰ੍ਹਾਂ ਦੇ ਵਰਗ ਹਨ ਜੋ ਦੁੱਖਾਂ ਤੋਂ ਪ੍ਰਭਾਵਿਤ ਹਨ। ਇੱਕ ਵਰਗ ਕੋਲ ਕੁਝ ਨਹੀਂ ਹੈ,
ਇੱਥੋਂ ਤੱਕ ਕਿ ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਉਹ ਦੁਖੀ ਹੈ। ਦੂਜਾ ਵਰਗ ਉਹ ਹੈ ਜਿਸ ਕੋਲ ਸਭ ਕੁਝ ਹੈ, ਪਰ ਕੰਮ ਨਾ ਕਰਨ ਕਾਰਨ ਅਕੇਵਾਂ ਉਹਨਾਂ ਦੇ ਦੁੱਖਾਂ ਦਾ ਕਾਰਨ ਬਣ ਗਿਆ ਹੈ। ਉਹਨਾਂ ਨੂੰ ਆਪਣਾ ਜੀਵਨ ਬੇਰਸਾ, ਬੇਰੰਗਾ ਅਤੇ ਬੋਝਲ ਲੱਗਦਾ ਹੈ। ਜ਼ਿੰਦਗੀ ਦਾ ਅਸਲ ਸੁੱਖ ਕੰਮ ਵਿੱਚ ਮਸ਼ਰੂਫ ਰਹਿਣ ਵਾਲੇ ਹੀ ਮਾਣਦੇ ਹਨ। ਕੰਮ ਦੀ ਥਕਾਵਟ ਕਾਰਨ ਉਹ ਨੀਂਦ ਦਾ ਭਰਪੂਰ ਆਨੰਦ ਲੈਂਦੇ ਹਨ। ਨੀਂਦ ਲਿਆਉਣ ਲਈ ਉਹਨਾਂ ਨੂੰ ਕੋਈ ਗੋਲੀ ਨਹੀਂ ਖਾਣੀ ਪੈਂਦੀ। ਮੰਜ਼ਿਲ 'ਤੇ ਉਹੀ ਪਹੁੰਚਦੇ ਹਨ ਜਿਹੜੇ ਸਵੇਰੇ ਰਵਾਨਾ ਹੁੰਦੇ ਹਨ। ਤੈਰਨਾ ਉਹੀ ਸਿੱਖਦੇ ਹਨ ਜੋ ਡੁੱਬਣ ਦੇ ਡਰ ਤੋਂ ਮੁਕਤ ਹੋ ਕੇ ਪਾਣੀ ਵਿੱਚ ਕੁੱਦ ਪੈਂਦੇ ਹਨ। ਮਹਾਨ ਵਿਅਕਤੀ ਜ਼ਿੰਦਗੀ 'ਚ ਉਦੇਸ਼ ਰੱਖਦੇ ਹਨ ਤੇ ਕੰਮ ਨੂੰ ਆਪਣਾ ਧਰਮ ਸਮਝਦੇ ਹਨ, ਜਦੋਂ ਕਿ ਸਧਾਰਨ ਵਿਅਕਤੀ ਦੇ ਜੀਵਨ 'ਚ ਸਿਰਫ ਇੱਛਾਵਾਂ ਹੀ ਹੁੰਦੀਆਂ ਹਨ। ਮੈਂ ਇੱਕ ਗੱਲ ਹੋਰ ਨੋਟ ਕੀਤੀ ਹੈ ਕਿ ਕਈ ਨੌਜਵਾਨ ਆਪਣੇ ਮੋਟਰਸਾਈਕਲਾਂ, ਜੀਪਾਂ ਤੇ ਕਾਰਾਂ ਪਿੱਛੇ ਆਪਣੇ ਬਾਪੂ ਦਾ ਰੁਤਬਾ, ਜਿਵੇਂ ਸਰਪੰਚ, ਜੈਲਦਾਰ, ਲੰਬੜਦਾਰ ਜਾਂ ਜਾਤੀ, ਕੋਈ ਗੋਤ ਆਦਿ ਲਿਖਾ ਕੇ ਲੋਕਾਂ 'ਚ ਟੌਹਰ ਦਿਖਾਉਣ ਦਾ ਯਤਨ ਕਰਦੇ ਹਨ। ਸਮਾਜ 'ਚ ਮਾਨਤਾ ਪ੍ਰਾਪਤ ਕਰਨ ਲਈ ਇਹ ਇੱਕ ਤਰਲਾ ਹੀ ਹੁੰਦਾ ਹੈ। ਅਜਿਹੇ ਨੌਜਵਾਨ ਇਹ ਗੱਲ ਭੁੱਲ ਜਾਂਦੇ ਹਨ ਕਿ ਮੰਗਵੇਂ ਪਰਾਂ ਨਾਲ ਲੰਮੀ ਉਡਾਣ ਨਹੀਂ ਭਰੀ ਜਾ ਸਕਦੀ। ਹੋ ਸਕਦਾ ਹੈ ਕਿ ਕੁਝ ਸਮੇਂ ਲਈ ਤੁਸੀਂ ਲੋਕਾਂ ਦਾ ਧਿਆਨ ਖਿੱਚਣ ਵਿੱਚ ਸਫਲ ਹੋ ਜਾਵੋ, ਪਰ ਲੰਮੇ ਸਮੇਂ ਲਈ ਲੋਕਾਂ ਦੇ ਦਿਲ ਵਿੱਚ ਵੜਨ ਲਈ ਤੇ ਲੋਕਾਂ ਤੋਂ ਸਤਿਕਾਰ ਲੈਣ ਲਈ ਤੁਸੀਂ ਤਾਂ ਹੀ ਸਫਲ ਹੋ ਸਕੋਗੇ ਜੇ ਆਪ ਮਿਹਨਤ ਕਰਕੇ ਨੇਕ ਕੰਮ ਕਰੋਗੇ। ਹੁਣ ਤੁਹਾਡਾ ਦੌਰ ਹੈ। ਸਮਾਜ ਤੁਹਾਡੇ ਕੰਮ ਦੇਖੇਗਾ, ਨਾ ਕਿ ਤੁਹਾਡੇ ਬਾਪੂ ਦੇ। ਜੇ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਆਪਣੇ ਮਨ ਦੀ ਕੋਠੜੀ ਦੇ ਦਰਵਾਜ਼ੇ ਹਮੇਸ਼ਾ ਉਸਾਰੂ ਅਤੇ ਸਕਾਰਾਤਮਕ ਵਿਚਾਰਾਂ ਵਾਸਤੇ ਖੁੱਲ੍ਹੇ ਰੱਖ ਕੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਕੰਮ ਕਰਦੇ ਰਹੋ। ਜਿਹੜਾ ਵਿਅਕਤੀ ਕੰਮ ਨਹੀਂ ਕਰਦਾ, ਉਸ ਦੀ ਸ਼ਿਕਾਇਤਾਂ ਅਤੇ ਗਿਲਿਆਂ ਸਿਕਵਿਆਂ ਦੀ ਲਿਸਟ ਲੰਮੀ ਹੋ ਜਾਂਦੀ ਹੈ। ਕੰਮ ਵਿੱਚ ਮਸ਼ਰੂਫ ਰਹਿਣ ਵਾਲਾ ਵਿਅਕਤੀ ਬੇਲੋੜੀ ਭਟਕਣਾ ਅਤੇ ਬੇਚੈਨੀ ਤੋਂ ਬਚ ਜਾਂਦਾ ਹੈ। ਕਾਰਜਸ਼ੀਲ ਰਹਿਣ ਕਰਕੇ ਛੋਟੀਆਂ ਚੀਜ਼ਾਂ ਵੱਲ ਉਸ ਦਾ ਧਿਆਨ ਹੀ ਨਹੀਂ ਜਾਂਦਾ। ਅਜਿਹਾ ਵਿਅਕਤੀ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕੰਮ ਨੂੰ ਹੀ ਪੂਜਾ ਸਮਝਦਾ ਹੈ ਤੇ ਸਿਰ ਸੁੱਟ ਕੇ ਕੰਮ ਕਰਦਾ ਹੈ। ਬੇਲੋੜੀਆਂ ਗੱਲਾਂ ਜਾਂ ਚੀਜ਼ਾਂ ਉਸ ਦਾ ਧਿਆਨ ਭੰਗ ਨਹੀਂ ਕਰ ਸਕਦੀਆਂ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸੁੱਤੇ ਲੋਕਾਂ ਲਈ ਕਲਯੁਗ ਰਹਿੰਦਾ ਹੈ। ਉਵਾਸੀਆਂ ਲੈਂਦੇ ਸਮੇਂ ਦੁਆਪਰ, ਉੱਠਦੇ ਸਮੇਂ ਤ੍ਰੇਤਾ ਤੇ ਕੰਮ ਕਰਦੇ ਸਮੇਂ ਸਤਯੁਗ ਹੁੰਦਾ ਹੈ। ਜਿਨ ਖੋਜਾ ਤਿਨ ਪਾਇਆ, ਗਹਿਰੇ ਪਾਣੀ ਬੈਠ, ਮੈਂ ਬਪੂਰਾ ਬੁੱਢਣ ਡਰਾ, ਰਹਾ ਕਿਨਾਰੇ ਬੈਠ। ਗੁਰਬਾਣੀ ਦਾ ਉਪਰੋਕਤ ਸ਼ਲੋਕ ਵੀ ਕਰਮ ਦੀ ਪ੍ਰੋੜਤਾ ਕਰਦਾ ਹੈ। ਜਿਹੜਾ ਵਿਅਕਤੀ ਅਸਫਲ ਹੋਣ ਕਾਰਨ ਕੰਮ ਸ਼ੁਰੂ ਹੀ ਨਹੀਂ ਕਰਦਾ, ਉਹ ਜ਼ਿੰਦਗੀ 'ਚ ਕੁਝ ਮਾਣਯੋਗ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਵੀ ਤੁਸੀਂ ਕਿਸੇ ਕੰਮ ਨੂੰ ਦ੍ਰਿੜ ਇਰਾਦੇ ਨਾਲ ਸ਼ੁਰੂ ਕਰੋਗੇ ਤਾਂ ਪਹਿਲਾਂ ਨਜ਼ਰ ਆਉਣ ਵਾਲੀਆਂ ਮੁਸ਼ਕਿਲਾਂ ਇੱਕ ਇੱਕ ਕਰਕੇ ਅਲੋਪ ਹੋ ਜਾਣਗੀਆਂ ਤੇ ਤੁਹਾਡੇ ਨਿਰੰਤਰ ਯਤਨਾਂ ਸਦਕਾ ਸਫਲਤਾ ਤੁਹਾਡੀ ਝੋਲੀ ਵਿੱਚ ਹੋਵੇਗੀ। ਆਮ ਇਨਸਾਨ ਤੋਂ ਮਹਾਨ ਸ਼ਖਸੀਅਤ ਬਣਨ ਲਈ ਰਾਤਾਂ ਦੀ ਨੀਂਦ ਤਿਆਗ ਕੇ ਕੰਮ ਕਰਨਾ ਪੈਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਪੜ੍ਹੇ ਲਿਖੇ ਲੋਕ ਜ਼ਿਆਦਾ ਸੋਚ ਵਿਚਾਰ ਕਰਦੇ ਹਨ, ਜਦੋਂ ਕਿ ਉਹਨਾਂ ਦੇ ਮੁਕਾਬਲੇ ਘੱਟ ਪੜ੍ਹੇ ਲਿਖੇ ਲੋਕ ਕੰਮ ਕਰਨ 'ਚ ਜ਼ਿਆਦਾ ਭਰੋਸਾ ਕਰਦੇ ਹਨ। ਸ਼ਾਇਦ ਇਸੇ ਕਰਕੇ ਹੀ ਕਰੋੜਪਤੀਆਂ ਦੀ ਸੂਚੀ ਵਿੱਚ ਤੁਸੀਂ ਦੇਖੋਗੇ ਕਿ ਬਹੁ ਗਿਣਤੀ ਘੱਟ ਪੜ੍ਹਿਆਂ ਲਿਖਿਆਂ ਦੀ ਹੀ ਹੈ। ਇਸ ਲਈ ਕੰਮ ਹੀ ਪੂਜਾ ਵਾਲਾ ਸਿਧਾਂਤ ਅਪਣਾ ਕੇ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਦਸ਼ਾ ਸੁਧਾਰ ਸਕਦੇ ਹੋ। ਜੇ ਤੁਸੀਂ ਆਪਣੀ ਸੋਚ ਨੂੰ ਅਮਲੀ ਜਾਮਾ ਨਹੀਂ ਪਹਿਨਾਓਗੇ ਤਾਂ ਸੋਚਣ ਦਾ ਕੋਈ ਫਾਇਦਾ ਨਹੀਂ। ਕੁਝ ਸਾਲ ਪਹਿਲਾਂ ਧਾਰਮਿਕ ਮਹੱਤਤਾ ਵਾਲੀ ਬੇਈ ਨਦੀ ਦੀ ਸਫਾਈ ਬਾਰੇ ਇੱਕ ਸੈਮੀਨਾਰ ਰੱਖਿਆ, ਜਿਸ ਵਿੱਚ ਵੱਡੇ ਵੱਡੇ ਵਿਦਵਾਨਾਂ ਨੇ ਭਾਗ ਲਿਆ ਤੇ ਆਪੋ ਆਪਣੇ ਵਿਚਾਰ ਰੱਖੇ। ਲੰਮਾ ਸਮਾਂ ਵਿਚਾਰ ਚਰਚਾ ਤੋਂ ਬਾਅਦ ਵੀ ਨਦੀ ਦੀ ਸਫਾਈ ਬਾਰੇ ਕੋਈ ਠੋਸ ਹੱਲ ਨਾ ਨਿਕਲਿਆ। ਪਰ ਜਦੋਂ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪ ਜਾ ਕੇ ਕਹੀ ਨਾਲ ਪਹਿਲਾ ਟੱਕ ਲਾਇਆ, ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਉਹਨਾਂ ਨਾਲ ਲੱਗ ਗਏ ਤੇ ਥੋੜ੍ਹੇ ਦਿਨਾਂ ਵਿੱਚ ਹੀ ਅਸੰਭਵ ਜਾਪ ਦਾ ਕੰਮ ਸੰਭਵ ਕਰ ਦਿਖਾਇਆ। ਸ਼ੁਭ ਸਮਾਂ ਸ਼ੁਰੂ ਹੋਣ ਨਾਲ ਕੰਮ ਸ਼ੁਭ ਨਹੀਂ ਹੁੰਦਾ,
ਸਗੋਂ ਕੰਮ ਸ਼ੁਰੂ ਹੋਣ ਨਾਲ ਸਮਾਂ ਸ਼ੁਭ ਹੋ ਜਾਂਦਾ ਹੈ। ਇਸ ਲਈ ਕਦੇ ਵੀ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੋਈ ਖਾਸ ਦਿਨ ਜਾਂ ਖਾਸ ਲਗਨ ਦੀ ਉਡੀਕ ਕਰਕੇ ਆਪਣਾ ਅਮੁੱਲ ਸਮਾਂ ਵਿਅਰਥ ਨਾ ਗਵਾਓ। ਬਸ ਕੰਮ ਸ਼ੁਰੂ ਕਰ ਦਿਓ। ਕਿਸਮਤ ਵਿੱਚ ਯਕੀਨ ਰੱਖਣ ਵਾਲੇ ਮਨੁੱਖ ਸ਼ੁਭ ਸਮੇਂ ਦੀ ਹੀ ਉਡੀਕ ਕਰਦਾ ਰਹਿੰਦਾ ਹੈ, ਜਦੋਂ ਕਿ ਕੰਮ ਨੂੰ ਪਿਆਰ ਕਰਨ ਵਾਲੇ ਬੰਦੇ ਲਈ ਤਾਂ ਹਰ ਪਲ ਹੀ ਸ਼ੁਭ ਹੁੰਦਾ ਹੈ। ਉਹ ਮੌਕੇ ਦੀ ਤਲਾਸ਼ ਨਹੀਂ ਕਰਦਾ, ਸਗੋਂ ਮੌਕੇ ਪੈਦਾ ਕਰਦਾ ਹੈ। ਜਿਹੜਾ ਵਿਅਕਤੀ ਸੋਚਦਾ ਜ਼ਿਆਦਾ ਹੈ ਤੇ ਕੰਮ ਕਰਦਾ ਨਹੀਂ, ਉਸ ਨੂੰ ਹਰੇਕ ਬੰਦੇ ਅਤੇ ਚੀਜ਼ ਵਿੱਚ ਘਾਟਾਂ ਹੀ ਨਜ਼ਰ ਆਉਣਗੀਆਂ। ਅੰਤ ਉਹ ਵਹਿਮ ਦੀ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ। ਜਦੋਂ ਅਮਰੀਕਾ ਲੱਭਣ ਦੀ ਖੁਸ਼ੀ ਵਿੱਚ ਕੋਲੰਬਸ ਦਾ ਸਨਮਾਨ ਕਰਨ ਲਈ ਇੱਕ ਵਿਸ਼ਾਲ ਪਾਰਟੀ ਰੱਖੀ ਗਈ, ਇਸ ਦੌਰਾਨ ਕੁਝ ਆਲੋਚਕ ਇਹ ਕਹਿ ਰਹੇ ਸੀ ਕਿ ਇਹ ਕਿਹੜੀ ਵੱਡੀ ਗੱਲ ਹੈ। ਕੋਲੰਬਸ ਨੇ ਸਮੁੰਦਰੀ ਤੱਟ ਤੋਂ ਸਫ਼ਰ ਸ਼ੁਰੂ ਕੀਤਾ ਤੇ ਲਗਾਤਾਰ ਚੱਲਦਾ ਰਿਹਾ। ਆਖਿਰ ਉਸਨੇ ਕਿਸੇ ਕਿਨਾਰੇ ਤਾਂ ਪਹੁੰਚਣਾ ਹੀ ਸੀ। ਜਦੋਂ ਇਹ ਗੱਲ ਕੋਲੰਬਸ ਦੇ ਕੰਨੀ ਪਈ ਤਾਂ ਉਸਨੇ ਇੱਕ ਹੱਥ ਵਿੱਚ ਅੰਡਾ ਫੜ ਕੇ ਸਾਰੇ ਮਹਿਮਾਨਾਂ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਕਿਹਾ, ਕੀ ਤੁਹਾਡੇ ਵਿੱਚੋਂ ਕੋਈ ਵੀ ਇਸ ਅੰਡੇ ਨੂੰ ਲੰਬਕਾਰ ਦਿਸ਼ਾ ਵਿੱਚ ਖੜਾ ਕਰ ਸਕਦਾ ਹੈ? ਇਹ ਸੁਣ ਕੇ ਕੁਝ ਵਿਅਕਤੀਆਂ ਨੇ ਅੰਡੇ ਨੂੰ ਲੰਬਕਾਰ ਦਿਸ਼ਾ ਵਿੱਚ ਖਿਡਾਉਣ ਦੇ ਯਤਨ ਵੀ ਕੀਤੇ, ਪਰ ਕੋਈ ਸਫਲ ਨਾ ਹੋਇਆ। ਆਖਿਰ ਕੋਲੰਬਸ ਨੇ ਅੰਡਾ ਚੁੱਕ ਕੇ ਉਸ ਦਾ ਇੱਕ ਪਾਸਾ ਟਕਰਾ ਕੇ ਤੋੜ ਦਿੱਤਾ ਤੇ ਅੰਡੇ ਨੂੰ ਮੇਜ਼ ਉੱਪਰ ਸਿੱਧੀ ਤਰ੍ਹਾਂ ਖੜਾ ਕਰ ਦਿੱਤਾ। ਇਸ ਉਪਰੰਤ ਉਹਨਾਂ ਨੇ ਲੋਕਾਂ ਨੂੰ ਇੱਕ ਬਹੁਮੁੱਲਾ ਸੰਦੇਸ਼ ਦਿੱਤਾ ਕਿ ਜਦੋਂ ਕੋਈ ਕੰਮ ਪਹਿਲਾਂ ਨਾ ਹੋਇਆ ਹੋਵੇ ਤਾਂ ਉਹ ਮੁਸ਼ਕਿਲ ਜਾਂ ਅਸੰਭਵ ਜਾਪਦਾ ਹੈ, ਪਰ ਜਦੋਂ ਉਹੀ ਕੰਮ ਫਤਿਹ ਹੋ ਜਾਂਦਾ ਹੈ ਤਾਂ ਸੁਖਾਲਾ ਅਤੇ ਸੰਭਵ ਪ੍ਰਤੀਤ ਹੋਣ ਲੱਗਦਾ ਹੈ। ਇਸ ਲਈ ਸਾਰੇ ਸ਼ੰਕੇ ਛੱਡ ਕੇ ਹੁਣੇ ਹੀ ਕੰਮ ਸ਼ੁਰੂ ਕਰ ਦਿਓ। मंजिल मिल ही जाएगी, भटक कर ही सही, गुमराह तो वो हैं जो घर से निकले ही नहीं। ਧੰਨ। ਲਗਨ ਜ਼ਿੰਦਗੀ ਦੀ ਪਤਝੜ ਨੂੰ ਬਹਾਰਾਂ ਵਿੱਚ ਬਦਲ ਦਿੰਦੀ ਹੈ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ। ਜਿਸ ਵਿਅਕਤੀ ਵਿੱਚ ਲਗਨ ਨਾਲ ਕੰਮ ਕਰਨ ਦਾ ਗੁਣ ਨਹੀਂ, ਉਹ ਹਰ ਤਰ੍ਹਾਂ ਨਾਲ ਨਿਰਬਲ ਹੈ। ਇਹ ਨਿਰਬਲਤਾ ਹੀ ਅਸਫਲਤਾ ਦਾ ਕਾਰਨ ਬਣਦੀ ਹੈ। ਲਗਨ, ਦ੍ਰਿੜ ਇਰਾਦਾ ਅਤੇ ਸਖਤ ਮਿਹਨਤ ਕਾਮਯਾਬੀ ਦੀ ਬੁਨਿਆਦ ਹਨ। ਸੰਸਾਰ ਵਿੱਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ, ਉਹਨਾਂ ਦੇ ਜੀਵਨ ਵਿੱਚ ਇਹਨਾਂ ਤਿੰਨਾਂ ਗੁਣਾਂ ਦਾ ਵੱਡਾ ਯੋਗਦਾਨ ਹੈ। ਕਿਸਾਨ ਦਾ ਖੇਤ ਦੀ ਵਹਾਈ ਤੋਂ ਫਸਲ ਦੀ ਕਟਾਈ ਤੱਕ ਹੌਸਲਾ ਤੇ ਲਗਨ ਉਸ ਨੂੰ ਸਹਿਜਤਾ, ਸਹਿਣਸ਼ੀਲਤਾ ਅਤੇ ਪਰਉਪਕਾਰ ਵਰਗੇ ਦੇਵੀ ਗੁਣਾਂ ਨਾਲ ਭਰਪੂਰ ਕਰਦਾ ਹੈ। ਕੁਦਰਤੀ ਆਫਤਾਂ ਜਿਵੇਂ ਮੀਂਹ, ਝੱਖੜ ਅਤੇ ਸੋਕਿਆਂ ਤੋਂ ਫਸਲਾਂ ਦੀ ਬਰਬਾਦੀ ਨੂੰ ਉਹ ਬਿਨਾਂ ਡੋਲਿਆਂ ਆਪਣੇ ਤਨ ਮਨ 'ਤੇ ਹੰਢਾਉਂਦਾ ਹੈ, ਪਰ ਹੌਸਲਾ ਨਹੀਂ ਛੱਡਦਾ। ਆਪਣੇ ਕੰਮ ਵਿੱਚ ਮਗਨ ਰਹਿਣ ਵਾਲੇ ਹਾਲਾਤ ਨਾਲ ਸਮਝੌਤਾ ਨਹੀਂ ਕਰਦੇ, ਸਗੋਂ ਆਪਣੀ ਦ੍ਰਿੜਤਾ ਨਾਲ ਹਾਲਾਤ ਨੂੰ ਹੀ ਬਦਲਣ ਲਈ ਮਜਬੂਰ ਕਰ ਦਿੰਦੇ ਹਨ। ਵਿਸ਼ਵ ਪ੍ਰਸਿੱਧ ਫੋਰਡ ਕੰਪਨੀ ਦੇ ਮਾਲਕ ਹੈਨਰੀ ਫੋਰਡ ਨੇ ਸਫਲ ਹੋਣ ਤੋਂ ਪਹਿਲਾਂ 5 ਵੱਖ-ਵੱਖ ਖੇਤਰਾਂ ਵਿੱਚ ਕਾਰੋਬਾਰ ਸ਼ੁਰੂ ਕੀਤਾ, ਪਰ ਉਹ ਬੁਰੀ ਤਰ੍ਹਾਂ ਫੇਲ ਹੋਏ। ਇਸ ਸਥਿਤੀ ਵਿੱਚ ਜੇਕਰ ਕੋਈ ਹੋਰ ਹੁੰਦਾ ਤਾਂ ਕਰਜ਼ ਦੇ ਬੋਝ ਕਾਰਨ ਮਾਨਸਿਕ ਤੌਰ 'ਤੇ ਹੀ ਪਰੇਸ਼ਾਨ ਹੋ ਜਾਂਦਾ, ਪਰ ਹੈਨਰੀ ਫੋਰਡ ਨੇ ਹਿੰਮਤ ਨਹੀਂ ਹਾਰੀ, ਸਗੋਂ ਲਗਨ ਨਾਲ ਕੰਮ ਕਰਦੇ ਹੋਏ ਅੱਗੇ ਵਧਦੇ ਰਹੇ। ਅੱਜ ਉਹ ਦੁਨੀਆ ਦੇ ਅਮੀਰ ਵਿਅਕਤੀਆਂ ਵਿੱਚੋਂ ਇੱਕ ਹਨ। ਅਲਬਰਟ ਆਇਨਸਟਾਈਨ 4 ਸਾਲ ਦੀ ਉਮਰ ਤੱਕ ਕੁਝ ਬੋਲ ਨਹੀਂ ਸਕਦਾ ਸੀ ਤੇ 7 ਸਾਲ ਦੀ ਉਮਰ ਤੱਕ ਉਸ ਨੂੰ ਕੁਝ ਲਿਖਣ ਵਿੱਚ ਔਖ ਆਉਂਦੀ ਸੀ, ਜਿਸ ਕਰਕੇ ਲੋਕ ਉਸ ਨੂੰ ਦਿਮਾਗੀ ਤੌਰ 'ਤੇ ਕਮਜ਼ੋਰ ਬੱਚਾ ਸਮਝਦੇ ਸਨ। ਪਰ ਬਾਅਦ ਵਿੱਚ ਆਇਨਸਟਾਈਨ ਆਪਣੀ ਲਗਨ ਸਦਕਾ ਦੁਨੀਆ ਦਾ ਸਭ ਤੋਂ ਮਹਾਨ ਵਿਗਿਆਨੀ ਬਣਿਆ। ਲਗਨ ਨਾਲ ਕੀਤੇ ਕੰਮ ਸਦਕਾ ਤੁਸੀਂ ਅਸਫਲਤਾ ਨੂੰ ਸਫਲਤਾ ਵਿੱਚ ਬਦਲ ਸਕਦੇ ਹੋ। ਜੇਕਰ ਡਿੱਗ ਵੀ ਪਵੋ ਤਾਂ ਮੁੜ ਧੂੜ ਝਾੜ ਕੇ ਖੜੇ ਹੋ ਜਾਓ। ਅਸੀਂ ਉਦੋਂ ਨਹੀਂ ਹਾਰਦੇ ਜਦੋਂ ਹਾਰ ਜਾਂਦੇ ਹਾਂ, ਹਾਰਦੇ ਤਾਂ ਉਦੋਂ ਹਾਂ ਜਦੋਂ ਆਪਣੇ ਮਨ ਵੀ ਹਾਰ ਸਵੀਕਾਰ ਕਰ ਲੈਂਦੇ ਹਾਂ। ਮੈਂ ਹਰ ਹਾਲਾਤ ਜਿੱਤਾਂਗਾ, ਇਹ ਵਿਸ਼ਵਾਸ ਲੈ ਕੇ ਚੱਲੋ। ਮੰਜ਼ਿਲ ਖੁਦ ਬ ਖੁਦ ਤੁਹਾਡੇ ਪੈਰ ਚੁੰਮੇਗੀ। ਕੰਮ ਸ਼ੁਰੂ ਕਰ ਦਿਓ।
ਕਦੇ ਵੀ ਜੋਖਮ ਲੈਣ ਤੋਂ ਨਾ ਡਰੋ। ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਜੋਖਮ ਉਠਾਉਣਾ ਪੈਂਦਾ ਹੈ। ਜੇਕਰ ਤੁਸੀਂ ਉੱਦਮ ਨਹੀਂ ਕਰੋਗੇ ਤਾਂ ਤੁਹਾਡੇ ਅੰਦਰ ਬੈਠਾ ਡਰ ਹੌਲੀ-ਹੌਲੀ ਤੁਹਾਡੀਆਂ ਸ਼ਕਤੀਆਂ ਨੂੰ ਖਾਣ ਲੱਗਦਾ ਹੈ। ਸ਼ੁਰੂ ਵਿੱਚ ਜੇਕਰ ਤੁਹਾਨੂੰ ਅਸਫਲਤਾ ਵੀ ਮਿਲਦੀ ਹੈ ਤਾਂ ਇਹ ਨਾ ਸੋਚੋ ਕਿ ਅੰਤਿਮ ਹੈ। ਜੇ ਜ਼ਿੰਦਗੀ ਵਿੱਚ ਅੰਤਿਮ ਕੁਝ ਵੀ ਨਹੀਂ ਹੁੰਦਾ। ਹੌਸਲਾ ਬੁਲੰਦ ਰੱਖੋ। ਹਰ ਰੋਜ਼ ਨਵਾਂ ਹੌਸਲਾ ਪੈਦਾ ਕਰੋ ਅਤੇ ਨਵੇਂ ਹੌਸਲੇ ਨਾਲ ਆਪਣੇ ਕੰਮ ਵਿੱਚ ਜੁਟ ਜਾਓ। ਜੇਕਰ ਵਿਅਕਤੀ ਲਗਨ ਅਤੇ ਸੰਜਮ ਨਾਲ ਆਪਣੇ ਕੰਮ ਨੂੰ ਪੂਰਾ ਕਰਦਾ ਜਾਵੇ ਤਾਂ ਉਹ ਪਹਾੜ ਨੂੰ ਵੀ ਹਿਲਾ ਸਕਦਾ ਹੈ। ਦਸਰਤ ਮਾਝੀ ਦੀ ਪਹਾੜ ਚੀਰਨ ਦੀ ਅਦਭੁਤ ਪ੍ਰਾਪਤੀ ਸਾਡੇ ਸਾਹਮਣੇ ਹੈ। ਬਿਹਾਰ ਦੇ ਗਇਆ ਜ਼ਿਲ੍ਹੇ ਵਿੱਚ ਗਹਿਲੋਰ ਪਿੰਡ ਦੇ ਦਸਰਤ ਮਾਝੀ ਨੇ 1967 ਵਿੱਚ ਪਹਾੜ ਕੱਟਣ ਦਾ ਕੰਮ ਸ਼ੁਰੂ ਕੀਤਾ। ਜਦੋਂ ਉਸ ਦੀ ਪਤਨੀ ਦੇ ਸੱਟ ਲੱਗਣ ਕਾਰਨ ਮਾਝੀ ਨੂੰ ਉਸ ਨੂੰ ਹਸਪਤਾਲ ਪਹੁੰਚਾਉਣ ਲਈ ਪਹਾੜ ਦੇ ਆਲੇ ਦੁਆਲੇ ਕਈ ਕਿਲੋਮੀਟਰ ਸਫ਼ਰ ਤੈਅ ਕਰਨਾ ਪਿਆ ਸੀ। ਇਸ ਘਟਨਾ ਨੇ ਉਸ ਦੇ ਮਨ ਉੱਤੇ ਡੂੰਘੀ ਛਾਪ ਛੱਡੀ ਤੇ ਉਸਨੇ ਪਹਾੜ ਨਾਲ ਮੱਥਾ ਲਾ ਲਿਆ। ਉਹ ਹਰ ਰੋਜ਼ ਸੈਣੀ ਅਤੇ ਹਥੌੜੇ ਨਾਲ ਪਹਾੜ ਕੱਟਦਾ। ਰਾਤ ਦਿਨ ਧੁੱਪ ਅਤੇ ਹਨੇਰੀ ਦੀ ਪਰਵਾਹ ਕੀਤੇ ਬਗੈਰ ਉਹ ਆਪਣੇ ਕੰਮ ਵਿੱਚ ਜੁਟਿਆ ਰਿਹਾ। ਉਸ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਉਸ ਨੂੰ ਪਾਗਲ ਵੀ ਕਹਿ ਦਿੰਦੇ ਸਨ। ਇੱਥੋਂ ਤੱਕ ਕਿ ਸ਼ੁਰੂ ਵਿੱਚ ਤਾਂ ਪਰਿਵਾਰ ਵਾਲੇ ਵੀ ਉਸ ਨੂੰ ਇਹ ਕੰਮ ਕਰਨ ਤੋਂ ਰੋਕਦੇ। ਪਰ ਮਾਝੀ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਕੰਮ ਵਿੱਚ ਮਗਨ ਰਹੇ ਤੇ ਆਪਣੇ ਦਮ ਤੇ ਪਹਾੜ ਚੀਰ ਕੇ 360 ਫੁੱਟ ਲੰਮਾ ਤੇ 30 ਫੁੱਟ ਚੌੜਾ ਰਸਤਾ ਬਣਾ ਦਿੱਤਾ, ਜਿਸ ਦੀ ਬਦੌਲਤ ਗਇਆ ਜ਼ਿਲ੍ਹੇ ਦੇ ਅਤਰੀ ਅਤੇ ਵਜ਼ੀਰਗੰਜ ਬਲਾਕ ਵਿਚਕਾਰ ਦਾ ਫਾਸਲਾ 80 ਕਿਲੋਮੀਟਰ ਤੋਂ ਘੱਟ ਕੇ ਸਿਰਫ 3 ਕਿਲੋਮੀਟਰ ਹੀ ਰਹਿ ਗਿਆ। ਇਸ ਮਹਾਨ ਕਾਰਜ ਨੂੰ ਉਸਨੇ 1988 ਵਿੱਚ ਕਰ ਦਿਖਾਇਆ। ਇਹ ਦਸਰਤ ਮਾਝੀ ਦੀ ਮਿਹਨਤ ਅਤੇ ਲਗਨ ਦਾ ਹੀ ਕਮਾਲ ਹੈ ਕਿ ਉਸਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਉਹਨਾਂ ਦਾ ਅਦਭੁਤ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਕੁਝ ਕਰਨ ਦੀ ਪ੍ਰੇਰਨਾ ਦਿੰਦਾ ਰਹੇਗਾ। ਮੰਜ਼ਿਲ ਤਾਂ ਹੀ ਕਦਮਾਂ ਵੱਲ ਆਉਂਦੀ ਹੈ ਜੇ ਮਨ ਵਿੱਚ ਲਗਨ ਅਤੇ ਬੁਲੰਦੀ ਛੂਹਣ ਦਾ ਜਜ਼ਬਾ ਹੋਵੇ, ਉੜਦੇ ਵਾਜਾਂ ਮਗਰ ਜਾਣ ਦਾ ਹੌਸਲਾ ਤੇ ਮੁਸ਼ਕਿਲਾਂ ਨਾਲ ਨਿਪਟਣ ਦੀ ਸਮਰੱਥਾ ਹੋਵੇ। ਅਜਿਹੇ ਅਹਿਸਾਸ ਅਤੇ ਤਜਰਬਿਆਂ ਨਾਲ ਮਾਲਾਮਾਲ ਹੋਣ ਤੇ ਤੁਹਾਡੀ ਜਿੱਤ ਨੂੰ ਕੋਈ ਵੀ ਨਹੀਂ ਟਾਲ ਸਕਦਾ। ਧੰਨਵਾਦ। ਸੁਪਨੇ ਜ਼ਿੰਦਗੀ ਜਿਉਣ ਦਾ ਮਕਸਦ ਉਲੀਕਦੇ ਹਨ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਸੁਪਨੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਫਲ ਵਿਅਕਤੀ ਸੁਪਨਿਆਂ ਦੇ ਵਣਜਾਰੇ ਹੁੰਦੇ ਹਨ। ਉਹਨਾਂ ਨੂੰ ਸੁਪਨੇ ਦੇਖਣ ਦੀ ਜਾਂਚ ਵੀ ਹੁੰਦੀ ਹੈ ਤੇ ਉਹ ਜੋ ਵੀ ਸੁਪਨਾ ਦੇਖਦੇ ਹਨ ਉਸ ਨੂੰ ਸਿਰੜ ਤੇ ਸਿਦਕ ਨਾਲ ਪੂਰਾ ਕਰਦੇ ਹਨ। ਇਸ ਲਈ ਸੁਪਨੇ ਜ਼ਰੂਰ ਦੇਖੋ। ਸੁਪਨੇ ਸ਼ੇਖ-ਚਿੱਲੀ ਦੇ ਵੀ ਹੁੰਦੇ ਹਨ ਜੋ ਵਿਵਹਾਰਿਕ ਨਾ ਹੋਣ ਕਾਰਨ ਨਿਰਾਸ਼ਾ ਹੀ ਦਿੰਦੇ ਹਨ। ਅਜਿਹੇ ਸੁਪਨੇ ਦੇਖੋ ਜੋ ਤੁਹਾਨੂੰ ਦਿਨ ਵੇਲੇ ਵੀ ਸੌਣ ਨਾ ਦੇਣ। ਜੁਝਾਰੂ ਕਵੀ ਅਵਤਾਰ ਪਾਸ਼ ਦੀਆਂ ਕੁਝ ਸਤਰਾਂ ਹਨ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦਾ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸੁਪਨੇ ਸਾਨੂੰ ਜ਼ਿੰਦਗੀ ਜਿਉਣ ਦਾ ਮਕਸਦ ਦਿੰਦੇ ਹਨ ਤੇ ਜ਼ਿੰਦਗੀ ਦੇ ਸਫ਼ਰ ਵਿੱਚ ਸਾਨੂੰ ਥੱਕਣ ਨਹੀਂ ਦਿੰਦੇ। ਸੁਪਨੇ ਦੇਖਣ ਵਾਲੇ ਵਿਅਕਤੀ ਦੀਆਂ ਗੱਲਾਂ ਵਿੱਚ ਰੌਚਕਤਾ ਆ ਜਾਂਦੀ ਹੈ। ਆਮ ਜ਼ਿੰਦਗੀ ਵਿੱਚ ਵੀ ਉਹ ਵਧੇਰੇ ਉਤਸ਼ਾਹ ਅਤੇ ਜ਼ਿੰਦਾ ਦਿਲੀ ਨਾਲ ਵਿਚਰਦਾ ਹੈ। ਸੁਪਨੇ ਦੀ ਗੋਦ ਵਿੱਚ ਭਵਿੱਖ ਦੀ ਸੱਚਾਈ ਹੁੰਦੀ ਹੈ। ਕਿਸੇ ਸਮੇਂ ਮਨੁੱਖ ਨੇ ਪੰਛੀਆਂ ਵਾਂਗ ਉੱਡਣ ਦਾ ਸੁਪਨਾ ਵੇਖਿਆ ਸੀ। ਹਵਾਈ ਜਹਾਜ਼ ਦੀ ਖੋਜ ਮਗਰੋਂ ਅਸੀਂ ਪੰਛੀਆਂ ਨਾਲੋਂ ਵੀ ਕਿਤੇ ਤੇਜ਼ ਉੱਡਣ ਵਿੱਚ ਸਫਲ ਹੋ ਚੁੱਕੇ ਹਾਂ। ਹੁਣ ਮਨੁੱਖ ਚੰਦ 'ਤੇ ਕਲੋਨੀਆਂ ਬਣਾਉਣ ਬਾਰੇ ਸੋਚ ਰਿਹਾ ਹੈ ਤੇ ਮੰਗਲ ਗ੍ਰਹਿ 'ਤੇ ਸੰਭਾਵਿਤ ਮਨੁੱਖੀ ਸੱਭਿਅਤਾ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਹ ਵੀ ਸਮਾਂ ਦੂਰ ਨਹੀਂ ਜਦੋਂ ਇਹ ਸਭ ਕੁਝ ਵਿਵਹਾਰਿਕ ਰੂਪ ਵਿੱਚ ਸਾਡੇ ਸਾਹਮਣੇ ਹੋਵੇਗਾ। ਜਿਹੜੇ ਵਿਅਕਤੀ ਦਾ ਕੋਈ ਸੁਪਨਾ ਨਹੀਂ ਹੁੰਦਾ ਉਹ ਹਮੇਸ਼ਾ ਬੁਝਿਆ ਜਿਹਾ ਰਹਿੰਦਾ ਹੈ। ਉਹ ਜੋ ਵੀ ਕੰਮ ਕਰਦਾ ਹੈ
ਥੱਕ ਹਾਰ ਕੇ ਵਿਚਾਲੇ ਹੀ ਛੱਡ ਦਿੰਦਾ ਹੈ। ਉਹ ਜੋ ਵੀ ਕੰਮ ਕਰਦਾ ਹੈ ਨਤੀਜਾ ਜ਼ੀਰੋ ਹੀ ਨਿਕਲਦਾ ਹੈ। ਅੰਤ ਉਹ ਜਵਾਨੀ ਵਿੱਚ ਹੀ ਬੁਢਾਪਾ ਹੰਢਾਉਣ ਲੱਗ ਜਾਂਦਾ ਹੈ। ਇਸ ਤੋਂ ਉਲਟ ਜੋ ਵਿਅਕਤੀ ਵੱਡੇ ਸੁਪਨੇ ਦੇਖਦਾ ਹੈ ਤੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਦਾ ਹੈ, ਉਸ ਨੂੰ ਦੌੜ ਭੱਜ ਵਿੱਚੋਂ ਵੀ ਆਨੰਦ ਦਾ ਨਸ਼ਾ ਮਿਲਣ ਲੱਗਦਾ ਹੈ। ਸੁਪਨੇ ਦੇਖਣਾ ਤੇ ਉਹਨਾਂ ਨੂੰ ਪੂਰਾ ਕਰਨ ਲਈ ਤਤਪਰ ਰਹਿਣਾ ਹੀ ਸਫਲਤਾ ਦਾ ਰਹੱਸ ਹੈ। ਸੁਪਨੇ ਯੋਗਤਾ ਅਤੇ ਸੱਚਾਈ ਦੇ ਆਸ-ਪਾਸ ਹੀ ਹੋਣੇ ਚਾਹੀਦੇ ਹਨ। ਸੁਪਨੇ ਇੰਨੇ ਵੱਡੇ ਵੀ ਨਾ ਹੋਣ ਕਿ ਤੁਸੀਂ ਉਹਨਾਂ ਨੂੰ ਪੂਰਾ ਹੀ ਨਾ ਕਰ ਸਕੋ ਤੇ ਇੰਨੇ ਛੋਟੇ ਵੀ ਨਾ ਹੋਣ ਕਿ ਤੁਹਾਡਾ ਵਿਕਾਸ ਹੀ ਨਾ ਹੋ ਸਕੇ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੁਪਨੇ ਇੱਕਦਮ ਸਾਕਾਰ ਨਹੀਂ ਹੁੰਦੇ। ਉਹਨੂੰ ਪੂਰਾ ਕਰਨ ਲਈ ਇੱਕ ਕਰਕੇ ਕਦਮ ਪੁੱਟਣੇ ਪੈਂਦੇ ਹਨ। ਮੈਡਮ ਕਿਊਰੀ ਨੇ ਰੇਡੀਅਮ ਦੀ ਭਾਲ ਵਿੱਚ 14 ਸਾਲ ਖਰਚ ਕੀਤੇ ਸਨ। ਸਫਲ ਅਤੇ ਖੇੜੇ ਭਰਪੂਰ ਜ਼ਿੰਦਗੀ ਬਤੀਤ ਕਰਨ ਲਈ ਉਸਾਰੂ ਸੁਪਨੇ ਜ਼ਰੂਰ ਦੇਖੋ ਤੇ ਫਿਰ ਇੱਕਚਿੱਤ ਹੋ ਕੇ ਆਪਣੇ ਮਿਸ਼ਨ 'ਤੇ ਧਿਆਨ ਕੇਂਦਰਿਤ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੁਟ ਜਾਓ। ਸੁਪਨਿਆਂ ਨੂੰ ਪੂਰਾ ਕਰਨ ਲਈ ਕਾਰਜਸ਼ੀਲ ਰਹਿਣ ਵਾਲੇ ਸਿੱਦਕੀ ਤੇ ਸਿਰੜੀ ਇਨਸਾਨ ਹੀ ਸਮੇਂ ਦੀ ਹਿੱਕ 'ਤੇ ਪੈੜਾਂ ਪਾਉਂਦੇ ਹਨ ਤੇ ਅਜਿਹੇ ਇਨਸਾਨ ਹੀ ਨਰੋਏ ਅਤੇ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਕਰਦੇ ਹਨ। ਆਪਣੀ ਜ਼ਿੰਦਗੀ ਵਿੱਚ ਜੋ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਉਸ ਨੂੰ ਇੱਕ ਕਾਗਜ਼ ਉੱਪਰ ਲਿਖ ਕੇ ਆਪਣੇ ਪੜ੍ਹਨ ਵਾਲੇ ਮੇਜ਼ ਸਾਹਮਣੇ ਕੰਧ 'ਤੇ ਚਿਪਕਾ ਦਿਓ। ਇਸ ਉੱਪਰ ਹਰ ਸਮੇਂ ਨਜ਼ਰ ਪੈਂਦੀ ਰਹਿਣ ਕਾਰਨ ਤੁਹਾਡਾ ਅਚੇਤ ਮਨ ਤੁਹਾਨੂੰ ਸਹੀ ਦਿਸ਼ਾ ਵੱਲ ਕੰਮ ਕਰਨ ਲਈ ਲਗਾਤਾਰ ਹੁੱਜ ਮਾਰਦਾ ਰਹੇਗਾ ਤੇ ਤੁਸੀਂ ਭਟਕਣਾ ਤੋਂ ਬਚ ਕੇ ਸਹੀ ਰਸਤੇ 'ਤੇ ਅੱਗੇ ਵਧਦੇ ਰਹੋਗੇ। ਇਹ ਨੁਕਤਾ ਕਾਫੀ ਕਾਰਗਰ ਹੋਣ ਕਰਕੇ ਮਹਾਨਗਰਾਂ ਵਿੱਚ ਪ੍ਰਸ਼ਾਸਨਿਕ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਾਲੇ ਕੋਚਿੰਗ ਕੇਂਦਰ ਵਿਦਿਆਰਥੀਆਂ ਨੂੰ ਇਹ ਵਿਧੀ ਅਪਣਾਉਣ ਦਾ ਸੁਝਾਅ ਦਿੰਦੇ ਹਨ। ਮੈਂ ਅਜਿਹੇ 2 ਨੌਜਵਾਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਯੂਨੀਵਰਸਿਟੀ ਪੱਧਰ ਤੱਕ ਚੰਗੇ ਅੰਕਾਂ ਨਾਲ ਵਿੱਦਿਆ ਪ੍ਰਾਪਤ ਕੀਤੀ ਹੈ, ਜਿਨ੍ਹਾਂ 'ਚੋਂ ਇੱਕ ਕਲਰਕ ਦੇ ਤੌਰ 'ਤੇ ਕੰਮ ਕਰ ਰਿਹਾ ਹੈ ਤੇ ਦੂਜਾ ਪ੍ਰੋਫੈਸਰ ਦੇ ਤੌਰ 'ਤੇ ਅਧਿਆਪਨ ਕਾਰਜ ਨੂੰ ਸਮਰਪਿਤ ਹੋ ਕੇ ਅੰਤਰਰਾਸ਼ਟਰੀ ਪੱਧਰ 'ਤੇ ਵਿਚਰ ਰਿਹਾ ਹੈ। ਦੋਵਾਂ ਦੀ ਯੋਗਤਾ ਬਰਾਬਰ ਹੋਣ ਕਾਰਨ ਵੀ ਉਹਨਾਂ ਦੀ ਆਰਥਿਕਤਾ ਤੇ ਪ੍ਰਸਿੱਧੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਸੁਪਨੇ ਦਾ ਹੀ ਕਮਾਲ ਹੈ ਕਿ ਇੱਕ ਬੰਦਾ ਅੱਜ ਸਾਈਕਲ ਤੱਕ ਹੀ ਸੀਮਿਤ ਰਹਿ ਗਿਆ, ਜਦੋਂ ਕਿ ਦੂਰ ਦ੍ਰਿਸ਼ਟੀ ਵਾਲਾ ਉਸਦਾ ਦੋਸਤ ਹਵਾਈ ਜਹਾਜ਼ ਰਾਹੀਂ ਯਾਤਰਾਵਾਂ ਕਰ ਰਿਹਾ ਹੈ। ਸੁਪਨੇ ਦੇਖਣ 'ਤੇ ਕੋਈ ਚੁੰਗੀ ਨਹੀਂ ਲੱਗਦੀ। ਜਦੋਂ ਤੁਸੀਂ ਸੁਪਨਾ ਦੇਖੋਗੇ ਤਾਂ ਤੁਹਾਡਾ ਅਚੇਤ ਮਨ ਤੁਹਾਨੂੰ ਕੁਝ ਕਰਨ ਲਈ ਪ੍ਰੇਰਦਾ ਰਹੇਗਾ। ਇਸ ਲਈ ਸੁਪਨੇ ਦੇਖਣ ਦੀ ਆਦਤ ਪਾਓ ਤੇ ਉਹਨਾਂ ਦੇ ਪੂਰੇ ਹੋਣ ਤੱਕ ਉਹਨਾਂ ਦਾ ਪਿੱਛਾ ਕਰਦੇ ਰਹੋ। ਸੁਪਨੇ ਲੈਣੇ ਕੋਈ ਬੁਰੀ ਗੱਲ ਨਹੀਂ, ਪਰ ਅਜਿਹੇ ਸੁਪਨੇ ਲੈਣੇ ਚਾਹੀਦੇ ਹਨ ਜੋ ਅਸਲ ਜ਼ਿੰਦਗੀ ਵਿੱਚ ਹਕੀਕਤ ਵਿੱਚ ਬਦਲਣ ਦੇ ਯੋਗ ਹੋਣ। ਜਾਗਦੀਆਂ ਅੱਖਾਂ ਨਾਲ ਦੇਖੇ ਸੁਪਨੇ ਅਕਸਰ ਸਾਕਾਰ ਹੁੰਦੇ ਹਨ। ਸੁਪਨੇ ਸਾਕਾਰ ਕਰਨ ਲਈ ਆਤਮ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਦਾ ਹੋਣਾ ਜ਼ਰੂਰੀ ਹੈ। ਧੰਨਵਾਦ। ਆਲੋਚਨਾ ਨੂੰ ਆਪਣੀ ਊਰਜਾ ਬਣਾਓ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਜਿਹੜਾ ਵਿਅਕਤੀ ਰੂੜੀਵਾਦੀ ਵਿਚਾਰਧਾਰਾ ਦੀਆਂ ਲੀਹਾਂ 'ਤੇ ਹੀ ਤੁਰਦਾ ਹੈ, ਉਸ ਦੀ ਆਲੋਚਨਾ ਸੰਭਵ ਨਹੀਂ। ਨਵੇਂ ਕੰਮ ਕਰਨ ਵਾਲਿਆਂ ਦੀ ਹੀ ਆਲੋਚਨਾ ਹੁੰਦੀ ਹੈ। ਸਮਾਜ ਨਵੀਂ ਚੀਜ਼ ਦਾ ਹੀ ਵਿਰੋਧ ਕਰਦਾ ਹੈ ਕਿਉਂਕਿ ਨਵੇਂ ਵਿਚਾਰ ਜਾਂ ਨਵੀਆਂ ਚੀਜ਼ਾਂ ਨੂੰ ਅਪਣਾਉਣ ਵਿੱਚ ਪਹਿਲਾਂ ਕਠਿਨਾਈ ਆਉਂਦੀ ਹੈ, ਪਰ ਸਮਾਂ ਬੀਤਣ ਨਾਲ ਇਹ ਵਿਚਾਰ ਜਾਂ ਚੀਜ਼ਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੇ ਹਨ। ਜਿਵੇਂ ਕੰਪਿਊਟਰ ਦੀ ਵਰਤੋਂ ਦੀ ਪਹਿਲਾਂ ਜ਼ੋਰਦਾਰ ਆਲੋਚਨਾ ਹੋਈ ਸੀ। ਆਲੋਚਕਾਂ ਦਾ ਮੰਨਣਾ ਸੀ ਕਿ ਕੰਪਿਊਟਰ ਦੀ ਆਮਦ ਨਾਲ ਬੇਰੁਜ਼ਗਾਰੀ ਵਧੇਗੀ, ਪਰ ਇਹ ਧਾਰਨਾ ਗਲਤ ਸਾਬਿਤ ਹੋਈ। ਅੱਜ ਹਰ ਕੰਮ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਆਲੋਚਨਾ ਤੇ ਵਿਕਾਸ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ। ਜੇਕਰ ਲੋਕ ਤੁਹਾਡੇ ਕੰਮ ਦੀ ਆਲੋਚਨਾ ਕਰ ਰਹੇ ਹਨ ਤਾਂ ਸਪਸ਼ਟ ਹੈ ਕਿ ਉਹ ਤੁਹਾਡੇ ਕੰਮ ਦਾ ਨੋਟਿਸ ਲੈ ਰਹੇ ਹਨ, ਭਾਵ ਕਿ ਤੁਸੀਂ ਧਿਆਨ ਖਿੱਚਣ ਵਾਲਾ ਕੰਮ ਕਰ ਰਹੇ ਹੋ।
ਆਲੋਚਨਾ ਸਾਨੂੰ ਰਾਹ ਤੋਂ ਭਟਕਣ ਨਹੀਂ ਦਿੰਦੀ, ਇੱਥੋਂ ਤੱਕ ਕਿ ਇੱਕ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਅਤੇ ਸੁਚਾਰੂ ਰੱਖਣ ਲਈ ਵਿਰੋਧੀ ਧਿਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਕੇ ਹੀ ਸਰਕਾਰ ਨੂੰ ਸੇਧ ਦਿੰਦੀ ਹੈ। ਅਸਲੀ ਸ਼ਬਦਾਂ ਵਿੱਚ ਆਲੋਚਕ ਤੁਹਾਡੇ ਦੁਸ਼ਮਣ ਨਹੀਂ, ਛੁਪੇ ਹੋਏ ਦੋਸਤ ਹੁੰਦੇ ਹਨ, ਜੋ ਲਗਾਤਾਰ ਤੁਹਾਡੀਆਂ ਕਮੀਆਂ ਦੱਸ ਕੇ ਤੁਹਾਨੂੰ ਸੁਧਾਰ ਕਰਨ ਦਾ ਮੌਕਾ ਦਿੰਦੇ ਹਨ। ਨਿੰਦਾ ਕਰਨ ਵਾਲੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਸਗੋਂ ਆਪਣੀਆਂ ਕੋਸ਼ਿਸ਼ਾਂ ਤੇ ਯਤਨਾਂ 'ਚ ਰੂਹ ਭਰਨੀ ਚਾਹੀਦੀ ਹੈ। ਬਿਨਾਂ ਰੂਹ ਤੋਂ ਤਾਂ ਕੋਸ਼ਿਸ਼ ਵੀ ਬੇਜਾਨ ਹੋਵੇਗੀ। ਇੱਕ ਵਾਰ ਸ਼ੇਖ ਚਿਲੀ ਆਪਣੀ ਮਰੀਅਲ ਜਿਹੀ ਘੋੜੀ 'ਤੇ ਸਵਾਰ ਹੋ ਕੇ ਆਪਣੇ ਸਹੁਰਿਆਂ ਤੋਂ ਘਰ ਪਰਤ ਰਹੇ ਸਨ। ਘੋੜੀ ਦੇ ਪਿੱਛੇ ਪਿੱਛੇ ਉਹਨਾਂ ਦੀ ਬੇਗਮ ਚੱਲ ਰਹੀ ਸੀ। ਕੁਝ ਕੁ ਦੂਰ ਚੱਲ ਕੇ ਉਹਨਾਂ ਨੂੰ ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿੱਤੀ। ਕਿਹੋ ਜਿਹਾ ਮੂਰਖ ਆਦਮੀ ਹੈ, ਔਰਤ ਤਾਂ ਪੈਦਲ ਚੱਲ ਰਹੀ ਹੈ ਤੇ ਮਰਦ ਖੁਦ ਮਜ਼ੇ ਨਾਲ ਘੋੜੀ 'ਤੇ ਚੜ੍ਹ ਕੇ ਜਾ ਰਿਹਾ ਹੈ। ਸ਼ੇਖ ਚਿਲੀ ਨੇ ਇਹ ਸੁਣ ਕੇ ਕਿਹਾ, ਬੇਗਮ ਮੈਂ ਉੱਤਰ ਜਾਂਦਾ ਹਾਂ, ਤੁਸੀਂ ਬੈਠ ਜਾਓ। ਬੇਗਮ ਸਾਹਿਬਾ ਪੈਦਲ ਤੁਰ ਕੇ ਥੱਕ ਗਈ ਸੀ, ਇਸ ਲਈ ਉਹ ਝੱਟ ਘੋੜੀ 'ਤੇ ਬੈਠ ਗਈ। ਹੁਣ ਸ਼ੇਖ ਚਿਲੀ ਪੈਦਲ ਜਾ ਰਹੇ ਸਨ। ਥੋੜ੍ਹੀ ਦੂਰ ਜਾ ਕੇ ਉਹਨਾਂ ਨੂੰ ਦੂਰ ਤੋਂ ਪਾਣੀ ਭਰ ਰਹੀਆਂ ਕੁਝ ਔਰਤਾਂ ਮਿਲੀਆਂ। ਸ਼ੇਖ ਚਿਲੀ ਵੱਲ ਵੇਖ ਕੇ ਉਹ ਬੋਲੀਆਂ, ਕਿਹੋ ਜਿਹੀ ਮੂਰਖ ਜੋੜੀ ਹੈ, ਮਰਦ ਤਾਂ ਆਪ ਪੈਦਲ ਚੱਲ ਰਿਹਾ ਹੈ ਪਰ ਔਰਤ ਨੂੰ ਘੋੜੇ 'ਤੇ ਬਿਠਾਇਆ ਹੋਇਆ ਹੈ। ਇਸ ਔਰਤ ਨੂੰ ਵੀ ਤਾਂ ਸ਼ਰਮ ਚਾਹੀਦੀ ਹੈ। ਇਹ ਸੁਣ ਕੇ ਸ਼ੇਖ ਚਿਲੀ ਖੁਦ ਘੋੜੀ 'ਤੇ ਚੜ੍ਹ ਗਏ। ਹੁਣ ਕਮਜ਼ੋਰ ਜਿਹੀ ਘੋੜੀ ਮੀਆਂ ਬੀਬੀ ਦੇ ਭਾਰ ਨਾਲ ਕੁੱਬੀ ਹੁੰਦੀ ਜਾ ਰਹੀ ਸੀ। ਉਸਦੀ ਤੋਰ ਵੀ ਮੱਠੀ ਪੈ ਰਹੀ ਸੀ। ਸ਼ੇਖ ਚਿਲੀ ਹੁਣ ਘੋੜੀ ਨੂੰ ਚਾਬੁਕ ਨਾਲ ਹੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਗੇ ਜਾ ਕੇ ਉਹਨਾਂ ਨੂੰ ਕੁਝ ਮੁਸਾਫਿਰ ਮਿਲੇ। ਉਹਨਾਂ ਨੇ ਸ਼ੇਖ ਚਿਲੀ ਨੂੰ ਕਿਹਾ, ਕੈਸਾ ਆਦਮੀ ਹੈ, ਬੇਜੁਆਨ ਜਾਨਵਰ ਨੂੰ ਚਾਬੁਕ ਮਾਰ ਕੇ ਤਸੀਹੇ ਦੇ ਰਿਹਾ ਹੈ, ਇਸ ਨੂੰ ਸ਼ਰਮ ਨਹੀਂ ਆਉਂਦੀ। ਇਹ ਸੁਣ ਕੇ ਆਪਣੀ ਬੇਗਮ ਨੂੰ ਕਿਹਾ, ਬੇਗਮ ਹੇਠਾਂ ਉਤਰ ਜਾ। ਇਹ ਦੁਨੀਆ ਵਾਲੇ ਬੜੇ ਮੂਰਖ ਨੇ, ਕਿਸੇ ਹਾਲ 'ਚ ਵੀ ਜਿਉਣ ਨਹੀਂ ਦਿੰਦੇ। ਹੁਣ ਉਹ ਦੋਵੇਂ ਘੋੜੀ ਦੇ ਨਾਲ ਨਾਲ ਨਦੀ ਦੇ ਪੁਲ ਉੱਤੇ ਪੈਦਲ ਹੀ ਚੱਲ ਰਹੇ ਸਨ। ਥੋੜ੍ਹੀ ਦੂਰ 'ਤੇ ਉਹਨਾਂ ਨੂੰ ਟਹਿਲ ਰਹੇ ਕੁਝ ਆਦਮੀ ਮਿਲੇ। ਉਹ ਕਹਿਣ ਲੱਗੇ, ਕਿੰਨੇ ਮੂਰਖ ਬੰਦੇ ਹਨ, ਘੋੜੀ ਕੋਲ ਹੁੰਦੇ ਹੋਏ ਵੀ ਪੈਦਲ ਜਾ ਰਹੇ ਹਨ। ਇਹ ਸੁਣਦਿਆਂ ਹੀ ਸ਼ੇਖ ਜੀ ਭੜਕ ਪਏ ਤੇ ਘੋੜੀ ਨੂੰ ਹੇਠਾਂ ਸੁੱਟ ਕੇ ਉਸਦੇ ਪੈਰ ਬੰਨ੍ਹ ਦਿੱਤੇ ਤੇ ਖੁਦ ਘੋੜੀ ਨੂੰ ਚੁੱਕ ਕੇ ਚੱਲ ਪਏ। ਰਸਤੇ ਵਿੱਚ ਕੁਝ ਲੋਕ ਉਹਨਾਂ 'ਤੇ ਤਾੜੀਆਂ ਵਜਾ ਕੇ ਹੱਸਦੇ ਹੋਏ ਕਹਿਣ ਲੱਗੇ, ਮੂਰਖ ਹੈ, ਮਹਾ ਮੂਰਖ ਹੈ। ਸ਼ੇਖ ਜੀ ਨੂੰ ਗੁੱਸਾ ਚੜ੍ਹ ਗਿਆ। ਉਹਨਾਂ ਨੇ ਘੋੜੀ ਨੂੰ ਨਦੀ ਵਿੱਚ ਸੁੱਟ ਦਿੱਤਾ ਤੇ ਮੂੰਹ ਲਟਕਾ ਕੇ ਘਰ ਆ ਗਏ। ਘਰ ਵਾਲਿਆਂ ਨੇ ਜਦੋਂ ਪੁੱਛਿਆ ਕਿ ਉਹਨਾਂ ਨੇ ਘੋੜੀ ਨੂੰ ਨਦੀ ਵਿੱਚ ਕਿਉਂ ਸੁੱਟ ਦਿੱਤਾ ਤਾਂ ਸ਼ੇਖ ਚਿਲੀ ਨੇ ਕਿਹਾ, ਦੁਨੀਆ ਵਾਲੇ ਟਿਕਣੀ ਨਹੀਂ ਸੀ ਦਿੰਦੇ, ਹਰ ਗੱਲ 'ਤੇ ਨੁਕਤਾਚੀਨੀ ਕਰਦੇ ਸਨ। ਹੁਣ ਘੋੜੀ ਨਹੀਂ ਹੋਵੇਗੀ ਤਾਂ ਨੁਕਤਾਚੀਨੀ ਤੋਂ ਵੀ ਨਿਜਾਤ ਮਿਲ ਜਾਵੇਗੀ। ਡਾਇਨਾਮਾਈਟ ਦੀ ਖੋਜ ਕਰਨ ਵਾਲੇ ਵਿਗਿਆਨੀ ਐਲਫਰੈਡ ਨੋਬੇਲ ਨੂੰ ਵੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਦੇ ਰਾਜਨੀਤੀਵਾਨਾਂ ਨੇ ਅਤੇ ਉਦਯੋਗਪਤੀਆਂ ਨੇ ਸਮਾਚਾਰ ਪੱਤਰਾਂ ਦੀ ਸਹਾਇਤਾ ਲੈ ਕੇ ਐਲਫਰੈਡ ਨੋਬੇਲ ਦੀਆਂ ਖੋਜਾਂ ਦੀ ਆਲੋਚਨਾ ਕੀਤੀ। ਨੋਬੇਲ ਦਾ ਲੋਕਾਂ ਨੇ ਮਜ਼ਾਕ ਉਡਾਇਆ। ਉਹਨਾਂ ਨੇ ਇਹ ਵੀ ਮਹਿਸੂਸ ਨਹੀਂ ਕੀਤਾ ਕਿ ਬਾਰੂਦ ਦੀ ਸਹਾਇਤਾ ਦੇ ਬਿਨਾਂ ਐਲਪਸ ਪਰਬਤ ਦੇ ਹੇਠਾਂ 2 ਸੁਰੰਗਾਂ ਨੂੰ ਬਣਾਉਣਾ ਸੰਭਵ ਨਹੀਂ ਸੀ। ਕਈ ਸਮਾਚਾਰ ਪੱਤਰਾਂ ਨੇ ਤਾਂ ਨੋਬੇਲ ਨੂੰ ਦੁਸ਼ਟ ਪ੍ਰਤਿਭਾ ਵਾਲਾ ਅਤੇ ਵਿਨਾਸ਼ ਦਾ ਸੁਆਮੀ ਕਿਹਾ, ਪਰ ਉਹਨਾਂ ਨੇ ਆਲੋਚਨਾ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਖੋਜ ਕਾਰਜਾਂ 'ਚ ਮਗਨ ਰਹੇ। ਅੱਜ ਉਹਨਾਂ ਦੀ ਵਿਰਾਸਤ ਦੇ ਫੰਡ ਵਿੱਚੋਂ ਹਰ ਸਾਲ ਮਨੁੱਖਤਾ ਦਾ ਭਲਾ ਕਰਨ ਵਾਲੇ ਨੂੰ ਨੋਬੇਲ ਪੁਰਸਕਾਰ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਹੌਲੀ ਸ਼ਖਸੀਅਤ ਵਾਲੇ ਹੀ ਬੇਲੋੜੀ ਆਲੋਚਨਾ ਕਰਦੇ ਹਨ। ਕਈ ਬੰਦੇ ਤਾਂ ਜਮਾਂਦਰੂ ਹੀ ਆਲੋਚਕ ਹੁੰਦੇ ਹਨ। ਉਹ ਪਹਿਲਾਂ ਤਾਂ ਰੌਲਾ ਪਾਈ ਜਾਣਗੇ ਕਿ ਸੜਕ ਨਹੀਂ ਬਣੀ, ਸੜਕ ਨਹੀਂ ਬਣੀ। ਜਦੋਂ ਸੜਕ ਬਣ ਜਾਂਦੀ ਹੈ ਤਾਂ ਫਿਰ ਕਹਿਣ ਲੱਗਦੇ ਹਨ ਕਿ ਲੁੱਕ ਘੱਟ ਪਾਈ ਹੈ, ਲੁੱਕ ਘੱਟ ਪਾਈ ਹੈ। ਜੇ ਇਹਨਾਂ ਨੂੰ ਕੋਈ ਦੇਵਤਾ ਵੀ ਦਿਸ ਜਾਵੇ, ਇਹ ਤਾਂ ਉਸ ਦੀ ਵੀ ਆਲੋਚਨਾ ਕਰਦੇ ਹਨ। ਅਜਿਹੇ ਲੋਕਾਂ ਦੀ ਪਰਵਾਹ ਕਰਨ ਨਾਲ ਤਾਕਤ ਜ਼ਾਇਆ ਹੁੰਦੀ ਹੈ। ਜਿਹੜੇ ਲੋਕ ਅੱਜ ਤੁਹਾਡੇ 'ਤੇ ਹੱਸਦੇ ਹਨ, ਤੁਹਾਡਾ ਮਜ਼ਾਕ ਉਡਾਉਂਦੇ ਹਨ ਜਾਂ ਤੁਹਾਨੂੰ ਆਪਣੇ ਤੋਂ ਨੀਵਾਂ ਸਮਝਦੇ ਹਨ, ਤੁਸੀਂ ਉਹਨਾਂ ਲੋਕਾਂ ਦੀ ਪਰਵਾਹ ਕੀਤੇ ਬਗੈਰ ਆਪਣੇ ਆਪ ਵਿੱਚ ਖਿੱਚ ਪੈਦਾ ਕਰੋ। ਕੱਲ੍ਹ ਨੂੰ ਇਹੀ ਲੋਕ ਤੁਹਾਡੇ ਪਿੱਛੇ ਫਿਰਨਗੇ। ਜਦ ਤੁਸੀਂ ਸਫਲਤਾ ਦੀ ਟੀਸੀ 'ਤੇ ਬੈਠੇ ਹੋਵੋਗੇ
ਤੇ ਤੁਹਾਨੂੰ ਵੇਖਣ ਲਈ ਇਹਨਾਂ ਲੋਕਾਂ ਨੂੰ ਆਪਣੀਆਂ ਅੱਡੀਆਂ ਉੱਪਰ ਚੁੱਕਣੀਆਂ ਪੈਣਗੀਆਂ। ਭਾਰਤ ਦੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੀ ਤਾਜ਼ਾ ਮਿਸਾਲ ਵੀ ਸਾਡੇ ਸਾਹਮਣੇ ਹੈ। ਸਾਕਸ਼ੀ ਦਾ ਓਲੰਪਿਕ ਵਿੱਚ ਮੈਡਲ ਹਾਸਲ ਕਰਨਾ ਇੱਕ ਸੁਪਨਾ ਸੀ। ਉਸਨੇ ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਤੇ ਹਰ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਹਿੰਮਤ ਅਤੇ ਦਲੇਰੀ ਨਾਲ ਕੀਤਾ। ਉਸ ਨੂੰ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਲੋਕ ਉਸ ਨੂੰ ਹਮੇਸ਼ਾ ਇਹੀ ਕਹਿੰਦੇ ਸਨ ਕਿ ਇਹ ਖੇਡ ਮੁੰਡਿਆਂ ਲਈ ਹੈ, ਨਾ ਕਿ ਕੁੜੀਆਂ ਲਈ। ਪਰ ਸਾਕਸ਼ੀ ਨੇ ਅਜਿਹੀ ਬਕਵਾਸ ਦੀ ਪਰਵਾਹ ਕੀਤੇ ਬਗੈਰ ਆਪਣਾ ਸਾਰਾ ਧਿਆਨ ਆਪਣੇ ਮਕਸਦ 'ਤੇ ਕੇਂਦਰਿਤ ਰੱਖਿਆ ਤੇ 2016 ਦੀਆਂ ਓਲੰਪਿਕ ਖੇਡਾਂ 'ਚ ਮੈਡਲ ਜਿੱਤ ਕੇ ਆਪਣਾ ਸੁਪਨਾ ਸਾਕਾਰ ਕੀਤਾ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਆਲੋਚਨਾ ਦਾ ਸ਼ਿਕਾਰ ਹੋਣ ਤੋਂ ਬਚਣ ਦਾ ਵਧੀਆ ਢੰਗ ਇਹ ਹੈ ਕਿ ਤੁਸੀਂ ਦੂਜੇ ਦੀ ਬਕਵਾਸ ਨੂੰ ਅਣਸੁਣਿਆ ਕਰ ਦਿਓ। ਇਸ ਨਾਲ ਤੁਹਾਡਾ ਕੁਝ ਨਹੀਂ ਵਿਗੜਨ ਲੱਗਿਆ। ਜੇਕਰ ਤੁਸੀਂ ਆਲੋਚਕ ਨਾਲ ਬਹਿਸ ਕਰਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਵੋਗੇ। ਬਹਿਸ ਕਰਨੀ ਉਸ ਵੇਲੇ ਜ਼ਰੂਰੀ ਹੈ ਜਦੋਂ ਬਰਾਬਰੀ ਦੀ ਸਥਿਤੀ ਹੋਵੇ। ਬਿਮਾਰ ਜ਼ਿਹਨ ਨਾਲ ਕਾਹਦੀ ਬਹਿਸ? ਜੇਕਰ ਤੁਸੀਂ ਆਲੋਚਨਾ ਦੀ ਪਰਵਾਹ ਨਹੀਂ ਕਰਦੇ ਤਾਂ ਥੋੜ੍ਹੇ ਸਮੇਂ ਬਾਅਦ ਹੀ ਤੁਸੀਂ ਸਾਰਾ ਕੁਝ ਭੁੱਲ ਕੇ ਆਪਣੀ ਰੂਟੀਨ ਵਿੱਚ ਕੰਮ ਕਰਨ ਲੱਗ ਜਾਓਗੇ। ਇਸ ਤੋਂ ਇਲਾਵਾ ਜੇ ਕੂੜਾ ਕਰਕਟ ਦਿਮਾਗ 'ਤੇ ਚੁੱਕ ਲਿਆ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣਾ ਬਲੱਡ ਪ੍ਰੈਸ਼ਰ ਨਾਰਮਲ ਕਰਨ ਲਈ ਕਈ ਦਿਨ ਦਵਾਈ ਖਾਣੀ ਪਵੇ। ਘਟੀਆ ਅਤੇ ਛੋਟੇ ਲੋਕ ਆਪਣੀ ਅਸੁਰੱਖਿਆ ਅਤੇ ਅਪੂਰਨਤਾ ਕਾਰਨ ਜ਼ਹਿਰ ਉਗਲਦੇ ਰਹਿੰਦੇ ਹਨ। ਯਾਦ ਰੱਖੋ, ਇੱਕ ਕੁੱਤਾ ਤੇਜ਼ ਜਾ ਰਹੀ ਕਾਰ 'ਤੇ ਇਸ ਲਈ ਭੌਂਕਦਾ ਹੈ ਕਿਉਂਕਿ ਉਸ ਨੂੰ ਈਰਖਾ ਹੁੰਦੀ ਹੈ ਕਿ ਹੋਰ ਕੋਈ ਵੀ ਮੇਰੇ ਨਾਲੋਂ ਵੱਡਾ ਤੇ ਤੇਜ਼ ਦੌੜ ਸਕਦਾ ਹੈ। ਜੇ ਕਾਰ ਚਾਲਕ ਅੱਗੇ ਦੇਖਣ ਦੀ ਬਜਾਏ ਭੌਂਕਣ ਵਾਲੇ ਕੁੱਤਿਆਂ ਵੱਲ ਦੇਖਣ ਲੱਗ ਜਾਵੇ ਤਾਂ ਸਾਹਮਣੇ ਕਿਸੇ ਨਾ ਕਿਸੇ 'ਚ ਆਪਣੀ ਕਾਰ ਠੋਕ ਬੈਠੇਗਾ। ਪਰ ਜੇਕਰ ਉਸ ਨੂੰ ਭਰੋਸਾ ਹੈ ਕਿ ਉਹ ਸੁਰੱਖਿਅਤ ਹੈ ਤੇ ਭੌਂਕਦੇ ਕੁੱਤਿਆਂ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਧਿਆਨ ਦੇ ਕੇ ਅੱਗੇ ਵਧ ਰਿਹਾ ਹੈ ਤਾਂ ਉਹ ਜਲਦੀ ਹੀ ਅੱਗੇ ਲੰਘ ਜਾਵੇਗਾ ਤੇ ਭੌਂਕਣ ਵਾਲੇ ਕੁੱਤੇ ਚੁੱਪ ਕਰਕੇ ਆਪਣੀ ਥਾਂ 'ਤੇ ਵਾਪਸ ਆ ਜਾਣਗੇ। ਮਨੁੱਖ ਗਲਤੀਆਂ ਦਾ ਪੁਤਲਾ ਹੈ। ਕਿਹਾ ਜਾਂਦਾ ਹੈ ਕਿ ਵੱਡੇ ਬੰਦੇ ਵੱਡੀਆਂ ਗਲਤੀਆਂ ਕਰਦੇ ਹਨ ਤੇ ਉਹਨਾਂ ਦੀ ਆਲੋਚਨਾ ਹੋ ਸਕਦੀ ਹੈ। ਜਦੋਂ ਤੁਸੀਂ ਲੀਹ ਤੋਂ ਹਟ ਕੇ ਨਵਾਂ ਕੰਮ ਕਰੋਗੇ ਤਾਂ ਤੁਹਾਡੀ ਆਲੋਚਨਾ ਹੀ ਹੋਵੇਗੀ। ਇਸ ਸਥਿਤੀ ਵਿੱਚ ਦਿਲ ਨਾ ਛੱਡੋ, ਸਗੋਂ ਰਚਨਾਤਮਕ ਆਲੋਚਨਾ ਨੂੰ ਆਪਣੀ ਊਰਜਾ ਬਣਾ ਕੇ ਅੱਗੇ ਵਧਦੇ ਰਹੋ। ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਧੰਨਵਾਦ। ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਲਈ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਇੱਕ ਚੈਪਟਰ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਨਜ਼ਰੀਆ ਵਿਸ਼ਾਲ ਹੋਣਾ ਚਾਹੀਦਾ ਹੈ। ਬਲਵੰਤ ਗਾਰਗੀ ਜਦੋਂ ਬਠਿੰਡੇ ਦੇ ਰੇਤਲੇ ਟਿੱਬਿਆਂ ਤੋਂ ਉੱਠ ਕੇ ਦੇਸ਼ ਦੀ ਰਾਜਧਾਨੀ ਵਿੱਚ ਰਹਿਣ ਲੱਗੇ ਤਾਂ ਉਹਨਾਂ ਦੇ ਨਾਟਕਾਂ ਵਿੱਚ ਪੇਂਡੂ ਸੱਭਿਆਚਾਰ ਤਾਂ ਝਲਕਦਾ ਸੀ, ਪਰ ਨਜ਼ਰੀਆ ਵੱਡੇ ਕੈਨਵਸ ਵਾਲਾ ਹੀ ਸੀ, ਜਿਸ ਦੀ ਬਦੌਲਤ ਉਹ ਪੂਰੇ ਸੰਸਾਰ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋਏ। ਇਹ ਉਹਨਾਂ ਦੇ ਵਿਸ਼ਾਲ ਨਜ਼ਰੀਏ ਦਾ ਹੀ ਕਮਾਲ ਸੀ ਕਿ ਉਹਨਾਂ ਨੂੰ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਖੇ ਭਾਰਤੀ ਨਾਟਕ ਪੜ੍ਹਾਉਣ ਦਾ ਮੌਕਾ ਮਿਲਿਆ। ਜੇਕਰ ਉਹਨਾਂ ਦਾ ਨਜ਼ਰੀਆ ਜਾਂ ਸੋਚ ਤੰਗ ਹੁੰਦੀ ਤਾਂ ਹੋ ਸਕਦਾ ਸੀ ਕਿ ਦੂਜੇ ਦੇਸ਼ਾਂ ਦੇ ਲੋਕ, ਖਾਸ ਕਰਕੇ ਪੰਜਾਬੀ, ਉਹਨਾਂ ਨੂੰ ਨਾ ਜਾਣਦੇ ਹੁੰਦੇ। ਵਿਲੱਖਣ ਕੰਮ ਕਰਨਾ ਤਾਂ ਹੀ ਸੰਭਵ ਹੈ ਜੇ ਨਜ਼ਰੀਆ ਵਿਸ਼ਾਲ ਹੋਵੇ। ਤੰਗ ਨਜ਼ਰੀਏ ਵਾਲੇ ਵਿਅਕਤੀ ਦਾ ਵਿਸ਼ਾਲ ਦ੍ਰਿਸ਼ਟੀਕੋਣ ਹੋਣਾ ਸੰਭਵ ਨਹੀਂ। ਜੇ ਤੁਸੀਂ ਡਿਪਟੀ ਕਮਿਸ਼ਨਰ ਬਣਨ ਲਈ ਦਿਨ ਰਾਤ ਪੜ੍ਹਾਈ ਕਰ ਰਹੇ ਹੋ ਤਾਂ ਅਸਫਲ ਹੋਣ 'ਤੇ ਵੀ ਕੋਈ ਹੋਰ ਚੰਗਾ ਅਹੁਦਾ ਪ੍ਰਾਪਤ ਕਰਨ ਦੀ ਸੰਭਾਵਨਾ ਹੁੰਦੀ ਹੈ। ਪਰ ਜੇਕਰ ਤੁਸੀਂ ਪਹਿਲਾਂ ਹੀ ਇਹ ਸੋਚ ਰਹੇ ਹੋ ਕਿ ਡੀਸੀ ਦਾ ਚਪੜਾਸੀ ਮਰੇ ਤੇ ਫਿਰ ਮੈਂ ਉਸ ਦੀ ਜਗ੍ਹਾ ਮੱਲਾਂ, ਤਾਂ ਤੁਸੀਂ ਕਿਤੇ ਵੀ ਨਹੀਂ ਪਹੁੰਚ ਸਕਦੇ। ਵੱਡਾ ਸੋਚੋ ਤੇ ਅੱਗੇ ਵੱਧਦੇ ਜਾਓ। ਜੇ ਭਾਵੇਂ ਗਰੀਬ ਹੋਵੇ ਪਰ ਸੋਚ ਅਮੀਰ ਹੋਣੀ ਚਾਹੀਦੀ ਹੈ। ਕਾਲੀ ਐਨਕ ਰਾਹੀਂ ਦੇਖੋਗੇ ਤਾਂ ਸਭ ਕੁਝ ਕਾਲਾ ਹੀ ਦਿਸੇਗਾ। ਗੱਡੇ ਦੀ ਲੀਹ ਦੇ ਪਿੱਛੇ ਪਿੱਛੇ ਚੱਲ ਕੇ ਖੇਤ ਤਾਂ ਪਹੁੰਚਿਆ ਜਾ ਸਕਦਾ ਹੈ, ਪਰ ਆਸਮਾਨ 'ਚ ਉਡਾਰੀ ਲਾਉਣ ਲਈ ਹਵਾਈ ਜਹਾਜ਼ ਦੀ ਜ਼ਰੂਰਤ ਹੀ ਹੁੰਦੀ ਹੈ। ਆਪਣੀ ਕਲਪਨਾ ਦਾ ਘੇਰਾ ਵਿਸ਼ਾਲ ਕਰਕੇ ਹੀ
ਕੋਈ ਅਸਾਧਾਰਨ ਕਾਰਜ ਨੇਪਰੇ ਚਾੜਿਆ ਜਾ ਸਕਦਾ ਹੈ। ਹਰ ਬੰਦਾ ਹਰ ਖੇਤਰ ਵਿੱਚ ਮਾਹਿਰ ਹੋਵੇ, ਇਹ ਸੰਭਵ ਨਹੀਂ ਹੋ ਸਕਦਾ। ਜ਼ਰੂਰੀ ਨਹੀਂ ਕਿ ਉਮਰ ਦੇ ਵੱਡੇ ਵਿਅਕਤੀ ਦਾ ਨਜ਼ਰੀਆ ਵੀ ਵੱਡਾ ਹੋਵੇ। ਆਮ ਤੌਰ 'ਤੇ ਅਸੀਂ ਸਿਰ 'ਤੇ ਚਿੱਟੇ ਵਾਲ ਆਉਣ ਵਾਲੇ ਵਿਅਕਤੀ ਨੂੰ ਸਿਆਣਾ ਹੋਣ ਦਾ ਖਿਤਾਬ ਦੇ ਦਿੰਦੇ ਹਾਂ, ਜਦੋਂ ਕਿ ਇਹ ਸਹੀ ਨਹੀਂ ਹੈ, ਕਿਉਂਕਿ ਇਸ ਤੋਂ ਉਲਟ ਅੱਜ ਸੈਂਕੜੇ ਹੀ ਅਜਿਹੇ ਨੌਜਵਾਨ ਦੇਖੇ ਜਾ ਸਕਦੇ ਹਨ ਜੋ ਉੱਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਵਿਰਾਜਮਾਨ ਹਨ ਤੇ ਹਜ਼ਾਰਾਂ ਨੌਜਵਾਨ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਹੁਲਾਰਾ ਦੇ ਰਹੇ ਹਨ। ਇਹ ਸਭ ਉਹਨਾਂ ਦੀ ਬੁੱਧੀ ਅਤੇ ਵਿਸ਼ਾਲ ਨਜ਼ਰੀਏ ਦਾ ਕਮਾਲ ਹੈ। ਮਹਾਨ ਵਿਅਕਤੀਆਂ ਦੇ ਸੋਚਣ ਅਤੇ ਕੰਮ ਕਰਨ ਵਿੱਚ ਵਿਲੱਖਣਤਾ ਹੁੰਦੀ ਹੈ। ਇਹ ਵਿਲੱਖਣਤਾ ਹੀ ਉਹਨਾਂ ਨੂੰ ਮਹਾਨ ਬਣਾ ਦਿੰਦੀ ਹੈ। ਵਿਸ਼ਾਲ ਨਜ਼ਰੀਏ ਵਾਲਾ ਮਨੁੱਖ ਸਮੇਂ ਤੋਂ ਅੱਗੇ ਹੁੰਦਾ ਹੈ। ਉਹ ਜੋ ਗੱਲ ਜਾਂ ਕੰਮ ਕਰਦਾ ਹੈ, ਆਮ ਲੋਕਾਂ ਦੀ ਸਮਝ ਤੋਂ ਪਰੇ ਹੁੰਦੇ ਹਨ। ਜਿਵੇਂ ਸੁਕਰਾਤ ਵਰਗੇ ਫਿਲਾਸਫਰ ਸਮੇਂ ਤੋਂ ਕਈ ਸਦੀਆਂ ਅੱਗੇ ਸਨ। ਅਜਿਹੇ ਵਿਅਕਤੀਆਂ ਦੇ ਵਿਚਾਰਾਂ ਦੀ ਸਮਝ ਕਾਫੀ ਸਮਾਂ ਬੀਤਣ ਤੋਂ ਬਾਅਦ ਆਉਂਦੀ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਲਈ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਇੱਕ ਚੈਪਟਰ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਸਫਲਤਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ। ਜਿਵੇਂ ਫੁੱਲਾਂ ਦੀ ਰੁੰਡਮਾਲਾ ਨੂੰ ਕੋਈ ਵੀ ਪਸੰਦ ਨਹੀਂ ਕਰਦਾ, ਉਸੇ ਤਰ੍ਹਾਂ ਮੁਰਝਾਈ ਸ਼ਕਲ ਵਾਲੇ ਬੰਦੇ ਨੂੰ ਵੀ ਲੋਕ ਮਿਲਣ ਤੋਂ ਕਤਰਾਉਂਦੇ ਹਨ। ਇਸ ਲਈ ਹਮੇਸ਼ਾ ਉਤਸ਼ਾਹਿਤ ਰਹੋ। ਉਤਸ਼ਾਹ ਨਾਲ ਭਰਪੂਰ ਬੰਦੇ ਦੀ ਹਰ ਜਗ੍ਹਾ ਇੱਜ਼ਤ ਹੁੰਦੀ ਹੈ। ਉਸ ਦੇ ਕਈ ਕੰਮ ਆਪਣੇ ਆਪ ਹੋ ਜਾਂਦੇ ਹਨ। ਲੋਕ ਉਸ ਦੀ ਸੰਗਤ ਲਈ ਚਾਹਤ ਰੱਖਦੇ ਹਨ। ਉਤਸ਼ਾਹਿਤ ਬੰਦੇ ਦੀ ਹਾਜ਼ਰੀ ਵਿੱਚ ਬਿਮਾਰ ਵੀ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਦੇ ਹਨ। ਜਿਹੜੇ ਡਾਕਟਰ ਦਵਾਈ ਦੇ ਨਾਲ ਆਪਣੇ ਮਰੀਜ਼ਾਂ ਨੂੰ ਰੂੰਗੇ ਵਜੋਂ ਹੌਸਲਾ ਦਿੰਦੇ ਹਨ, ਉਹ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। ਜੇਕਰ ਤੁਸੀਂ ਹਮੇਸ਼ਾ ਆਪਣੀ ਸ਼ਕਲ ਇਸ ਤਰ੍ਹਾਂ ਬਣਾਈ ਰੱਖਦੇ ਹੋ ਜਿਵੇਂ ਭਾਂਡੇ ਤੋਂ ਕਲੀ ਉਤਰੀ ਹੋਵੇ, ਤਾਂ ਲੋਕ ਕਟੀ ਪਤੰਗ ਵਾਂਗ ਤੁਹਾਡੇ ਤੋਂ ਦੂਰ ਜਾਣਗੇ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਕਲਾਪੇ ਦਾ ਸਰਾਪ ਭੁਗਤ ਸਕਦੇ ਹੋ। ਹਰ ਸਮੇਂ ਬੁਝੇ ਰਹਿਣ ਕਾਰਨ ਬਹੁਤ ਸਾਰੇ ਵਿਅਕਤੀ ਚੰਗੀ ਵਿਦਿਅਕ ਯੋਗਤਾ ਦੇ ਬਾਵਜੂਦ ਵੀ ਨੌਕਰੀ ਤੋਂ ਵਾਂਝੇ ਰਹਿ ਕੇ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ। ਮਨੁੱਖ ਸਰੀਰ ਕਰਕੇ ਨਹੀਂ, ਵਿਚਾਰਾਂ ਵਿੱਚ ਨਕਾਰਾਤਮਕਤਾ ਕਾਰਨ ਬੁੱਢਾ ਹੁੰਦਾ ਹੈ। ਜੇਕਰ ਤੁਹਾਡੇ ਵਿਚਾਰ ਕ੍ਰਾਂਤੀਕਾਰੀ ਹਨ ਤਾਂ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰਹੋਗੇ। ਜਦੋਂ ਢਾਹੂ ਪ੍ਰਵਿਰਤੀਆਂ ਦਿਮਾਗ ਵਿੱਚ ਡੇਰਾ ਲਾ ਲੈਣ ਤਾਂ ਸਾਰੀ ਦੁਨੀਆ ਹੀ ਬੇਰੰਗੀ ਲੱਗਣ ਲੱਗਦੀ ਹੈ। ਕਈ ਵਾਰ ਕੰਮ ਦੀ ਰੂਟੀਨ ਕਾਰਨ ਵੀ ਜ਼ਿੰਦਗੀ ਨੀਰਸ ਜਾਪਣ ਲੱਗਦੀ ਹੈ ਤੇ ਮਨ ਉਚਾਟ ਹੋਣ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਤੁਸੀਂ ਰੋਜ਼ਮर्रा ਦੀ ਰੂਟੀਨ ਬਦਲ ਕੇ ਆਪਣਾ ਮੂਡ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਦੋਂ ਅਸੀਂ ਖੁਸ਼ੀ ਨੂੰ ਮਹਿਸੂਸ ਕਰਨ ਦੀ ਥਾਂ 'ਤੇ ਆਪਣੀ ਬਿਮਾਰ ਮਾਨਸਿਕਤਾ ਦੇ ਕਾਰਨ ਦੁੱਖਾਂ ਦਾ ਪੱਲਾ ਫੜ ਕੇ ਜ਼ਿੰਦਗੀ ਗੁਜ਼ਾਰਨ ਲੱਗਦੇ ਹਾਂ, ਤਾਂ ਵੀ ਜੀਵਨ ਬੋਝ ਲੱਗਣ ਲੱਗਦਾ ਹੈ। ਦੁੱਖ ਵਾਲੇ ਸਮੇਂ ਖੁਸ਼ੀ ਵਾਲੇ ਪਲਾਂ ਨੂੰ ਯਾਦ ਕਰਕੇ ਆਪਣਾ ਦੁੱਖ ਘਟਾਇਆ ਜਾ ਸਕਦਾ ਹੈ। ਜਿਹੜੇ ਖੁਸ਼ੀਆਂ ਨੂੰ ਮਾਣਨ ਦੀ ਜਾਂਚ ਸਿੱਖ ਲੈਂਦੇ ਹਨ, ਉਹਨਾਂ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ। ਉਤਸ਼ਾਹਿਤ ਵਿਅਕਤੀ ਦਾ ਜੀਵਨ ਸੱਜਰੀ ਸਵੇਰ ਵਾਂਗ ਹੁੰਦਾ ਹੈ। ਜਿਵੇਂ ਸੂਰਜ ਦੀ ਲੌ ਹਨੇਰੇ ਨੂੰ ਦੂਰ ਭਜਾਉਂਦੀ ਹੈ, ਇੰਝ ਹੀ ਇੱਕ ਉਤਸ਼ਾਹਿਤ ਵਿਅਕਤੀ ਨਿਰਾਸ਼ਾ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦਾ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਸਾਡੀ ਤਰੱਕੀ ਲਈ ਵੱਡਾ ਯੋਗਦਾਨ ਪਾਉਂਦਾ ਹੈ। ਇਸ ਲਈ ਸਮਾਜ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ। ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਦਰਖਤ ਝੱਖੜਾਂ, ਤੂਫਾਨਾਂ ਅਤੇ ਹਨੇਰੀਆਂ ਦਾ ਡਟ ਕੇ ਮੁਕਾਬਲਾ ਕਰਦੇ ਹਨ, ਉਸੇ ਤਰ੍ਹਾਂ ਉਤਸ਼ਾਹਿਤ ਮਨੁੱਖ ਮੁਸੀਬਤਾਂ ਦੇ ਝੱਖੜਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਦਿਆਂ ਅੰਤ ਆਪਣੇ ਉਦੇਸ਼ ਵਿੱਚ ਸਫਲ ਹੋ ਜਾਂਦੇ ਹਨ। ਜਿਨ੍ਹਾਂ ਦੇ ਮਨ 'ਚ ਚਾਨਣ ਹੋਵੇ, ਉਹਨਾਂ ਦੇ ਚਿਹਰੇ ਵੀ ਲਿਸ਼ਕਦੇ ਰਹਿੰਦੇ ਹਨ, ਪਰ ਨਿਰਾਸ਼ਾਵਾਦੀ ਇਨਸਾਨ ਦੇ ਬੋਲ ਮੂੰਹ ਵਿੱਚ ਹੀ ਮਰ ਮੁੱਕ ਜਾਂਦੇ ਹਨ। ਅਸਲ ਵਿੱਚ ਅਜਿਹੇ ਵਿਅਕਤੀ ਦੀ ਸੋਚ ਬੁਝ ਚੁੱਕੀ ਹੁੰਦੀ ਹੈ ਤੇ ਬੁਝੀ ਹੋਈ ਸੋਚ ਵਿੱਚ ਉਸ ਨੂੰ ਜਗਦੇ ਦੀਵੇ ਦੀ ਰੌਸ਼ਨੀ ਵੀ ਵਿਖਾਈ ਨਹੀਂ ਦਿੰਦੀ। ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਲਈ ਸਾਨੂੰ ਨਾ ਕਿਸੇ ਡਿਗਰੀ ਦੀ ਤੇ ਨਾ ਹੀ ਵਾਧੂ ਧਨ ਦੀ ਜ਼ਰੂਰਤ ਹੁੰਦੀ ਹੈ।
ਉਤਸ਼ਾਹ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਜਿਉਣਾ ਆਪਣੇ ਆਪ ਵਿੱਚ ਇੱਕ ਕਲਾ ਹੈ। ਮੇਰੇ ਤਾਲੁਕਾਤ ਵਿੱਚ ਇੱਕ ਅਜਿਹਾ ਵਿਅਕਤੀ ਹੈ ਜੋ ਭਾਵੇਂ ਪੜ੍ਹਿਆ ਲਿਖਿਆ ਤਾਂ ਘੱਟ ਹੈ, ਪਰ ਉਤਸ਼ਾਹ ਨਾਲ ਭਰਿਆ ਹੋਣ ਕਰਕੇ ਉਹ ਆਪਣੀ ਫੈਕਟਰੀ ਦੇ ਸਾਰੇ ਵਰਕਰਾਂ ਨੂੰ ਖੁਸ਼ ਅਤੇ ਖੁਸ਼ਹਾਲ ਰੱਖਦਾ ਹੈ। ਉਸ ਦੀ ਹਾਜ਼ਰੀ ਹੀ ਮਜ਼ਦੂਰਾਂ ਦੇ ਖੂਨ ਦੇ ਦੌਰੇ ਤੇਜ਼ ਕਰ ਦਿੰਦੀ ਹੈ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ। ਕੁਝ ਦਿਨ ਪਹਿਲਾਂ ਇੱਕ 81 ਸਾਲ ਦਾ ਵਿਅਕਤੀ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਿਲ 'ਤੇ ਸਥਿਤ ਮੇਰੇ ਦਫ਼ਤਰ ਪਹੁੰਚਿਆ। ਉਸ ਦੇ ਵਿਚਾਰਾਂ 'ਚ ਤਾਜ਼ਗੀ ਜਾਣ ਕੇ ਮੈਨੂੰ ਮਹਿਸੂਸ ਹੋਇਆ ਕਿ ਉਹ 81 ਸਾਲ ਦਾ ਬਜ਼ੁਰਗ ਨਹੀਂ, ਸਗੋਂ 18 ਸਾਲ ਦਾ ਨੌਜਵਾਨ ਹੈ, ਜਿਸ ਕੋਲ ਕਈ ਦਹਾਕਿਆਂ ਦਾ ਬੜਮੁੱਲਾ ਤਜਰਬਾ ਹੈ। ਉਪਰੋਕਤ ਉਦਾਹਰਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜ਼ਿੰਦਗੀ ਜਿਉਣ ਦਾ ਨਜ਼ਰੀਆ ਸਾਡੇ ਵਿਚਾਰ ਉਤਸ਼ਾਹਿਤ ਰਹਿਣ ਵਿੱਚ ਡੂੰਘਾ ਯੋਗਦਾਨ ਪਾਉਂਦੇ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਗਰਮ ਨਹੀਂ ਰੱਖੋਗੇ ਤਾਂ ਲੋਕ ਤੁਹਾਨੂੰ ਗਰਮ ਕਰ ਦੇਣਗੇ। ਮਨੋਵਿਗਿਆਨਿਕ ਪੱਖ ਤੋਂ ਘੋਖਣ 'ਤੇ ਪਤਾ ਚੱਲਦਾ ਹੈ ਕਿ ਉਤਸ਼ਾਹ ਨਾਲ ਸਾਡੇ ਉੱਤੇ ਪਏ ਦਬਾਅ ਅਤੇ ਸਥਿਤੀ ਦੇ ਤਣਾਅ ਦੂਰ ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਫਿਊਜ਼ ਵੱਲਭਵਾਦੀ ਹੋਂਦ ਲੈ ਕੇ ਨਾ ਜੀਵੋ, ਸਗੋਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ ਤਾਂ ਕਿ ਤੁਹਾਡੀ ਤਰੱਕੀ ਦਾ ਗ੍ਰਾਫ ਹੋਰ ਉੱਚਾ ਹੋ ਸਕੇ। ਧੰਨਵਾਦ। ਅਸਫਲਤਾਵਾਂ ਵਿੱਚ ਛੁਪੀ ਜਿੱਤ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ। ਅਨੇਕਾਂ ਮੁਸ਼ਕਿਲਾਂ ਅਤੇ ਘੋਲਾਂ ਵਿੱਚੋਂ ਗੁਜ਼ਰਦੇ ਹੋਏ ਜੂਝਣ ਦੀ ਕਲਾ ਜੀਵਨ ਨੂੰ ਨਿਖਾਰਦੀ ਹੈ। ਜੀਵਨ ਇਕਸਾਰਤਾ ਨਹੀਂ, ਸਗੋਂ ਜੱਦੋ-ਜਹਿਦ ਹੈ। ਜਿਨ੍ਹਾਂ ਦੇ ਹੌਸਲੇ ਪਸਤ ਹੋ ਜਾਂਦੇ ਹਨ ਉਹ ਕਦੇ ਵੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਹੌਸਲੇ ਤੋਂ ਭਾਵ ਹਰ ਹਾਲਤ ਵਿੱਚ ਅੱਗੇ ਵਧਣ ਦਾ ਜਜ਼ਬਾ, ਸਕਾਰਾਤਮਕ ਸੋਚ ਅਤੇ ਮਨ ਦਾ ਮਜ਼ਬੂਤ ਹੋਣਾ। ਹੌਸਲਾ ਪਹਾੜ ਵਾਂਗ ਵਿਸ਼ਾਲ ਅਤੇ ਅਡੋਲ ਹੋਣਾ ਚਾਹੀਦਾ ਹੈ। ਵਿੰਗੇ ਟੇਢੇ ਤੇ ਉੱਚੇ ਨੀਵੇਂ ਰਸਤਿਆਂ ਨੂੰ ਪਾਰ ਕਰਕੇ ਪਹਾੜ ਦੀ ਚੋਟੀ 'ਤੇ ਝੰਡਾ ਲਹਿਰਾਉਣ ਵਾਲਿਆਂ ਨੂੰ ਹੀ ਨਾਇਕ ਕਿਹਾ ਜਾਂਦਾ ਹੈ। ਅਧਿਆਤਮ ਤੋਂ ਲੈ ਕੇ ਵਿਗਿਆਨ ਤੱਕ ਦਾ ਸਮੁੱਚਾ ਇਤਿਹਾਸ ਮਨੁੱਖ ਨੂੰ ਆਤਮ ਪ੍ਰੇਰਣਾ ਅਤੇ ਆਤਮ ਵਿਸ਼ਵਾਸ ਨਾਲ ਔਕੜਾਂ ਅਤੇ ਅਸਫਲਤਾਵਾਂ ਦਾ ਸਾਹਮਣਾ ਕਰਨ ਲਈ ਪ੍ਰੇਰਦਾ ਹੈ। ਸੰਸਾਰ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੇ ਲੋਕਾਂ ਨੂੰ ਜੀਵਨ ਦੇ ਔਖੇ ਤੋਂ ਔਖੇ ਹਾਲਾਤ ਵਿੱਚੋਂ ਗੁਜ਼ਰਨਾ ਪਿਆ। ਉਹ ਹਾਰੇ ਨਹੀਂ, ਇੱਕ ਦਿਨ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਗਏ। ਉਹਨਾਂ ਨੇ ਆਪਣਾ ਨਾਂ ਤਾਂ ਰੌਸ਼ਨ ਕੀਤਾ ਹੀ, ਸਗੋਂ ਸਮਾਜ ਲਈ ਸੁੱਖ ਦੇ ਸਾਧਨ ਵੀ ਪੈਦਾ ਕੀਤੇ ਤੇ ਆਤਮ ਵਿਸ਼ਵਾਸ ਸਦਕਾ ਹੀ ਜ਼ਿੰਦਗੀ ਦੇ ਨਾਇਕ ਬਣੇ। ਜ਼ਿੰਦਗੀ ਇੱਕ ਸੰਘਰਸ਼ ਦਾ ਨਾਂ ਹੈ ਜਿਹੜੀ ਸਾਰੀ ਉਮਰ ਹੀ ਜਾਰੀ ਰਹਿੰਦਾ ਹੈ। ਜਿੱਤ ਹਾਰ, ਸੁੱਖ ਦੁੱਖ, ਖੁਸ਼ੀ ਗਮੀ ਜ਼ਿੰਦਗੀ ਭਰ ਚੱਲਦੇ ਰਹਿੰਦੇ ਹਨ। ਦੁੱਖ, ਪੀੜਾ, ਕਸ਼ਟ, ਨਾਕਾਮਯਾਬੀ ਅਤੇ ਹਾਰ ਸਾਡੀਆਂ ਸੋਚਾਂ ਅਤੇ ਵਿਰਤੀ ਨੂੰ ਹਿਲਾਉਂਦੀਆਂ ਹਨ ਤੇ ਸਾਨੂੰ ਆਪਣੇ ਆਪ ਨੂੰ ਹੋਰ ਤਕੜਾ ਕਰਨ ਲਈ ਪ੍ਰੇਰਦੀਆਂ ਹਨ। ਹੌਸਲੇ ਤੋਂ ਹੀਣਾ ਮਨੁੱਖ ਛੋਟੀ ਤੋਂ ਛੋਟੀ ਬਿਮਾਰੀ ਨੂੰ ਵੀ ਜਾਨਲੇਵਾ ਬਣਾ ਲੈਂਦਾ ਹੈ, ਜਦੋਂ ਕਿ ਹੌਸਲੇ ਨਾਲ ਲਬਰੇਜ਼ ਮਨੁੱਖ ਭਿਅੰਕਰ ਬਿਮਾਰੀਆਂ ਨੂੰ ਵੀ ਦੂਰ ਧਕੇਲ ਦਿੰਦਾ ਹੈ। ਜਦੋਂ ਸਾਨੂੰ ਕਿਸੇ ਤਰ੍ਹਾਂ ਦੇ ਦੁੱਖ, ਗਮ ਜਾਂ ਪੀੜ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਹੀ ਅਰਥਾਂ ਵਿੱਚ ਪਤਾ ਹੀ ਫੇਰ ਲੱਗਦਾ ਹੈ ਕਿ ਜ਼ਿੰਦਗੀ ਸੁੱਖ ਅਤੇ ਦੁੱਖ ਦਾ ਮਿਸ਼ਰਣ ਹੈ। ਜੇਕਰ ਸੁੱਖ ਹੀ ਹੋਣ ਤਾਂ ਜ਼ਿੰਦਗੀ ਨੀਰਸ ਹੋ ਜਾਵੇਗੀ। ਮੁਸੀਬਤਾਂ ਸਾਨੂੰ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦੀਆਂ ਹਨ। ਜ਼ਿੰਦਗੀ ਵਿੱਚ ਉਹ ਵਿਅਕਤੀ ਕਮਜ਼ੋਰ ਰਹਿ ਜਾਂਦਾ ਹੈ ਜਿਸ ਨੇ ਔਕੜਾਂ ਅਤੇ ਅਸਫਲਤਾਵਾਂ ਦਾ ਸਾਹਮਣਾ ਨਾ ਕੀਤਾ ਹੋਵੇ। ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਵਿੱਚ ਅਸਮਰੱਥ ਰਹਿਣ ਕਾਰਨ ਉਹ ਜ਼ਿੰਦਗੀ ਦੇ ਕਈ ਰੰਗ ਦੇਖਣ ਤੋਂ ਵਾਂਝਾ ਰਹਿ ਜਾਂਦਾ ਹੈ। ਜਿਵੇਂ ਹਵਾ ਦਾ ਉਲਟਾ ਵਹਾਅ ਪਤੰਗ ਨੂੰ ਉੱਚਾ ਜਾਣ ਵਿੱਚ ਮਦਦ ਕਰਦਾ ਹੈ, ਉਸੇ ਤਰ੍ਹਾਂ ਔਕੜਾਂ ਸਾਨੂੰ ਅੱਗੇ ਵਧਣ ਵਿੱਚ ਮਦਦ ਕਰਦੀਆਂ ਹਨ। ਅਣਸੁਖਾਵੇ ਹਾਲਤਾਂ ਨਾਲ ਸੰਘਰਸ਼ ਕਰਨ ਦੀ ਥਾਂ 'ਤੇ ਤਕਲੀਫਾਂ ਤੋਂ ਘਬਰਾ ਕੇ ਸੰਘਰਸ਼ ਨੂੰ ਅਲਵਿਦਾ ਕਹਿਣਾ ਜਾਂ ਇਹਨਾਂ ਨਾਲ ਸਮਝੌਤਾ ਕਰਨਾ ਬੁਜ਼ਦਿਲੀ ਦਾ ਪ੍ਰਤੀਕ ਹੈ। ਜਿਹੜੇ ਪ੍ਰਤੀਕੂਲ ਸਥਿਤੀਆਂ ਵਿੱਚ ਸੰਘਰਸ਼ ਦਾ ਬਿਗਲ ਵਜਾਉਣ ਦੀ ਜੁਰਅਤ ਰੱਖਦੇ ਹਨ
ਉਹਨਾਂ ਨੂੰ ਸੰਘਰਸ਼ ਵਿੱਚੋਂ ਹੀ ਆਨੰਦ ਮਿਲਣ ਲੱਗਦਾ ਹੈ। ਸੰਘਰਸ਼ ਹੀ ਉਹਨਾਂ ਦਾ ਧਰਮ ਹੋ ਨਿਬੜਦਾ ਹੈ। ਡਾਕਟਰ ਅਬਦੁਲ ਕਲਾਮ ਜੀ ਨੇ ਠੀਕ ਹੀ ਕਿਹਾ ਸੀ ਕਿ ਜੇਕਰ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੂਰਜ ਵਾਂਗ ਜਲਣਾ ਵੀ ਪਵੇਗਾ। ਇਸ ਦੇ ਉਲਟ ਜ਼ਿੰਦਗੀ ਵਿੱਚ ਬਿਨਾਂ ਸੰਘਰਸ਼ ਕੀਤਿਆਂ ਸਫਲਤਾ ਦੀ ਆਸ ਰੱਖਣ ਵਾਲਾ ਇਨਸਾਨ ਕਦੇ ਵੀ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰਦਾ। ਅਜਿਹਾ ਇਨਸਾਨ ਜਲਦੀ ਸਫਲਤਾ ਪ੍ਰਾਪਤ ਕਰਨ ਦੇ ਚੱਕਰ ਵਿੱਚ ਕਈ ਵਾਰ ਗਲਤ ਹੱਥਕੰਡੇ ਵਰਤਦਾ ਹੈ। ਇਸ ਤਰ੍ਹਾਂ ਉਹ ਇੱਕ ਸਮੱਸਿਆ ਦਾ ਹੱਲ ਕਰਦਾ ਕਰਦਾ ਖੁਦ ਆਪਣੇ ਲਈ ਇੱਕ ਨਵੀਂ ਸਮੱਸਿਆ ਪੈਦਾ ਕਰ ਲੈਂਦਾ ਹੈ ਤੇ ਗਲਤੀਆਂ ਕਰਦਿਆਂ ਇੰਨਾ ਅੱਗੇ ਚਲਿਆ ਜਾਂਦਾ ਹੈ ਕਿ ਸਫਲਤਾ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਅਤੇ ਆਖਿਰ ਉਸ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਰਹਿੰਦਾ। ਮੁਸੀਬਤਾਂ ਦਾ ਟਾਕਰਾ ਕਰੇ ਬਗੈਰ ਮਹਾਨ ਨਹੀਂ ਬਣਿਆ ਜਾ ਸਕਦਾ। 1897 ਵਿੱਚ ਲੜੀ ਗਈ ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਸਾਡੇ ਸਾਹਮਣੇ ਹੈ। ਜੇਕਰ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ 21 ਸੂਰਮਿਆਂ ਨੇ ਅਬਦਾਲੀ ਦੀ 10,000 ਸੈਨਿਕਾਂ ਦੀ ਫੌਜ ਅੱਗੇ ਹਥਿਆਰ ਸੁੱਟ ਕੇ ਆਪਣੀ ਜਾਨ ਬਚਾ ਲਈ ਹੁੰਦੀ ਤਾਂ ਅੱਜ ਉਹਨਾਂ 21 ਯੋਧਿਆਂ ਨੂੰ ਕੋਈ ਨਾ ਜਾਣਦਾ ਹੁੰਦਾ। ਪਰ ਉਹਨਾਂ ਮਹਾਨ ਸੂਰਵੀਰਾਂ ਨੇ ਇੰਨੀ ਵੱਡੀ ਫੌਜ ਅੱਗੇ ਨਹੀਂ ਮੰਨੀ ਤੇ ਦਲੇਰੀ ਨਾਲ ਆਖਰੀ ਸਾਹਾਂ ਤੱਕ ਲੜਦੇ ਹੋਏ ਸ਼ਹੀਦ ਹੋਏ। ਅੱਜ ਇਹਨਾਂ ਸੂਰਮਿਆਂ ਦੀ ਕੁਰਬਾਨੀ ਨੂੰ ਸਾਰੀ ਦੁਨੀਆ ਸ਼ਰਧਾ ਅਤੇ ਸਤਿਕਾਰ ਨਾਲ ਸਲਾਮ ਕਰਦੀ ਹੈ। ਜੇਕਰ ਤੁਸੀਂ ਕਦੇ ਮੁਸੀਬਤਾਂ ਵਿੱਚ ਘਿਰ ਜਾਓ ਤਾਂ ਹੌਸਲੇ ਦੇ ਸੂਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਨੂੰ ਯਾਦ ਕਰੋ, ਜਿਨ੍ਹਾਂ ਨੇ ਆਪਣਾ ਸਾਰਾ ਵੰਸ਼ ਹੀ ਕੌਮ ਲਈ ਕੁਰਬਾਨ ਕਰ ਦਿੱਤਾ, ਪਰ ਉਹਨਾਂ ਨੇ ਕਦੇ ਹੌਸਲਾ ਨਹੀਂ ਸੀ ਹਾਰਿਆ। ਇਸ ਕਰਕੇ ਅੱਜ ਪੂਰੀ ਦੁਨੀਆ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੌਸਲੇ ਦੇ ਮਗ ਦੇ ਰੌਸ਼ਨ ਮੀਨਾਰ ਵਜੋਂ ਜਾਣਿਆ ਜਾਂਦਾ ਹੈ। ਸੰਘਰਸ਼ਸ਼ੀਲ ਲੋਕ ਹੀ ਇਤਿਹਾਸ ਰਚਦੇ ਹਨ। ਇਸ ਧਰਤੀ ਉੱਪਰ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਅਮਰੀਕਾ ਦੇ ਰਾਸ਼ਟਰਪਤੀ ਨੂੰ ਮੰਨਿਆ ਜਾਂਦਾ ਹੈ। ਇਸ ਸ਼ਕਤੀਸ਼ਾਲੀ ਅਹੁਦੇ ਨੂੰ ਹਾਸਲ ਕਰਨ ਲਈ ਇੱਕ ਮਨੁੱਖ ਸੁਪਨਾ ਸਿਰਜਦਾ ਹੈ। ਉਸ ਵਿਅਕਤੀ ਨੂੰ ਸਾਧਨਾ ਦੀ ਘਾਟ ਸੀ, ਪਰ ਉਸ ਦਾ ਨਿਸ਼ਚਾ ਦ੍ਰਿੜ ਸੀ ਅਤੇ ਦਿਲ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਉਸਨੇ 21 ਵਰ੍ਹਿਆਂ ਦੀ ਉਮਰ ਵਿੱਚ ਵਪਾਰ ਸ਼ੁਰੂ ਕੀਤਾ, ਪਰ ਸਫਲ ਨਾ ਹੋ ਸਕਿਆ। ਫਿਰ ਇੱਕ ਹੋਰ ਵਪਾਰ 24 ਵਰ੍ਹਿਆਂ ਦੀ ਉਮਰ ਵਿੱਚ ਸ਼ੁਰੂ ਕੀਤਾ, ਉਸ ਵਿੱਚ ਸਫਲਤਾ ਨਾ ਮਿਲੀ। 27 ਵਰ੍ਹਿਆਂ ਦੀ ਉਮਰ ਵਿੱਚ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ, ਕਿਉਂਕਿ ਉਸ ਦੀ ਪ੍ਰੇਮਿਕਾ ਇਸ ਦੁਨੀਆ ਤੋਂ ਚਲੀ ਗਈ ਸੀ। ਸਿਹਤਮੰਦ ਹੋਣ ਪਿੱਛੋਂ ਉਸਨੇ ਸਿਆਸਤ ਵਿੱਚ ਹੱਥ ਅਜਮਾਉਣਾ ਸ਼ੁਰੂ ਕੀਤਾ। 38 ਵਰ੍ਹਿਆਂ ਦੀ ਉਮਰ ਵਿੱਚ ਉਹ ਚੋਣ ਲੜਿਆ ਤੇ ਹਾਰ ਗਿਆ। 45 ਸਾਲਾਂ ਦੀ ਉਮਰ ਵਿੱਚ ਸੈਨੇਟ ਦੀ ਚੋਣ ਫਿਰ ਹਾਰ ਗਿਆ। 47 ਸਾਲਾਂ ਦੀ ਉਮਰ ਵਿੱਚ ਉਹ ਉਪ ਰਾਸ਼ਟਰਪਤੀ ਲਈ ਖੜਿਆ, ਫਿਰ ਵੀ ਨਾ ਜਿੱਤ ਸਕਿਆ। 49 ਸਾਲ ਦੀ ਉਮਰ ਵਿੱਚ ਉਹ ਫਿਰ ਹਾਰ ਗਿਆ। ਇਹ ਹਾਰਾਂ ਉਸ ਨੂੰ ਆਪਣੇ ਮਕਸਦ ਤੋਂ ਹਿਲਾ ਨਾ ਸਕੀਆਂ, ਨਾ ਹੀ ਉਸ ਦੇ ਵਿਸ਼ਵਾਸ ਨੂੰ ਤੋੜ ਸਕੀਆਂ। ਨਤੀਜੇ ਵਜੋਂ 52 ਸਾਲਾਂ ਦੀ ਉਮਰ ਵਿੱਚ ਚੋਣ ਜਿੱਤਿਆ ਅਤੇ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਅੱਜ ਸਾਰਾ ਵਿਸ਼ਵ ਉਸ ਨੂੰ ਇਬਰਾਹਿਮ ਲਿੰਕਨ ਦੇ ਨਾਮ ਨਾਲ ਜਾਣਦਾ ਹੈ। ਲਿੰਕਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਜਾਣਦੇ ਹਨ, ਨਾ ਕਿ ਅਨੇਕਾਂ ਵਾਰ ਹਾਰੇ ਸਿਆਸੀ ਨੇਤਾ ਜਾਂ ਅਸਫਲ ਵਪਾਰੀ ਦੇ ਤੌਰ 'ਤੇ। ਜੇਕਰ ਤੁਸੀਂ ਦ੍ਰਿੜ ਮਨ ਨਾਲ ਕਿਸੇ ਕੰਮ ਨੂੰ ਹੱਥ ਪਾਉਂਦੇ ਹੋ ਤਾਂ ਤੁਹਾਡੇ ਯਤਨ ਜਾਇਆ ਨਹੀਂ ਜਾਂਦੇ। ਅੰਤ ਸਫਲਤਾ ਤੁਹਾਡੀ ਝੋਲੀ ਵਿੱਚ ਹੁੰਦੀ ਹੈ। ਜੇਕਰ ਬੱਲਬ ਦਾ ਖੋਜਕਾਰ ਐਡੀਸਨ ਅਸਫਲਤਾਵਾਂ ਅੱਗੇ ਹਾਰ ਮੰਨ ਲੈਂਦਾ ਤਾਂ ਅੱਜ ਅਸੀਂ ਰਾਤ ਨੂੰ ਵੀ ਦਿਨ ਵਰਗੀ ਰੌਸ਼ਨੀ ਵਿੱਚ ਨਾ ਬੈਠ ਸਕਦੇ। ਇਸ ਤਰ੍ਹਾਂ ਸਨ 1993 ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਤੇ 1994 ਵਿੱਚ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਬਣਨ ਵਾਲੇ ਨੈਲਸਨ ਮੰਡੇਲਾ ਨੇ ਆਪਣੇ ਸਿਰਜੇ ਸੁਪਨੇ ਨੂੰ ਪੂਰਾ ਕਰਨ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ ਤੇ ਆਪਣੀ ਜ਼ਿੰਦਗੀ ਦੇ 27 ਸਾਲ ਜੇਲ੍ਹ ਵਿੱਚ ਬਿਤਾਏ। ਉਹਨਾਂ ਨੇ ਨੈਲਸਨ ਮੰਡੇਲਾ ਦਾ ਸੁਪਨਾ ਦੱਖਣੀ ਅਫਰੀਕਾ ਵਿੱਚ ਰੰਗ ਭੇਦ ਸਮਾਪਤ ਕਰਨਾ ਸੀ। ਆਪਣੀ ਆਤਮ ਕਥਾ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਆਪਣੇ ਜਿਉਂਦੇ ਜੀ ਇਸ ਸੁਪਨੇ ਦੇ ਸਾਕਾਰ ਹੋਣ ਦੀ ਉਮੀਦ ਨਹੀਂ ਸੀ, ਪਰ ਇਹ ਵਿਸ਼ਵਾਸ ਸੀ
ਕਿ ਉਹਨਾਂ ਦੇ ਇਸ ਭਵਿੱਖ ਤੋਂ ਤਿਆਗ ਤੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਪਹੁੰਚੇਗਾ। ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਜੀਵਨ ਹੀ ਨਿਛਾਵਰ ਕਰ ਦੇਣਾ ਇੱਕ ਬਹੁਤ ਵੱਡੀ ਗੱਲ ਹੈ। ਆਮ ਆਦਮੀ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ, ਖਾਸ ਤੌਰ 'ਤੇ ਅਜਿਹੇ ਸੁਪਨੇ ਲਈ ਜਿਸ ਦੇ ਪੂਰਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੋਵੇ। ਮੰਡੇਲਾ ਨੇ ਲਿਖਿਆ ਹੈ ਕਿ ਸੰਘਰਸ਼ ਹੀ ਮੇਰਾ ਜੀਵਨ ਹੈ। ਜਦੋਂ ਉਹ ਰੰਗ ਨਸਲ ਦੀ ਲੜਾਈ ਲੜ ਰਿਹਾ ਸੀ ਤਾਂ ਪੁਲਿਸ ਉਸ ਦੀ ਤਲਾਸ਼ ਕਰ ਰਹੀ ਸੀ। 1962 ਵਿੱਚ ਉਸ ਨੂੰ ਭੰਨ ਤੋੜ ਅਤੇ ਹੋਰ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਤੇ ਉਮਰ ਕੈਦ ਦੀ ਸਜ਼ਾ ਸੁਣਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। 1980 ਦੇ ਦਹਾਕੇ ਵਿੱਚ ਮੰਡੇਲਾ ਦੀ ਰਿਹਾਈ ਲਈ ਦੱਖਣੀ ਅਫਰੀਕਾ ਤੇ ਅੰਤਰਰਾਸ਼ਟਰੀ ਦਬਾਅ ਵਧਿਆ ਤਾਂ ਸਰਕਾਰ ਨੇ ਉਸ ਨੂੰ ਸ਼ਰਤਾਂ ਉੱਤੇ ਰਿਹਾ ਕਰਨ ਲਈ ਤਿਆਰ ਹੋ ਗਈ, ਪਰ ਮੰਡੇਲਾ ਨੇ ਸ਼ਰਤਾਂ ਉੱਤੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਆਪਣੇ ਸਵੈਮਾਣ ਦੀ ਖਾਤਰ ਉਹਨਾਂ ਨੇ 5 ਸਾਲ ਹੋਰ ਜੇਲ੍ਹ ਵਿੱਚ ਕੱਟਣੇ ਪਏ। ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਉਸ ਸਮੇਂ ਉਹਨਾਂ ਦੀ ਉਮਰ 37 ਵਰ੍ਹਿਆਂ ਦੀ ਹੋ ਚੁੱਕੀ ਸੀ, ਪਰ ਉਹਨਾਂ ਨੇ ਕਦੇ ਹੌਸਲਾ ਨਹੀਂ ਹਾਰਿਆ। ਉਹ ਲਗਾਤਾਰ ਆਪਣੀ ਪਾਰਟੀ ਦੀ ਅਗਵਾਈ ਕਰਦੇ ਰਹੇ ਤੇ 1994 ਵਿੱਚ ਬਹੁ ਨਸਲੀ ਲੋਕਤੰਤਰ ਨਾਲ ਸਮਝੌਤਾ ਕਰਕੇ ਰਾਸ਼ਟਰਪਤੀ ਬਣੇ। ਉਹ 1994 ਤੋਂ ਲੈ ਕੇ 1999 ਤੱਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਹੇ। ਨੈਲਸਨ ਮੰਡੇਲਾ ਦੀ ਜ਼ਿੰਦਗੀ ਇਸ ਗੱਲ ਦਾ ਸਬੂਤ ਹੈ ਕਿ ਲਗਾਤਾਰ ਡਟੇ ਰਹਿਣ ਵਾਲਾ ਮਨੁੱਖ ਹੀ ਹਰ ਔਕੜਾਂ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦਾ ਹੈ। ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਦੀ ਆਵਾਜ਼ ਨੂੰ ਵੀ ਸ਼ੁਰੂ 'ਚ ਆਲ ਇੰਡੀਆ ਰੇਡੀਓ ਨੇ ਰਿਜੈਕਟ ਕਰ ਦਿੱਤਾ ਸੀ ਤੇ ਉਹਨਾਂ ਦੀ ਪਹਿਲੀ ਫਿਲਮ ਸਾਤ ਹਿੰਦੁਸਤਾਨੀ ਵੀ ਬਾਕਸ ਆਫਿਸ 'ਤੇ ਅਸਫਲ ਰਹੀ, ਪਰ ਉਹਨਾਂ ਨੇ ਹਿੰਮਤ ਨਾ ਹਾਰੀ ਤੇ ਆਪਣੀ ਕਲਾ ਨੂੰ ਹੋਰ ਨਿਖਾਰਿਆ। ਨਤੀਜੇ ਵਜੋਂ ਅੱਜ ਅਮਿਤਾਭ ਬੱਚਨ ਨੂੰ ਬਾਲੀਵੁੱਡ ਦੇ ਸੁਪਰ ਹੀਰੋ ਵਜੋਂ ਜਾਣਿਆ ਜਾਂਦਾ ਹੈ। ਸਫਲ ਉਹ ਹੁੰਦੇ ਹਨ ਜੋ ਅਸਫਲਤਾਵਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ। ਜੇਕਰ ਤੁਸੀਂ ਕਿਸੇ ਕੰਮ ਵਿੱਚ ਅਸਫਲ ਹੋ ਜਾਂਦੇ ਹੋ ਤੇ ਅਸਫਲਤਾ ਬਾਰੇ ਹੀ ਸੋਚੀ ਜਾਂਦੇ ਹੋ ਤਾਂ ਤੁਹਾਡੀ ਹਾਲਤ ਟੋਏ ਵਿੱਚ ਡਿੱਗੇ ਉਸ ਵਿਅਕਤੀ ਵਾਂਗ ਹੀ ਹੈ ਜਿਹੜਾ ਇਹੀ ਸੋਚੀ ਜਾਂਦਾ ਹੈ ਮੈਂ ਕਿਉਂ ਡਿੱਗਿਆ ਤੇ ਉਸ ਟੋਏ ਵਿੱਚੋਂ ਨਿਕਲਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਸਮੱਸਿਆ ਦੇ ਹੱਲ 'ਤੇ ਧਿਆਨ ਦਿਓ, ਨਾ ਕਿ ਸਮੱਸਿਆ 'ਤੇ। ਜਿਹੜਾ ਵਿਅਕਤੀ ਅਸਫਲ ਹੋਣ ਤੇ ਡਰ ਕਾਰਨ ਸਫ਼ਰ ਸ਼ੁਰੂ ਹੀ ਨਹੀਂ ਕਰਦਾ ਉਹ ਸਾਰੀ ਉਮਰ ਬੇਜਾਨ ਵਸਤੂ ਵਾਂਗ ਉੱਥੇ ਹੀ ਖੜਾ ਰਹਿ ਜਾਂਦਾ ਹੈ। ਅਸਫਲਤਾਵਾਂ ਦਾ ਸਾਹਮਣਾ ਕਰਕੇ ਹੀ ਵਿਅਕਤੀ ਮਹਾਨ ਬਣਦਾ ਹੈ। ਜੇਕਰ ਤੁਸੀਂ ਫੁੱਲਾਂ ਦੀ ਚਾਹਨਾ ਕਰਦੇ ਹੋ ਤਾਂ ਤੁਹਾਨੂੰ ਕੰਡਿਆਂ ਨੂੰ ਵੀ ਸਹਾਰਨਾ ਪਏਗਾ। ਹਾਂ ਪੱਖੀ ਸੋਚ ਵਾਲਾ ਵਿਅਕਤੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਸ ਨੂੰ ਚੜ੍ਹਦੇ ਸੂਰਜ ਦੀ ਸੰਧੂਰੀ ਲਾਲੀ ਵਾਲਾ ਨਜ਼ਾਰਾ ਖੂਬਸੂਰਤ ਲੱਗਦਾ ਹੈ। ਜੇਕਰ ਤੁਹਾਡੇ ਅੰਦਰ ਜ਼ਿੰਦਗੀ ਦਾ ਆਨੰਦ ਪ੍ਰਾਪਤ ਕਰਨ ਦੀ ਹਿੰਮਤ ਹੈ ਤਾਂ ਪ੍ਰਤੀਕੂਲ ਹਾਲਤ ਵੀ ਤੁਹਾਨੂੰ ਡਾਵਾਂਡੋਲ ਨਹੀਂ ਕਰ ਸਕਦੇ। ਕਈ ਵਾਰ ਤੁਸੀਂ ਕਿਸੇ ਕੰਮ ਨੂੰ ਪੂਰੀ ਵਾਹ ਲਾ ਦਿੰਦੇ ਹੋ ਪਰ ਫਿਰ ਵੀ ਨਤੀਜੇ ਸਾਰਥਕ ਨਹੀਂ ਆਉਂਦੇ ਤਾਂ ਦਿਲ ਨਾ ਛੱਡੋ, ਕਿਉਂਕਿ ਤੂਫਾਨ ਆਉਣ 'ਤੇ ਪੱਤੇ ਝੜਦੇ ਹਨ, ਦਰਖਤ ਨਹੀਂ ਗਿਰਦੇ। ਜਿਵੇਂ ਰਾਤ ਤੋਂ ਬਾਅਦ ਦਿਨ ਜ਼ਰੂਰ ਚੜ੍ਹਦਾ ਹੈ, ਗਰਮੀ ਤੋਂ ਬਾਅਦ ਸਰਦੀ ਜ਼ਰੂਰ ਆਉਂਦੀ ਹੈ, ਪਤਝੜ ਤੋਂ ਬਾਅਦ ਬਸੰਤ ਦਾ ਆਉਣਾ ਯਕੀਨੀ ਹੈ, ਇਸੇ ਤਰ੍ਹਾਂ ਅਸਫਲਤਾਵਾਂ ਤੋਂ ਬਾਅਦ ਸਫਲਤਾ ਵੀ ਜ਼ਰੂਰ ਪ੍ਰਾਪਤ ਹੁੰਦੀ ਹੈ। ਅਸਫਲ ਹੋਣ ਤੇ ਖੂੰਜੇ 'ਚ ਲੱਗ ਕੇ ਬਾਣ ਦੇ ਮੰਜੇ 'ਤੇ ਢੇਰੀ ਢਾਹ ਕੇ ਬੈਠਣ ਨਾਲ ਕੁਝ ਨਹੀਂ ਬਣਨ ਲੱਗਾ। ਹੌਸਲਾ ਰੱਖੋ। ਹੌਸਲਾ ਇੱਕ ਅਜਿਹਾ ਸੂਰਜ ਹੈ ਜਿਸ ਦੀਆਂ ਕਿਰਨਾਂ ਪੈਣ ਨਾਲ ਔਕੜਾਂ ਦਾ ਹਨੇਰਾ ਅਲੋਪ ਹੋ ਜਾਂਦਾ ਹੈ। ਜੇਕਰ ਤੁਸੀਂ ਔਕੜਾਂ ਫਤਿਹ ਕਰਕੇ ਮੰਜ਼ਿਲ ਪ੍ਰਾਪਤ ਕਰਦੇ ਹੋ ਤਾਂ ਤੁਹਾਡੇ ਅੰਦਰ ਆਨੰਦ ਦਾ ਪੱਧਰ ਉੱਚਾ ਤੇ ਚਿਰਸਥਾਈ ਹੋਵੇਗਾ। ਜੇਕਰ ਤੁਸੀਂ ਵਾਰ-ਵਾਰ ਯਤਨ ਕਰਨ 'ਤੇ ਵੀ ਅਸਫਲ ਹੋ ਰਹੇ ਹੋ ਤਾਂ ਨਵੇਂ ਨਜ਼ਰੀਏ ਨਾਲ ਸਮੱਸਿਆ ਦਾ ਹੱਲ ਤਲਾਸ਼ ਕਰੋ। ਸੋਚਣ ਦੇ ਢੰਗ ਵਿੱਚ ਤਬਦੀਲੀ ਲਿਆਉਣ 'ਤੇ ਤੁਹਾਨੂੰ ਸਮੱਸਿਆ ਦੇ ਕਈ ਨਵੇਂ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਜਾਣਕਾਰੀ ਤੁਹਾਡੀ ਮੁਸ਼ਕਿਲ ਆਸਾਨ ਕਰਨ ਵਿੱਚ ਸਹਾਇਕ ਸਿੱਧ ਹੁੰਦੀ ਹੈ। ਧੰਨਵਾਦ।
ਸ਼ਖਸੀਅਤ ਬਿਆਨ ਕਰਦਾ ਹੈ ਤੁਹਾਡੇ ਗੱਲਬਾਤ ਕਰਨ ਦਾ ਢੰਗ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਅਯੋਕਾ ਯੁੱਗ ਸ਼ਰਮ ਸ਼ਰਮਾਉਣ ਦਾ ਵਿਰੋਧੀ ਤੇ ਪ੍ਰਗਟਾਵੇ ਦਾ ਯੁੱਗ ਹੈ। ਸਤਯੁਗ ਵਿੱਚ ਬੰਦਾ ਜਿੰਨਾ ਘੱਟ ਬੋਲਦਾ ਸੀ ਉਸ ਨੂੰ ਓਨਾ ਹੀ ਵਿਦਵਾਨ ਸਮਝਿਆ ਜਾਂਦਾ ਸੀ, ਭਾਵ ਗੰਭੀਰਤਾ ਨੂੰ ਗਿਆਨ ਨਾਲ ਜੋੜ ਦਿੱਤਾ ਜਾਂਦਾ ਸੀ। ਪਰ ਹੁਣ ਤਾਂ ਕਲਯੁੱਗ ਚੱਲ ਰਿਹਾ ਹੈ, ਭਾਵ ਕਲਾ ਦਾ ਯੁੱਗ ਚੱਲ ਰਿਹਾ ਹੈ। ਜੇਕਰ ਤੁਸੀਂ ਗੱਲਬਾਤ ਕਰਨ ਦੀ ਕਲਾ ਵਿੱਚ ਮਾਹਿਰ ਹੋ ਤਾਂ ਤੁਹਾਡੇ ਸਫਲ ਹੋਣ ਦੀਆਂ ਸੰਭਾਵਨਾਵਾਂ ਕਈ ਗੁਣਾ ਵੱਧ ਜਾਂਦੀਆਂ ਹਨ। ਅੱਜ ਤੋਂ 5 ਕੁ ਦਹਾਕੇ ਪਹਿਲਾਂ ਸਿਰਫ ਸਰਟੀਫਿਕੇਟ ਦੇਖ ਕੇ ਹੀ ਵਿਅਕਤੀ ਨੂੰ ਨੌਕਰੀ ਦੇ ਦਿੱਤੀ ਜਾਂਦੀ ਸੀ। ਸਮਾਂ ਬਦਲਣ ਦੇ ਨਾਲ ਯੋਗਤਾ ਪਰਖਣ ਦੇ ਪੈਮਾਨੇ ਵਿੱਚ ਵੀ ਤਬਦੀਲੀ ਆਈ। ਮੌਜੂਦਾ ਸਮੇਂ 'ਚ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੰਟਰਵਿਊ ਦੌਰਾਨ ਤੁਹਾਡੇ ਗਿਆਨ ਦੀ ਪਰਖ ਕੀਤੀ ਜਾਂਦੀ ਹੈ। ਜੇਕਰ ਤੁਸੀਂ ਗੱਲਬਾਤ ਰਾਹੀਂ ਪ੍ਰੀਖਿਅਕ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਜਾਂਦੇ ਹੋ ਤਾਂ ਨੌਕਰੀ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਕ ਵਾਰ ਰੂਸੀ ਲੇਖਕ ਟਾਲਸਟਾਏ ਨੂੰ ਉਸ ਦੇ ਦੋਸਤ ਨੇ ਕਿਹਾ, ਮੈਂ ਤੁਹਾਡੇ ਕੋਲ ਇੱਕ ਯੋਗ ਅਤੇ ਹੋਣਹਾਰ ਲੜਕਾ ਭੇਜਿਆ ਸੀ ਜਿਸ ਨੇ ਕਈ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹੋਈਆਂ ਸੀ, ਪਰ ਮੈਨੂੰ ਹੈਰਾਨੀ ਹੋਈ ਕਿ ਤੁਸੀਂ ਉਸ ਨੂੰ ਛੱਡ ਕੇ ਅਜਿਹੇ ਉਮੀਦਵਾਰ ਨੂੰ ਚੁਣਿਆ ਹੈ ਜਿਸ ਦੇ ਕੋਲ ਯੋਗਤਾ ਦਾ ਕੋਈ ਪ੍ਰਮਾਣ ਪੱਤਰ ਵੀ ਨਹੀਂ ਹੈ। ਆਖਿਰ ਉਸ ਉਮੀਦਵਾਰ ਵਿੱਚ ਅਜਿਹੀ ਕਿਹੜੀ ਗੱਲ ਸੀ ਜੋ ਤੁਹਾਨੂੰ ਪ੍ਰਭਾਵਿਤ ਕਰ ਗਈ ਤੇ ਤੁਸੀਂ ਉਸ ਨੂੰ ਨੌਕਰੀ ਦੇ ਦਿੱਤੀ? ਟਾਲਸਟਾਏ ਨੇ ਮੁਸਕਰਾਉਂਦੇ ਹੋਏ ਕਿਹਾ, ਜਿਸ ਲੜਕੇ ਨੂੰ ਮੈਂ ਚੁਣਿਆ ਹੈ ਉਸ ਦੇ ਕੋਲ ਤਾਂ ਯੋਗਤਾ ਦਾ ਬਹੁਤ ਵੱਡਾ ਪ੍ਰਮਾਣ ਪੱਤਰ ਹੈ। ਦੋਸਤ ਨੇ ਹੈਰਾਨੀ ਨਾਲ ਪੁੱਛਿਆ ਕਿ ਇਸ ਤਰ੍ਹਾਂ ਦਾ ਉਸ ਕੋਲ ਕੀ ਹੈ, ਮੈਨੂੰ ਵੀ ਤਾਂ ਪਤਾ ਲੱਗੇ। ਟਾਲਸਟਾਏ ਨੇ ਕਿਹਾ, ਉਸਨੇ ਕਮਰੇ ਵਿੱਚ ਵੜਨ ਤੋਂ ਪਹਿਲਾਂ ਮੇਰੇ ਕੋਲੋਂ ਆਗਿਆ ਲਈ ਤੇ ਅੰਦਰ ਵੜ ਕੇ ਉਸਨੇ ਦਰਵਾਜ਼ੇ ਨੂੰ ਹੌਲੀ-ਹੌਲੀ ਛੱਡਿਆ ਤਾਂ ਕਿ ਖੜਕਾ ਨਾ ਹੋਵੇ। ਫਿਰ ਉਹ ਕੁਰਸੀ ਸਾਫ਼ ਕਰਕੇ ਬੈਠ ਗਿਆ। ਉਸ ਦੀ ਆਵਾਜ਼ ਵਿੱਚ ਕਮਾਲ ਦਾ ਆਤਮ ਵਿਸ਼ਵਾਸ ਝਲਕ ਰਿਹਾ ਸੀ। ਉਸਨੇ ਬੜੇ ਵਿਸ਼ਵਾਸ ਨਾਲ ਮੇਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇੰਟਰਵਿਊ ਖਤਮ ਹੋਣ ਤੋਂ ਬਾਅਦ ਉਹ ਮੇਰੇ ਕੋਲੋਂ ਆਗਿਆ ਲੈ ਕੇ ਚੁੱਪਚਾਪ ਬਾਹਰ ਚਲਿਆ ਗਿਆ। ਉਸਨੇ ਆਪਣੀ ਚੋਣ ਲਈ ਨਾ ਤਾਂ ਕੋਈ ਸਿਫਾਰਿਸ਼ ਕੀਤੀ ਤੇ ਨਾ ਹੀ ਕੋਈ ਚਾਪਲੂਸੀ ਕੀਤੀ। ਇਹ ਸਾਰੇ ਗੁਣ ਅਜਿਹੇ ਪ੍ਰਮਾਣ ਪੱਤਰ ਹਨ ਜੋ ਬਹੁਤ ਘੱਟ ਉਮੀਦਵਾਰਾਂ ਕੋਲ ਹੁੰਦੇ ਹਨ। ਮੇਰਾ ਵਿਚਾਰ ਹੈ ਅਜਿਹੇ ਗੁਣਵਾਨ ਵਿਅਕਤੀਆਂ ਕੋਲ ਜੇ ਲਿਖਤ ਪ੍ਰਮਾਣ ਪੱਤਰ ਨਹੀਂ ਹੈ ਤਾਂ ਸਾਨੂੰ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ ਹੈ, ਕਿਉਂਕਿ ਅਸਲੀ ਪ੍ਰਮਾਣ ਪੱਤਰ ਤਾਂ ਵਿਵਹਾਰ ਤੇ ਗੱਲਬਾਤ ਕਰਨ ਦਾ ਢੰਗ ਹੈ। ਲਿਖਤੀ ਪ੍ਰਮਾਣ ਪੱਤਰ ਤਾਂ ਕੋਈ ਵੀ ਪ੍ਰਾਪਤ ਕਰ ਸਕਦਾ ਹੈ। ਹੁਣ ਤੁਸੀਂ ਹੀ ਦੱਸੋ ਕਿ ਮੈਂ ਠੀਕ ਕੀਤਾ ਜਾਂ ਗਲਤ? ਇਹ ਸਭ ਸੁਣ ਕੇ ਟਾਲਸਟਾਏ ਦਾ ਦੋਸਤ ਲਾਜਵਾਬ ਹੋ ਗਿਆ। ਸਹੀ ਤਰੀਕੇ ਨਾਲ ਗੱਲਬਾਤ ਕਰਨ ਦਾ ਢੰਗ ਤੁਹਾਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੰਦਾ ਹੈ। ਸਮਾਜ ਵਿੱਚ ਚੰਗਾ ਅਕਸ਼ ਬਣਾਉਣ ਲਈ ਵੀ ਗੱਲਬਾਤ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨਾ ਜ਼ਰੂਰੀ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਜ਼ੁਬਾਨ ਦੀ ਤਾਕਤ ਵੱਡੀ ਤੋਂ ਵੱਡੀ ਸੈਨਾ ਦੀ ਤਾਕਤ ਤੋਂ ਵੀ ਜ਼ਿਆਦਾ ਹੁੰਦੀ ਹੈ। ਗੈਰ ਜ਼ਿੰਮੇਵਾਰਾਨਾ ਢੰਗ ਨਾਲ ਕੀਤੀ ਗੱਲਬਾਤ ਨਾਲ ਦੋਸਤ ਵੀ ਦੁਸ਼ਮਣ ਬਣ ਸਕਦਾ ਹੈ, ਜਦੋਂ ਕਿ ਚੰਗੀ ਗੱਲਬਾਤ ਕਰਕੇ ਦੁਸ਼ਮਣ ਨੂੰ ਵੀ ਦੋਸਤ ਬਣਾਇਆ ਜਾ ਸਕਦਾ ਹੈ। ਇਸ ਲਈ ਗੱਲਬਾਤ ਨੂੰ ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਨੰਬਰ 1, ਸਤਿ ਸ਼੍ਰੀ ਅਕਾਲ ਬੁਲਾ ਕੇ ਆਪਣੀ ਜਾਣ ਪਹਿਚਾਣ ਕਰਾਓ। ਨੰਬਰ 2, ਦਿਮਾਗ 'ਚੋਂ ਇਹ ਡਰ ਕੱਢ ਦਿਓ ਕਿ ਦੂਜਾ ਬੰਦਾ ਤੁਹਾਡੇ ਨਾਲ ਗੱਲਬਾਤ ਨਹੀਂ ਕਰੇਗਾ। ਲੋਕਾਂ ਦੇ ਨਾਮ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਹਰੇਕ ਨੂੰ ਆਪਣਾ ਨਾਂ ਸੁਣਨਾ ਚੰਗਾ ਲੱਗਦਾ ਹੈ। ਜਦੋਂ ਤੁਸੀਂ ਵਿਅਕਤੀ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦੇ ਹੋ, ਉਸ ਦੇ ਕੰਨਾਂ ਨੂੰ ਸਿਤਾਰ ਦੀਆਂ ਤਰੰਗਾਂ ਸੁਣਨ ਵਰਗਾ ਅਹਿਸਾਸ ਹੁੰਦਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਦਾ ਨਾਂ ਭੁੱਲ ਗਏ ਤਾਂ ਉਸ ਨੂੰ ਦੁਬਾਰਾ ਪੁੱਛ ਸਕਦੇ ਹੋ। ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਤੋਂ ਅੱਗੇ ਹੋਰ ਜਾਣਕਾਰੀ ਲੈਣ ਲਈ ਉਤਸੁਕਤਾ ਦਿਖਾਓ। ਜੇਕਰ ਤੁਸੀਂ ਉਹਨਾਂ ਨੂੰ ਧਿਆਨ ਨਾਲ ਸੁਣ ਰਹੇ ਤਾਂ ਇਸ ਤੋਂ ਇਹ ਸੰਕੇਤ ਜਾਵੇਗਾ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਵਿੱਚ ਰੁਚੀ ਲੈ ਰਹੇ ਹੋ। ਹਰ ਇੱਕ ਨੂੰ ਆਪਣੀ ਸੋਚ ਮੁਤਾਬਿਕ ਬੋਲਣ ਦੀ ਆਜ਼ਾਦੀ ਹੈ। ਕਈ ਵਾਰ ਦੂਜੇ ਵਿਅਕਤੀ ਦੇ ਵਿਚਾਰ ਬਿਲਕੁਲ ਅਲੱਗ ਹੁੰਦੇ ਹਨ। ਜੇਕਰ ਦਲੀਲਾਂ ਦੇਣ ਦੇ ਬਾਵਜੂਦ ਉਹ ਤੁਹਾਡੀ ਰਾਏ ਨਾਲ ਸਹਿਮਤ ਨਹੀਂ ਹੁੰਦਾ ਤਾਂ ਇਸ ਸਥਿਤੀ ਵਿੱਚ ਤੁਹਾਨੂੰ ਉਸ ਨਾਲ ਨਾਰਾਜ਼ ਹੋਣ ਦੀ ਬਜਾਏ ਉਸ ਨਾਲ ਸਹਿਮਤ ਹੋਣ ਦਾ ਸਲੀਕਾ ਵੀ ਹੋਣਾ ਚਾਹੀਦਾ ਹੈ।
ਅੱਖਾਂ 'ਚ ਅੱਖਾਂ ਪਾ ਕੇ ਗੱਲਬਾਤ ਕਰਨ ਨਾਲ ਤੁਹਾਡਾ ਸਵੈ ਵਿਸ਼ਵਾਸ ਵੱਧਦਾ ਹੈ। ਪਰ ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਨਾ ਤਾਂ ਦੂਜੇ ਵੱਲ ਟਿਕਟਿਕੀ ਲਾ ਕੇ ਦੇਖੋ, ਨਾ ਹੀ ਨੀਵੀਂ ਪਾ ਕੇ ਗੱਲ ਕਰੋ। ਗਰਦਨ ਸਿੱਧੀ ਰੱਖ ਕੇ ਸਵੈ ਵਿਸ਼ਵਾਸ ਨਾਲ ਗੱਲਬਾਤ ਕਰੋ। ਜਦੋਂ ਤੁਹਾਨੂੰ ਕੋਈ ਕੁਝ ਸੁਣਾ ਰਿਹਾ ਹੋਵੇ ਤਾਂ ਤੁਸੀਂ ਸਥਿਤੀ ਮੁਤਾਬਿਕ ਸਿਰ ਨਾਲ ਹਾਂ ਜਾਂ ਨਾ ਦਾ ਇਸ਼ਾਰਾ ਕਰ ਸਕਦੇ ਹੋ। ਇਸ ਤੋਂ ਇਹ ਸੰਕੇਤ ਜਾਵੇਗਾ ਕਿ ਤੁਸੀਂ ਸੁਣਨ ਵਿੱਚ ਰੁਚੀ ਲੈ ਰਹੇ ਹੋ। ਗੱਲਬਾਤ ਦਾ ਪੱਧਰ ਉੱਚਾ ਰੱਖੋ। ਨੀਵੇਂ ਪੱਧਰ ਦੀ ਗੱਲਬਾਤ ਕਰਕੇ ਉੱਚਾ ਰੁਤਬਾ ਹਾਸਿਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਤੁਹਾਡੀ ਸ਼ਖਸੀਅਤ ਝਲਕਦੀ ਹੈ। ਗੱਲਬਾਤ ਨੂੰ ਰੌਚਕ ਬਣਾਉਣ ਲਈ ਰੌਚਕ ਅਤੇ ਹਾਸ-ਰਸ ਭਰਪੂਰ ਘਟਨਾਵਾਂ ਸੁਣਾਈਆਂ ਜਾ ਸਕਦੀਆਂ ਹਨ। ਗੱਲਬਾਤ ਦੌਰਾਨ ਜੇਕਰ ਸਥਿਤੀ ਤਣਾਅਪੂਰਵਕ ਹੋ ਜਾਵੇ ਤਾਂ ਹਲਕੀ ਮੁਸਕਰਾਹਟ ਨਾਲ ਗੱਲਬਾਤ ਦਾ ਵਿਸ਼ਾ ਬਦਲਣ ਦੀ ਕੋਸ਼ਿਸ਼ ਕਰੋ। ਵੱਖ-ਵੱਖ ਤੱਥਾਂ, ਘਟਨਾਵਾਂ ਤੇ ਵਿਸ਼ਿਆਂ ਉੱਪਰ ਦੂਜਿਆਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰੋ। ਗਿਆਨ ਦੇ ਆਦਾਨ ਪ੍ਰਦਾਨ ਨੂੰ ਹੀ ਸਾਰਥਿਕ ਗੱਲਬਾਤ ਮੰਨਿਆ ਜਾਂਦਾ ਹੈ। ਇਸ ਲਈ ਧਿਆਨ ਰੱਖੋ ਕਿ ਤੁਸੀਂ ਕਿਤੇ ਇਕੱਲੇ ਤਾਂ ਹੀ ਨਹੀਂ ਬੋਲੀ ਜਾ ਰਹੇ। ਦੂਜੇ ਨੂੰ ਵੀ ਬੋਲਣ ਦਾ ਮੌਕਾ ਦਿਓ ਤਾਂ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਸਕੇ। ਦੂਜੇ ਦੇ ਵਿਚਾਰਾਂ ਨੂੰ ਜਾਣੇ ਬਿਨਾਂ ਲੰਬੀ ਗੱਲਬਾਤ ਕਰਨੀ ਸੰਭਵ ਨਹੀਂ। ਵਾਰਤਾਲਾਪ ਉਸ ਸਮੇਂ ਹੀ ਸੰਭਵ ਹੈ ਜਦੋਂ ਇੱਕ ਵਿਅਕਤੀ ਬੋਲਦਾ ਹੈ ਤੇ ਦੂਜਾ ਸੁਣਦਾ ਹੈ, ਜਾਂ ਦੂਜਾ ਬੋਲਦਾ ਹੈ ਤੇ ਪਹਿਲਾ ਸੁਣਦਾ ਹੈ। ਜੇਕਰ ਦੋਨੋਂ ਬੋਲਣ ਲੱਗ ਜਾਣ ਤੇ ਕੋਈ ਵੀ ਨਾ ਸੁਣੇ ਤਾਂ ਇਸ ਨੂੰ ਗੱਲਬਾਤ ਨਹੀਂ, ਰੌਲਾ ਰੱਪਾ ਕਿਹਾ ਜਾਂਦਾ ਹੈ। ਚੁੱਪਚਾਪ ਤੇ ਸਬਰ ਸੰਤੋਖ ਨਾਲ ਦੂਜੇ ਦੀ ਗੱਲਬਾਤ ਸੁਣਨਾ ਵੀ ਇੱਕ ਕਲਾ ਹੈ। ਜਦੋਂ ਤੁਸੀਂ ਸੰਜਮ ਨਾਲ ਕਿਸੇ ਵਿਅਕਤੀ ਦੀ ਗੱਲ ਸੁਣਦੇ ਹੋ ਤਾਂ ਅਸਿੱਧੇ ਤੌਰ ਤੇ ਉਸ ਵਿਅਕਤੀ ਦਾ ਵਡਮੁੱਲਾ ਤਜਰਬਾ ਗ੍ਰਹਿਣ ਕਰ ਰਹੇ ਹੁੰਦੇ ਹੋ। ਉਸ ਵਿਅਕਤੀ ਦੇ ਚੰਗੇ ਤਜਰਬੇ ਬਿਨਾਂ ਯਤਨ ਕੀਤਿਆਂ ਹੀ ਤੁਹਾਡੀ ਜ਼ਿੰਦਗੀ ਦਾ ਭਾਗ ਬਣਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਵਿਵਹਾਰਿਕ ਜ਼ਿੰਦਗੀ ਵਿੱਚ ਲਾਗੂ ਕਰਕੇ ਸਫਲ ਹੋ ਸਕਦੇ ਹੋ। ਜੇ ਤੁਸੀਂ ਕੁਝ ਚੰਗਾ ਸੁਣੋਗੇ ਤਾਂ ਹੀ ਕੁਝ ਚੰਗਾ ਬੋਲੋਗੇ। ਜਿਹੜਾ ਬੰਦਾ ਕੁਝ ਸੁਣਨ ਨੂੰ ਹੀ ਤਿਆਰ ਨਹੀਂ ਹੁੰਦਾ, ਉਹ ਬੋਲਾ ਹੋਣ ਦੇ ਨਾਲ-ਨਾਲ ਗੂੰਗਾ ਵੀ ਹੁੰਦਾ ਹੈ। ਗੱਲਬਾਤ ਦੌਰਾਨ ਮੈਂ ਸ਼ਬਦ ਦੀ ਵਰਤੋਂ ਲੋੜ ਤੋਂ ਜ਼ਿਆਦਾ ਨਾ ਕਰੋ। ਇੰਗਲੈਂਡ ਵਿੱਚ ਲੋਕ ਰਸਮੀ ਗੱਲਬਾਤ ਦਾ ਆਗਾਜ਼ ਮੌਸਮ ਬਾਰੇ ਜਾਣਕਾਰੀ ਸਾਂਝੀ ਕਰਕੇ ਕਰਦੇ ਹਨ। ਸਾਨੂੰ ਕਿਸੇ ਦੀਆਂ ਨਿੱਜੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਹਰ ਇੱਕ ਆਪਣੀ ਪਸੰਦ ਲਈ ਆਜ਼ਾਦ ਹੈ। ਜੇਕਰ ਚੰਗੀਆਂ ਆਦਤਾਂ ਅਪਣਾਓ ਤਾਂ ਉਸ ਦਾ ਭਲਾ, ਮਾੜੀਆਂ ਆਦਤਾਂ ਅਪਣਾਉਣ ਤੇ ਉਸ ਦਾ ਨੁਕਸਾਨ ਹੀ ਹੋਵੇਗਾ। ਬ੍ਰਹਮ ਗਿਆਨੀ ਹੋਣ ਦਾ ਢੋਂਗ ਨਾ ਕਰੋ। ਜੇਕਰ ਤੁਹਾਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਇਮਾਨਦਾਰੀ ਨਾਲ ਕਹੋ ਕਿ ਮੈਂ ਇਸ ਵਿਸ਼ੇ ਬਾਰੇ ਨਹੀਂ ਜਾਣਦਾ। ਇਸ ਤਰ੍ਹਾਂ ਤੁਹਾਡੇ ਸਟਾਰ ਨਹੀਂ ਲਾਹਣ ਲੱਗੇ, ਸਗੋਂ ਤੁਹਾਡੀ ਭਰੋਸੇਯੋਗਤਾ ਹੀ ਵਧੇਗੀ। ਦੂਜੇ ਦੀ ਗੱਲ ਇਕਾਗਰਤਾ ਨਾਲ ਸੁਣੋ। ਸੁਣਨ ਸਮੇਂ ਜ਼ਿਆਦਾ ਨਾ ਸੋਚੋ, ਇਸ ਨਾਲ ਤੁਹਾਡਾ ਧਿਆਨ ਕਿਤੇ ਹੋਰ ਜਾ ਸਕਦਾ ਹੈ। ਗੱਲਬਾਤ ਦੌਰਾਨ ਦੂਜੇ ਵਿਅਕਤੀ ਵੱਲੋਂ ਬੋਲੇ ਸ਼ਬਦਾਂ ਨੂੰ ਵਾਰ-ਵਾਰ ਉਸੇ ਤਰ੍ਹਾਂ ਨਾ ਦੁਹਰਾਓ। ਜ਼ਰੂਰੀ ਨਹੀਂ ਕਿ ਹਰ ਭਾਵ ਬੋਲ ਕੇ ਪ੍ਰਗਟ ਕੀਤਾ ਜਾਵੇ। ਕਈ ਵਾਰ ਚੁੱਪ ਰਹਿ ਕੇ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ। ਦੂਜੇ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਸਤਿਕਾਰ ਕਰੋ। ਗਿਆਨ ਭਰਪੂਰ ਗੱਲਬਾਤ ਕਰੋ। ਇਸ ਲਈ ਜ਼ਰੂਰੀ ਹੈ ਕਿ ਤੁਹਾਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਹੋਵੇ। ਗਿਆਨ ਤੋਂ ਬਿਨਾਂ ਗੱਲਬਾਤ ਸੰਭਵ ਨਹੀਂ। ਕਈ ਵਾਰ ਛੇਤੀ ਗੱਲ ਕਰਨ ਦੇ ਚੱਕਰ ਵਿੱਚ ਮੂੰਹੋਂ ਕੁਝ ਹੋਰ ਹੀ ਨਿਕਲ ਜਾਂਦਾ ਹੈ, ਜਿਸ ਨਾਲ ਤੁਹਾਡਾ ਅਕਸ਼ ਖਰਾਬ ਹੁੰਦਾ ਹੈ। ਜਿੰਨਾ ਚਿਰ ਸ਼ਬਦ ਤੁਹਾਡੇ ਬੁੱਲ੍ਹਾਂ ਦੇ ਦਰਵਾਜ਼ੇ ਅੰਦਰ ਬੰਦ ਹਨ, ਸ਼ਬਦ ਤੁਹਾਡੇ ਹਨ, ਪਰ ਜਦੋਂ ਬੁੱਲ੍ਹ ਖੁੱਲ੍ਹ ਗਏ ਤੇ ਜੀਭ ਹਿੱਲ ਗਈ ਤਾਂ ਸ਼ਬਦ ਮੂੰਹੋਂ ਤੀਰ ਵਾਂਗ ਨਿਕਲ ਜਾਂਦੇ ਹਨ ਤੇ ਮੁੜ ਕੇ ਤੁਹਾਡੇ ਕੰਟਰੋਲ ਵਿੱਚ ਨਹੀਂ ਆਉਂਦੇ। ਇਸ ਕਰਕੇ ਹੀ ਕਿਹਾ ਜਾਂਦਾ ਹੈ, ਪਹਿਲਾਂ ਤੋਲੋ ਫਿਰ ਬੋਲੋ। ਇਸ ਕਰਕੇ ਕਾਹਲੀ ਨਾ ਕਰੋ ਤੇ ਆਰਾਮ ਨਾਲ ਆਪਣੀ ਗੱਲ ਕਰੋ। ਜੇਕਰ ਬੋਲਣ ਵੇਲੇ ਕੋਈ ਗੱਲ ਯਾਦ ਆ ਰਹੀ ਹੋਵੇ ਤਾਂ ਥੋੜ੍ਹਾ ਸੋਚੋ, ਪਰ ਹੜਬੜੀ ਨਾ ਦਿਖਾਓ। ਦੂਜਾ ਵਿਅਕਤੀ ਜਦੋਂ ਕੁਝ ਬੋਲ ਰਿਹਾ ਹੋਵੇ ਉਸ ਨੂੰ ਆਪਣੀ ਗੱਲ ਪੂਰੀ ਕਰਨ ਦਿਓ। ਉਸ ਨੂੰ ਵਿਚਕਾਰ ਨਾ ਟੋਕੋ। ਦੂਜੇ ਨੂੰ ਵਿਚਕਾਰ ਟੋਕਣਾ ਉਸ ਦਾ ਪੈਰ ਮਿੱਧੜ ਵਾਂਗ ਹੀ ਹੈ। ਜੇਕਰ ਤੁਸੀਂ ਗਰੁੱਪ ਵਿੱਚ ਬੈਠੇ ਕਈ ਬੰਦਿਆਂ ਨਾਲ ਗੱਲ ਕਰ ਰਹੇ ਹੋ ਤਾਂ ਕਿਸੇ ਇੱਕ ਬੰਦੇ ਵੱਲ ਹੀ ਉਲਾਰ ਨਾ ਦਿਖਾਓ, ਸਗੋਂ ਸਾਰਿਆਂ ਨੂੰ ਬਰਾਬਰ ਦਾ ਮਹੱਤਵ ਦਿਓ। ਤੇ ਲਾਸਟ ਵਿੱਚ ਇਹ ਪੁਆਇੰਟ ਹੈ, ਕਿਸੇ ਨਾਲ ਗੱਲਬਾਤ ਕਰਦੇ ਸਮੇਂ ਮੋਬਾਈਲ ਤੇ ਗੇਮ ਨਾ ਖੇਡੋ ਤੇ ਨਾ ਹੀ WhatsApp ਜਾਂ Facebook ਦੀ ਦੁਨੀਆ ਵਿੱਚ ਗੁੰਮ ਹੋਵੋ।
ਗੱਲਬਾਤ ਦੌਰਾਨ ਸਪਸ਼ਟਤਾ ਬਹੁਤ ਜ਼ਰੂਰੀ ਹੈ। ਕਿਸੇ ਗੱਲ ਨੂੰ ਸਪਸ਼ਟ ਕਰਨ ਲਈ ਉਦਾਹਰਨ ਦਾ ਸਹਾਰਾ ਲਿਆ ਜਾ ਸਕਦਾ ਹੈ। ਗੱਲਬਾਤ ਕਰਦੇ ਸਮੇਂ ਚਿਹਰੇ ਦੇ ਹਾਵ-ਭਾਵ, ਪੋਜ਼ ਤੇ ਤੁਹਾਡੇ ਬੋਲਣ ਦਾ ਢੰਗ ਗੱਲਬਾਤ ਨੂੰ ਕਲਾਤਮਕਤਾ ਪ੍ਰਦਾਨ ਕਰਦਾ ਹੈ। ਪੜ੍ਹੇ ਲਿਖੇ ਦੇ ਗਲ ਵਿੱਚ ਕੋਈ ਟੱਲ ਨਹੀਂ ਪਾਇਆ ਹੁੰਦਾ ਕਿ ਇਹ MA ਪਾਸ ਹੈ, ਇਸ ਦੇ ਵੱਡਾ ਟੱਲ ਪਾਇਆ ਹੈ ਤੇ ਦੂਜਾ 10ਵੀਂ ਪਾਸ ਹੈ, ਉਸ ਤੇ ਛੋਟੀ ਟੱਲੀ ਪਾਈ ਹੋਈ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਸਿਰਫ ਤੁਹਾਡੇ ਗੱਲਬਾਤ ਦੇ ਢੰਗ ਤੋਂ ਹੀ ਤੁਹਾਡੀ ਸ਼ਖਸੀਅਤ ਝਲਕਦੀ ਹੈ। ਜੇਕਰ ਤੁਸੀਂ ਗੱਲਬਾਤ ਦਾ ਪੱਧਰ ਉੱਚਾ ਰੱਖਦੇ ਹੋ ਤਾਂ ਦੂਜੇ ਤੇ ਤੁਹਾਡਾ ਚੰਗਾ ਪ੍ਰਭਾਵ ਪੈਂਦਾ ਹੈ। ਗੱਲਬਾਤ ਕਰਨਾ ਇੱਕ ਕਲਾ ਹੈ ਜਿਸ ਨੂੰ ਜਾਣਕਾਰੀ ਅਤੇ ਗਿਆਨ ਦੇ ਨਾਲ ਨਿਖਾਰਿਆ ਜਾ ਸਕਦਾ ਹੈ। ਧੰਨਵਾਦ। ਘਮੰਡ ਤੋਂ ਦੂਰ ਰਹੋ ਤੇ ਨਿਮਰਤਾ ਅਪਣਾਓ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਅਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਘਮੰਡੀ ਵਿਅਕਤੀ ਨਾ ਕਿਸੇ ਦੀ ਰੂਹ ਨੂੰ ਛੂਹ ਸਕਦਾ ਹੈ ਤੇ ਨਾ ਹੀ ਸਮਾਜ ਵਿੱਚ ਸੱਚੀ ਇੱਜ਼ਤ ਪ੍ਰਾਪਤ ਕਰ ਸਕਦਾ ਹੈ। ਅਜਿਹਾ ਵਿਅਕਤੀ ਆਪਣੇ ਕਾਰੋਬਾਰ, ਵੱਡੀ ਗੱਡੀ, ਸ਼ੋਹਰਤ, ਜਾਇਦਾਦ, ਵੱਡਾ ਅਹੁਦਾ, ਵੱਡੀ ਕੋਠੀ ਜਾਂ ਬੈਂਕ ਬੈਲੈਂਸ ਬਾਰੇ ਆਫਰੇ ਹੋਏ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਬੁਨਿਆਦੀ ਕਰਦਾ ਹੈ। ਅਜਿਹੇ ਆਦਮੀ ਨੂੰ ਗਲੋਬ ਦਾ ਸ਼ੀਸ਼ਾ ਦਿਖਾ ਕੇ ਅਸਲੀਅਤ ਦੇ ਦਰਸ਼ਨ ਕਰਵਾਏ ਜਾ ਸਕਦੇ ਹਨ। ਗਲੋਬ ਦੇ ਜ਼ਿਆਦਾ ਜ਼ਮੀਨ ਜਾਂ ਵੱਡੀ ਕੋਠੀ ਦਾ ਤਿਣਕੇ ਜਿੰਨਾ ਨਿਸ਼ਾਨ ਵੀ ਨਹੀਂ ਹੋਵੇਗਾ। ਜਦੋਂ ਕਿਸੇ ਵਿਅਕਤੀ ਦੀ ਸੋਚ ਨੂੰ ਘਮੰਡ ਦਾ ਗ੍ਰਹਿਣ ਲੱਗ ਜਾਂਦਾ ਹੈ ਤਾਂ ਉਸ ਨੂੰ ਆਪਣੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਵੱਡੀਆਂ ਲੱਗਣ ਲੱਗਦੀਆਂ ਹਨ। ਘਮੰਡ ਵਿੱਚ ਗ੍ਰਸਿਆ ਆਦਮੀ ਆਪਣੇ ਆਪ ਵਿੱਚ ਮਗਨ ਰਹਿੰਦਾ ਹੈ। ਉਹ ਥੋਥੀ ਅਤੇ ਬੋਝਲ ਜ਼ਿੰਦਗੀ ਜਿਉਣ ਲਈ ਮਜਬੂਰ ਹੁੰਦਾ ਹੈ। ਉਹ ਮਹਿੰਗੀਆਂ ਚੀਜ਼ਾਂ ਖਰੀਦ ਕੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਦੀ ਜ਼ਿੰਦਗੀ ਖਾਲੀ ਹੀ ਰਹਿੰਦੀ ਹੈ। ਘਮੰਡੀ ਵਿਅਕਤੀ ਇਸ ਤਰ੍ਹਾਂ ਖਿੱਲਰ ਕੇ ਤੁਰਦਾ ਹੈ ਜਿਵੇਂ ਬੰਦੇ 'ਚੋਂ ਬੰਦਾ ਨਿਕਲਦਾ ਹੋਵੇ। ਅਜਿਹੇ ਵਿਅਕਤੀ ਨੂੰ ਭੁਲੇਖਾ ਰਹਿੰਦਾ ਹੈ ਕਿ ਜਦੋਂ ਉਹ ਬਾਹਰ ਨਿਕਲਦਾ ਹੈ ਤਾਂ ਸਾਰੇ ਲੋਕ ਕੰਮਕਾਰ ਛੱਡ ਕੇ ਉਸ ਨੂੰ ਦੇਖਦੇ ਹਨ ਤੇ ਉਸ ਬਾਰੇ ਗੱਲਾਂ ਕਰਕੇ ਪ੍ਰਭਾਵਿਤ ਹੁੰਦੇ ਹਨ, ਜਦੋਂ ਕਿ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਪਰ ਘਮੰਡ ਦਾ ਕਾਲਾ ਮੋਤੀਆ ਉਤਰਨ ਕਾਰਨ ਉਸ ਨੂੰ ਕੁਝ ਨਹੀਂ ਦਿਸਦਾ। ਅਜਿਹੇ ਵਿਅਕਤੀ ਨੂੰ ਲੋਕ ਘਿਰਣਾ ਕਰਦੇ ਹਨ ਤੇ ਉਸ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ। ਘਮੰਡੀ ਵਿਅਕਤੀ ਜਦੋਂ ਕਿਸੇ ਵਿਆਹ ਦੀ ਪਾਰਟੀ ਵਿੱਚ ਜਾਂਦਾ ਹੈ ਤਾਂ ਹੱਥ ਕੱਛਾਂ 'ਚ ਦੇ ਕੇ ਆਪਣੇ ਆਪ ਨੂੰ ਇੰਨਾ ਵਟਾ ਚਾੜਦਾ ਹੈ ਕਿ ਗਰਦਨ ਪਿੱਛੇ ਨੂੰ ਝੁਕ ਜਾਂਦੀ ਹੈ। ਅਜਿਹਾ ਵਿਅਕਤੀ ਵਿਚਾਰਕ ਪੱਖੋਂ ਨੰਗ ਹੋਣ ਕਰਕੇ ਖਾਲੀ ਪੀਪੇ ਵਾਂਗ ਵਧੇਰੇ ਖੜਕਾ ਕਰਦਾ ਹੈ। ਉਹ ਬੇਲੋੜੀ ਬਹਿਸ ਤਾਂ ਕਰ ਸਕਦਾ ਹੈ, ਪਰ ਤਰਕ ਭਰਪੂਰ ਗੱਲਬਾਤ ਉਸ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਵਿਚਾਰਾਂ ਦੀ ਗਰੀਬੀ ਦੇ ਕਾਰਨ ਗਰਦਨ ਪਿੱਛੇ ਵੱਲ ਝੁਕਦੀ ਹੈ। ਇੱਕ ਵਾਰ ਇੱਕ ਰਾਜੇ ਨੂੰ ਬ੍ਰਹਮ ਗਿਆਨੀ ਹੋਣ ਦਾ ਘਮੰਡ ਹੋ ਗਿਆ। ਉਸ ਨੇ ਆਪਣੇ ਆਸੇ-ਪਾਸੇ ਬੁਨਿਆਦੀ ਕਰਵਾ ਦਿੱਤੀ ਕਿ ਕੋਈ ਵੀ ਵਿਦਵਾਨ ਉਸ ਨਾਲ ਵਿਚਾਰ ਚਰਚਾ ਕਰ ਸਕਦਾ ਹੈ। ਉਹ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਸਮਰੱਥ ਹੈ। ਸਵਾਲਾਂ ਦਾ ਉੱਤਰ ਨਾ ਦੇ ਸਕਣ ਦੀ ਸੂਰਤ ਵਿੱਚ ਰਾਜੇ ਨੇ 50 ਲੱਖ ਰੁਪਏ ਦਾ ਇਨਾਮ ਰੱਖਿਆ। ਮਿੱਥੇ ਹੋਏ ਦਿਨ ਕਾਫੀ ਲੋਕ ਇਕੱਠੇ ਹੋਏ ਤੇ ਜਿਵੇਂ-ਜਿਵੇਂ ਵਿਦਵਾਨ ਸਵਾਲ ਪੁੱਛਦੇ ਗਏ ਰਾਜਾ ਜਵਾਬ ਦਿੰਦਾ ਗਿਆ ਤੇ ਉਸ ਦਾ ਵਿਵਹਾਰ ਹੋਰ ਵੀ ਹੋਛਾ ਅਤੇ ਘਮੰਡੀ ਹੁੰਦਾ ਗਿਆ। ਰਾਜੇ ਦਾ ਘਮੰਡ ਤੋੜਨ ਲਈ ਇੱਕ ਸਿਆਣਾ ਬਜ਼ੁਰਗ ਰਾਜੇ ਸਾਹਮਣੇ ਗਿਆ ਤੇ ਆਗਿਆ ਲੈ ਕੇ ਰਾਜੇ ਨੂੰ ਇੱਕ ਅਜਿਹਾ ਸਵਾਲ ਪੁੱਛਿਆ ਕਿ ਸਭ ਹੈਰਾਨ ਹੋ ਗਏ। ਸਵਾਲ ਸੀ, ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੜਦਾਦੇ ਨੇ ਸਾਡੇ ਪੜਦਾਦੇ ਕੋਲੋਂ 50 ਲੱਖ ਰੁਪਏ ਉਧਾਰ ਲਏ ਸੀ ਤੇ ਵਾਅਦੇ ਮੁਤਾਬਕ ਅੱਜ ਤੁਸੀਂ ਉਹ ਪੈਸੇ ਮੈਨੂੰ ਧੰਨਵਾਦ ਸਹਿਤ ਵਾਪਿਸ ਕਰਨੇ ਹਨ। ਇਹ ਸੁਣ ਕੇ ਰਾਜੇ ਦਾ ਸਾਰਾ ਘਮੰਡ ਚਕਨਾਚੂਰ ਹੋ ਗਿਆ। ਉਸ ਦੀ ਹਾਂ ਵਿੱਚ ਵੀ ਉਸ ਦੀ ਹਾਰ ਸੀ ਤੇ ਨਾ ਵਿੱਚ ਵੀ ਹਾਰ ਸੀ। ਸਪਸ਼ਟ ਹੈ ਕਿ ਘਮੰਡ ਦਾ ਸਿਰ ਨੀਵਾਂ ਹੁੰਦਾ ਹੈ, ਜਦੋਂ ਕਿ ਨਿਮਰਤਾ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਸ਼੍ਰੀ ਚੰਦ ਜੀ ਨੂੰ ਛੱਡ ਕੇ ਆਪਣੇ ਚੇਲੇ ਭਾਈ ਲਹਿਣਾ ਜੀ ਨੂੰ ਨਵਾਂ ਨਾਂ ਗੁਰੂ ਅੰਗਦ ਦੇਵ ਜੀ ਦੇ ਕੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੀ, ਕਿਉਂਕਿ ਭਾਈ ਲਹਿਣਾ ਜੀ ਨਿਮਰਤਾ ਦੇ ਪੁੰਜ ਸਨ। ਘਮੰਡ ਸਾਡੀ ਤਰੱਕੀ ਦੇ ਰਾਹ ਨੂੰ ਸੌੜਾ ਕਰ ਦਿੰਦਾ ਹੈ। ਘਮੰਡੀ ਆਪਣੀ ਪਰਿਵਾਰਿਕ ਬਗੀਚੀ ਨੂੰ ਮਹਿਕਾਉਣ ਲਈ 100 ਪਾਪੜ ਬੇਲਦੇ ਹਨ। ਸਮੇਂ ਦੇ ਨਾਲ ਸਮਝੌਤੇ ਤੇ ਅਸੂਲਾਂ ਨੂੰ ਵੀ ਅੱਖੋਂ ਪਰੋਖਾ ਕਰ ਦਿੰਦਾ ਹੈ।
ਪਰ ਜਦੋਂ ਆਪਣੇ ਪਾਲੇ ਫੁੱਲਾਂ ਤੇ ਕੰਡੇ ਚੁਭਦੇ ਹਨ ਤਾਂ ਉਸ ਦਾ ਘਮੰਡ ਚਕਨਾਚੂਰ ਹੋ ਜਾਂਦਾ ਹੈ, ਸੁੱਖ ਸੰਤਾਪ ਬਣ ਜਾਂਦਾ ਹੈ। ਆਪਣੇ ਆਪ ਨੂੰ ਮਹਾਰਾਜਾ ਭੂਪਾ ਸਮਝਣ ਵਾਲੇ ਹਰ ਘਮੰਡੀ ਨਾਲ ਇਸ ਤਰ੍ਹਾਂ ਹੀ ਵਾਪਰਦਾ ਹੈ, ਕਿਉਂਕਿ ਉਹ ਭਾਈਚਾਰੇ ਸਮਾਜ ਦੇ ਲੋਕਾਂ ਦੇ ਅੰਗ ਸੰਗ ਰਹਿ ਕੇ ਮਿਲਣ ਵਾਲੀ ਖੁਸ਼ੀ ਤੋਂ ਵਾਂਝਾ ਹੁੰਦਾ ਹੈ। ਭਾਰਤ ਵਿੱਚ ਕਿਸੇ ਸਮੇਂ ਮੁਗਲਾਂ ਦੀ ਬੱਲੇ ਬੱਲੇ ਸੀ, ਪਰ ਅੱਜ ਮੁਗਲਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਇਸੇ ਤਰ੍ਹਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਤੇ ਚਲੇ ਗਏ। ਅਸੀਂ ਵੀ ਇੱਥੇ 200 ਸਾਲ ਨਹੀਂ ਰਹਿਣ ਆਏ। ਮਨੁੱਖ ਦੀ ਔਸਤ ਉਮਰ 64 ਸਾਲ ਹੈ। ਇਹ ਵੀ ਸੱਚਾਈ ਹੈ ਕਿ ਮਨੁੱਖ ਨਾਸ਼ਵਾਨ ਹੈ। ਫਿਰ ਕਿਉਂ ਨਾ ਘਮੰਡ ਛੱਡ ਕੇ ਪਿਆਰ ਮੁਹੱਬਤ ਨਾਲ ਜੀਵਨ ਬਤੀਤ ਕੀਤਾ ਜਾਵੇ। ਧੰਨਵਾਦ।